Hello, everyone. Good morning and greetings. Today, we all gathered here to celebrate the 400th birth anniversary of Shri Guru Tegh Bahadur Ji. Topic of today's webinar is relevance of Shri Guru Tegh Bahadur's life and teachings in modern times. As per the tradition of University College Jaipur, we start our webinar with the University Tuni. Now I'm going to hand over the webinar session to our event coordinator, Dr. Lakhvinder Singh. So, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਸੰਸਾਰ ਭਰ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਲੈਕਚਰ ਕਰਵਾਏ ਜਾ ਰਹੇ ਹਨ। ਕੋਵਿਡ-19 ਡਿਜ਼ੀਜ਼ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਤਕਨੀਕ ਦੇ ਆਧਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟੀਟਿਊਟ ਕਾਲਜ ਜੈਤੋ ਵਿਖੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਤੱਗੜ ਦੀ ਯੋਗ ਅਗਵਾਈ ਅਧੀਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵੈਬੀਨਾਰ ਦਾ ਵਿਸ਼ਾ ਅਜੋਕੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਦਾ ਮਹੱਤਵ ਹੈ। ਗੁਰੂ ਤੇਗ ਬਹਾਦਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਸੰਬੰਧੀ ਅਸੀਂ ਗੱਲ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਜੀ ਦੇ 59 ਸ਼ਬਦ ਅਤੇ 57 ਸ਼ਲੋਕ ਹਨ ਜੋ 16 ਰਾਗਾਂ ਦੇ ਵਿੱਚ ਦਰਜ ਹੈ। ਗੁਰੂ ਜੀ ਦੀ ਬਾਣੀ ਦਾ ਮੁੱਖ ਸੰਦੇਸ਼ ਮਨੁੱਖਤਾ ਨੂੰ ਸਦਾਚਾਰਕ ਜੀਵਨ ਜਿਉਣ ਦੀ ਸੇਧ ਪ੍ਰਦਾਨ ਕਰਨਾ ਹੈ। ਗੁਰੂ ਤੇਗ ਬਹਾਦਰ ਜੀ ਨੇ ਗੁਰਮਤਿ ਦੇ ਮੂਲ ਸਿਧਾਂਤਾਂ ਦੇ ਆਧਾਰ ਤੇ ਮਨੁੱਖਤਾ ਨੂੰ ਨਾਮ ਸਿਮਰਨ ਅਤੇ ਅਧਿਆਤਮਿਕ ਚਿੰਤਨ ਦੇ ਉਪਦੇਸ਼ਾਂ ਦਾ ਧੁਰਾ ਬਣਾਇਆ। ਇੰਨਾ ਸਮਾਂ ਬੀਤਣ ਦੇ ਬਾਅਦ ਵੀ ਗੁਰੂ ਜੀ ਦੀਆਂ ਸਿੱਖਿਆਵਾਂ ਲੋਕ ਮਨਾਂ ਦਾ ਅੰਗ ਬਣ ਚੁੱਕੀਆਂ ਹਨ। ਅਜੋਕੇ ਸਮੇਂ ਵੀ ਲੋਕ ਗੁਰੂ ਤੇਗ ਬਹਾਦਰ ਜੀ ਦੇ ਮਾਰਗ ਦਰਸ਼ਕ ਉੱਪਰ ਚੱਲਣ ਦੀ ਜਿਗਿਆਸਾ ਰੱਖਦੇ ਹਨ। ਇਸੇ ਵਿਸ਼ੇ ਨਾਲ ਸੰਬੰਧਿਤ ਇਸ ਵੈਬੀਨਾਰ ਦੇ ਸਾਡੇ ਅੱਜ ਮੁੱਖ ਬੁਲਾਰੇ ਪ੍ਰੋਫੈਸਰ ਲਖਵੀਰ ਸਿੰਘ, ਪੰਜਾਬੀ ਵਿਭਾਗ, ਦਸ਼ਮੇਸ਼ ਖਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਸਾਡੇ ਨਾਲ ਰੂਬਰੂ ਹੋ ਰਹੇ ਹਨ। ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਾਡੇ ਲਈ ਸਮਾਂ ਕੱਢਿਆ। ਮੈਂ ਮੁੱਖ ਵਕਤਾ ਨੂੰ ਪੇਸ਼ ਕਰਵਾਉਣ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਡਾਕਟਰ ਪਰਮਿੰਦਰ ਸਿੰਘ ਤੱਗੜ ਸਾਹਿਬ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਮੁੱਖ ਮਹਿਮਾਨ ਬਾਰੇ ਜਾਣਕਾਰੀ ਦੇਣ ਅਤੇ ਨਾਲ ਹੀ ਪ੍ਰਧਾਨਗੀ ਸ਼ਬਦ ਪੇਸ਼ ਕਰਨ। ਹਾਂਜੀ, ਬਹੁਤ ਸਤਿਕਾਰਯੋਗ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਜੁੜੇ ਹੋਏ ਵਿਦਿਆਰਥੀਓ, ਅਧਿਆਪਕ ਸਾਹਿਬਾਨ ਤੇ ਹੋਰ ਸਾਥੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਵਰ੍ਹੇ ਨੂੰ ਮਨਾਉਂਦੇ ਹੋਏ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕੀਤੇ ਜਾ ਰਹੇ ਨੇ। ਉਸੇ ਲੜੀ ਦੇ ਤਹਿਤ ਸਿੱਖਿਆ ਸੰਸਥਾਵਾਂ ਨੂੰ ਵੀ ਇਹ ਕਿਹਾ ਗਿਆ ਕਿ ਆਪੋ ਆਪਣੇ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਔਰ ਉਹਨਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਜੋ ਸਿੱਖਿਆ ਦਿੱਤੀ ਗਈ ਹੈ ਉਹਨੂੰ ਇੱਕ ਮਾਡਰਨ ਪਰਸਪੈਕਟਿਵ ਦੇ ਵਿੱਚ ਰੱਖ ਕੇ ਵਿਦਿਆਰਥੀਆਂ ਨੂੰ ਉਸ ਬਾਣੀ ਬਾਰੇ ਜਾਣੂ ਕਰਾਇਆ ਜਾਏ। ਸੋ ਉਸੇ ਲੜੀ ਦੇ ਤਹਿਤ ਯੂਨੀਵਰਸਿਟੀ ਕਾਲਜ ਜੈਤੋ ਵੱਲੋਂ ਇਹ ਅੱਜ ਦਾ ਇਹ ਵੈਬੀਨਾਰ ਆਯੋਜਿਤ ਕੀਤਾ ਗਿਆ। ਇਸ ਵੈਬੀਨਾਰ ਦੇ ਕੋਆਰਡੀਨੇਟਰ ਨੇ ਡਾਕਟਰ ਲਖਵਿੰਦਰ ਸਿੰਘ। ਡਾਕਟਰ ਲਖਵਿੰਦਰ ਸਿੰਘ PhD ਨੇ ਲਿੰਗੁਇਸਟਿਕਸ ਦੇ ਵਿੱਚ ਬੜੇ ਅੱਛੇ ਅਧਿਆਪਕ ਨੇ ਸਾਡੇ ਕਾਲਜ ਦੇ। ਔਰ ਜਿਸ ਵਕਤਾਂ ਨੂੰ ਅਸੀਂ ਅੱਜ ਇੱਥੇ ਸੱਦਾ ਦਿੱਤਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਲਾਮਿਸਾਲ ਸ਼ਖਸੀਅਤ ਨੇ, ਯੰਗ ਸਕਾਲਰ ਨੇ। ਮੇਰੀ ਮੁਰਾਦ ਪ੍ਰੋਫੈਸਰ ਲਖਵੀਰ ਸਿੰਘ ਜੋ ਕਿ ਦਸ਼ਮੇਸ਼ ਖਾਲਸਾ ਕਾਲਜ ਮੁਕਤਸਰ ਦੇ ਵਿੱਚ ਪੰਜਾਬੀ ਵਿਭਾਗ ਦੇ
ਮੁਖੀ ਵਜੋਂ 2015 ਤੋਂ ਕੰਮ ਕਰ ਰਹੇ ਨੇ। ਉਹਨਾਂ ਦੀ ਇੱਕ ਪੁਸਤਕ ਸਿੱਖ ਰਾਜ ਦੇ ਅੰਤ ਦੀ ਗਾਥਾ ਯੁੱਗ ਅੰਤ ਬਹੁਤ ਚਰਚਾ ਦੇ ਵਿੱਚ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਰਿਸਰਚ ਪੇਪਰ ਨੈਸ਼ਨਲ ਔਰ ਇੰਟਰਨੈਸ਼ਨਲ ਸੈਮੀਨਾਰਾਂ ਦੇ ਵਿੱਚ ਪੜ੍ਹੇ ਨੇ ਔਰ ਬਹੁਤ ਸਾਰੇ ਪੇਪਰ ਉਹਨਾਂ ਦੇ ਕਿਤਾਬਾਂ ਦੇ ਵਿੱਚ ਜਰਨਲਸ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਨੇ। ਪ੍ਰੋਫੈਸਰ ਲਖਵੀਰ ਸਿੰਘ ਆਪਣੇ ਆਪ ਦੇ ਵਿੱਚ ਇੱਕ ਐਸੀ ਸ਼ਖਸੀਅਤ ਨੇ ਜੋ ਪੂਰੇ ਦੇ ਪੂਰੇ ਪੰਜਾਬੀ ਡਿਪਾਰਟਮੈਂਟ ਨੂੰ ਦਸਮੇਸ਼ ਖਾਲਸਾ ਕਾਲਜ ਦੇ ਵਿੱਚ ਚਲਾ ਰਹੇ ਨੇ। ਬੇਸ਼ੱਕ ਉਹਨਾਂ ਦੇ ਨਾਲ ਹੋਰ ਸਾਥੀ ਨੇ, ਲੇਕਿਨ ਕੋਈ ਬੰਦਾ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਸੰਸਥਾ ਨੂੰ ਬਹੁਤ ਮਾਣ ਸਤਿਕਾਰ ਦਵਾ ਦਿੰਦਾ ਹੈ। ਤਾਂ ਪ੍ਰੋਫੈਸਰ ਲਖਵੀਰ ਸਿੰਘ ਇਸ ਤਰ੍ਹਾਂ ਦੀ ਸ਼ਖਸੀਅਤ ਨੇ ਜਿਨ੍ਹਾਂ ਨੇ ਦਸਮੇਸ਼ ਖਾਲਸਾ ਕਾਲਜ ਮੁਕਤਸਰ ਨੂੰ ਇੱਕ ਵੱਖਰੀ ਪਛਾਣ ਦਵਾਈ ਹੈ। ਕੇਵਲ ਪੰਜਾਬ ਪੱਧਰ ਤੇ ਨਹੀਂ, ਹਿੰਦੁਸਤਾਨ ਪੱਧਰ ਤੇ ਨਹੀਂ, ਬਲਕਿ ਸੰਸਾਰ ਪੱਧਰ ਤੇ ਉਹਨਾਂ ਦੇ ਜਿਹੜੇ ਕਾਲਜ ਦੀ ਸ਼ੋਭਾ ਜਿਹੜੀ ਹੈ ਉਹ ਹੋ ਰਹੀ ਹੈ, ਜਿਹਦੇ ਵਿੱਚ ਪ੍ਰੋਫੈਸਰ ਲਖਵੀਰ ਸਿੰਘ ਦਾ ਇੱਕ ਆਪਣਾ ਪ੍ਰਮੁੱਖ ਯੋਗਦਾਨ ਹੈ। ਸੋ ਯੋਗਦਾਨ ਕੀ ਹੈ ਕਿ ਇੱਕ ਲੈਕਚਰ ਲੜੀ ਚਲਾ ਰਹੇ ਹੈ। ਹਰੇਕ ਐਤਵਾਰ ਨੂੰ ਸ਼ਾਮ ਨੂੰ ਉਹਨਾਂ ਦਾ ਇੱਕ ਲੈਕਚਰ ਜਿਹੜਾ ਹੈ ਉਹ ਆਨਲਾਈਨ ਬ੍ਰੌਡਕਾਸਟ ਹੁੰਦਾ ਹੈ ਔਰ YouTube ਦੇ ਉੱਪਰ ਵੀ ਉਹਨੂੰ ਦੇਖਿਆ ਜਾ ਸਕਦਾ ਹੈ। ਹੁਣ ਤੱਕ ਉਹ 36 ਲੈਕਚਰ ਜਿਹੜੇ ਆ ਆਯੋਜਿਤ ਕਰਵਾ ਚੁੱਕੇ ਹੈ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਹਰ ਹਫਤੇ ਕਿਸੇ ਸਕਾਲਰ ਨੂੰ ਕੰਟੈਕਟ ਕਰਨਾ, ਫਿਰ ਉਹਨੂੰ ਆਨਲਾਈਨ ਲੈਣਾ ਔਰ ਉਸ ਤੋਂ ਬਾਅਦ ਇੱਕ ਸਫਲ ਲੈਕਚਰ ਘੰਟੇ ਡੇਢ ਘੰਟੇ ਦਾ ਉਹ ਤੋਂ ਕਰਵਾਉਣਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਔਖਾ ਕਾਰਜ ਹੈ। ਲੇਕਿਨ ਪ੍ਰੋਫੈਸਰ ਲਖਵੀਰ ਸਿੰਘ ਨੂੰ ਇਹ ਦਾਤ ਦੇਣੀ ਬਣਦੀ ਹੈ ਕਿ ਉਹਨਾਂ ਨੇ ਆਪਣੇ ਇਸ ਕਾਲਜ ਦੇ ਜ਼ਰੀਏ ਆਪਣੇ ਮਾਣਯੋਗ ਪ੍ਰਿੰਸੀਪਲ ਦੀ ਅਗਵਾਈ ਦੇ ਵਿੱਚ, ਜੋ ਕਿ ਖੁਦ ਬੜੇ ਅੱਛੇ ਸਾਹਿਤ ਦੇ ਰਸੀਏ ਨੇ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਪ੍ਰੋਤਸਾਹਿਤ ਕਰਦੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਡਾਕਟਰ ਬਰਾੜ ਜਿਹੜੇ ਪ੍ਰਿੰਸੀਪਲ ਨੇ, ਸੋ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਪ੍ਰੋਫੈਸਰ ਲਖਵੀਰ ਸਿੰਘ ਬਹੁਤ ਹੀ ਅੱਛਾ ਕੰਮ ਜਿਹੜਾ ਹੈ ਉਹ ਆਪਣੇ ਕਾਲਜ ਦੇ ਵਾਸਤੇ, ਸਾਡੇ ਇਲਾਕੇ ਦੇ ਵਿਦਿਆਰਥੀਆਂ ਵਾਸਤੇ, ਮੈਂ ਕਹਾਂਗਾ ਕਿ ਪੰਜਾਬੀ ਤੇ ਜਾਂ ਹਿਸਟਰੀ ਜਾਂ ਹਿਊਮੈਨਿਟੀਜ਼ ਨੂੰ ਪੜ੍ਹਨ ਵਾਲੇ ਹੋਰ ਵਿਸ਼ਿਆਂ ਦੇ ਜਿਹੜੇ ਅਧਿਆਪਕ ਵਿਦਿਆਰਥੀਆਂ ਵਾਸਤੇ ਇੱਕ ਬਹੁਤ ਵੱਡਾ ਕਾਰਜ ਕਰ ਰਹੇ ਨੇ। ਸੋ ਉਹ ਮੈਂ ਵਿਦਿਆਰਥੀਆਂ ਨੂੰ ਵੀ ਕਹਿਣਾ ਚਾਹਾਂਗਾ, ਅਧਿਆਪਕ ਸਾਥੀਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਐਤਵਾਰ ਨੂੰ ਉਹਨਾਂ ਦਾ ਇਹ ਲੈਕਚਰ ਜਿਹੜਾ ਹੈ ਜ਼ਰੂਰ ਉਹ ਸੁਣਨ ਦੀ ਕੋਸ਼ਿਸ਼ ਕਰਨ। ਇਹ ਜਿੰਨੇ ਲੈਕਚਰ ਹੁਣ ਤੱਕ ਬ੍ਰੌਡਕਾਸਟ ਹੋ ਚੁੱਕੇ ਆ 36 ਦੇ 36 ਲੈਕਚਰ YouTube ਦੇ ਉੱਪਰ ਅਸੀਂ ਦੇਖ ਸਕਦੇ ਹਾਂ, ਦਸਮੇਸ਼ ਖਾਲਸਾ ਕਾਲਜ ਦੇ ਨਾਂ ਤੇ ਲੱਭ ਕੇ ਅਸੀਂ ਦੇਖ ਸਕਦੇ ਹਾਂ। ਸੋ ਅੱਜ ਇਹਨਾਂ ਨੇ ਸਾਡੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸਾਡੇ ਲਈ ਸਮਾਂ ਦਿੱਤਾ ਹੈ। ਸ਼ਡਿਊਲ ਇਹਨਾਂ ਦਾ ਕਾਫੀ ਬਿਜ਼ੀ ਸੀ, ਲੇਕਿਨ ਮੈਂ ਇੰਨੀ ਕੁ ਪਿਆਰ ਨਾਲ ਇਹਨਾਂ ਨੂੰ ਕਿਹਾ ਕਿ ਮੈਨੂੰ ਜਵਾਬ ਨਹੀਂ ਦੇ ਸਕੇ। ਸੋ ਇਹਨਾਂ ਦਾ ਮੈਂ ਬਹੁਤ ਹੀ ਹਾਰਦਿਕ ਅਭਿਨੰਦਨ ਕਰਦਾ ਕਿ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਹੁਣ ਮੈਂ ਡਾਕਟਰ ਲਖਵਿੰਦਰ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਾਡੇ ਮਾਣਯੋਗ ਜਿਹੜੇ ਅੱਜ ਦੇ ਕੀਨੋਟ ਸਪੀਕਰ ਨੇ, ਪ੍ਰਮੁੱਖ ਬੁਲਾਰੇ ਨੇ ਪ੍ਰੋਫੈਸਰ ਲਖਵੀਰ ਸਿੰਘ, ਉਹਨਾਂ ਨੂੰ ਆਨਲਾਈਨ ਸੱਦਾ ਦੇਣ। ਡਾਕਟਰ ਲਖਵਿੰਦਰ ਸਿੰਘ ਜੀ। ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ। ਹੁਣ ਸਾਡੇ ਮੁੱਖ ਮਹਿਮਾਨ ਪ੍ਰੋਫੈਸਰ ਲਖਵੀਰ ਸਿੰਘ ਜੀ ਨੂੰ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਬਹੁਤ ਬਹੁਤ ਸ਼ੁਕਰੀਆ ਡਾਕਟਰ ਲਖਵਿੰਦਰ ਸਿੰਘ ਬਰਾੜ ਜੀ, ਪ੍ਰਿੰਸੀਪਲ ਡਾਕਟਰ ਪ੍ਰਵਿੰਦਰ ਸਿੰਘ ਤੱਗੜ ਜੀ, ਸਮੂਹ ਸਟਾਫ ਤੇ ਪਿਆਰੇ ਬੱਚਿਓ। ਕਿ ਜਿਵੇਂ ਤੁਹਾਨੂੰ ਪ੍ਰਿੰਸੀਪਲ ਸਾਹਿਬ ਦੱਸ ਕੇ ਗਏ ਨੇ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਦੇ ਹੇਠ ਜਿਹੜੀਆਂ 400 ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸਮਾਗਮ ਅਸੀਂ ਲਗਾਤਾਰ ਆ ਰਹੇ ਹਾਂ, ਉਸੇ ਦੀ ਲੜੀ ਤਹਿਤ ਅੱਜ ਆਪਾਂ ਜੁੜੇ ਹਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 400 ਸਾਲਾ ਪ੍ਰਕਾਸ਼ ਪੁਰਬ ਆ ਉਹਦੇ ਨਾਲ ਸੰਬੰਧਿਤ ਜਿਹੜਾ ਵਿਸ਼ਾ ਆਪਾਂ ਅੱਜ ਰੱਖਿਆ, ਰੈਲੇਵੈਂਸ ਆਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਾਈਫ ਐਂਡ ਟੀਚਿੰਗ ਆਫ ਮਾਡਰਨ ਟਾਈਮਸ, ਇਸ ਵਿਸ਼ੇ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਆ ਉਹ ਅੱਜ ਕਰਾਂਗੇ। ਜਿੰਨੀਆਂ ਕਿ ਗੱਲਾਂ ਮੈਂ ਇਧਰੋਂ ਉਧਰੋਂ ਕਰਾਂਗਾ ਉਹਨੂੰ ਤੁਸੀਂ ਸੁਣਨ ਦੀ ਖੇਚਲ ਕਰੋਗੇ। ਡਾਕਟਰ ਤੱਗੜ ਜੀ ਨੇ ਮੇਰੇ ਬਾਰੇ ਕਾਫੀ ਗੱਲਾਂ ਮੈਨੂੰ ਲੱਗਦਾ ਜ਼ਿਆਦਾ ਕਹਿਤੀਆਂ ਨੇ। ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਅਸੀਂ ਇਸ ਇਲਾਕੇ ਦੇ ਵਿੱਚ ਉਸ ਡਾਇਲੌਗ ਨੂੰ, ਉਸ ਸੰਵਾਦ ਨੂੰ ਅੱਗੇ ਤੋਰੀਏ ਜਿਹੜਾ ਖਾਸ ਤੌਰ ਤੇ ਲਿਟਰੇਚਰ ਦੇ ਹਵਾਲੇ ਦੇ ਨਾਲ, ਹਿਸਟਰੀ ਦੇ ਹਵਾਲੇ ਦੇ ਨਾਲ ਸਾਡੇ ਵਿਦਿਆਰਥੀ ਜਿਹੜੇ ਹੈਗੇ ਨੇ। ਸਾਡੀ ਸੋਚ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਸੰਵਾਦ ਦੀ ਪਰੰਪਰਾ ਚੱਲ ਰਹੀ ਆ ਉਹਨੂੰ ਅੱਗੇ ਵਧਾਇਆ ਜਾਵੇ। ਪੰਜਾਬ ਦੇ ਵਿੱਚ ਜਿਹੜਾ ਅਕੈਡਮਿਕ ਖੜੋਤ ਆ ਚੁੱਕੀ ਆ ਉਹਨੂੰ ਤੋੜਿਆ ਜਾਵੇ ਕਿਸੇ ਤਰੀਕੇ ਨਾਲ। ਉਹਦੇ ਵਿੱਚ ਕਾਫੀ ਹੱਦ ਤੱਕ ਸਾਨੂੰ ਦੇਸ਼ ਵਿਦੇਸ਼ ਤੋਂ ਫੋਨ ਵੀ ਆਏ ਨੇ, ਸਾਨੂੰ ਹੱਲਾਸ਼ੇਰੀ ਵੀ ਮਿਲੀ ਆ, ਅਸੀਂ ਉਹਦੇ ਵਿੱਚ ਕਾਮਯਾਬ ਹੋਏ ਆ ਤੇ ਵੱਡੇ ਵੱਡੇ ਸਕਾਲਰ ਸਾਡੇ ਮੰਚ ਦੇ ਉੱਤੋਂ ਆਪਣੇ ਵਿਚਾਰ ਆ ਜਿਹੜੇ ਉਹ ਸਾਂਝੇ ਕਰਕੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸੇ ਤਰ੍ਹਾਂ ਅਸੀਂ ਉਸ ਲੜੀ ਨੂੰ ਚਲਾ ਰਹੇ ਹਾਂ।
ਸੋ ਦੋਸਤੋ, ਮੈਂ ਹੁਣ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਅੱਜ ਦੇ ਵਿਸ਼ੇ ਦੇ ਹਵਾਲੇ ਦੇ ਨਾਲ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਾਂਗਾ ਕਿ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸਮਕਾਲੀ ਪ੍ਰਸੰਗਿਕਤਾ ਬਾਰੇ ਗੱਲ ਕਰ ਰਹੇ ਹਾਂ, ਅਸੀਂ ਉਸ ਦੌਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸਮਕਾਲੀ ਪ੍ਰਸੰਗਿਕਤਾ ਬਾਰੇ ਗੱਲ ਕਰ ਰਹੇ ਹਾਂ ਜਦੋਂ ਵਿਸ਼ਵ ਪੱਧਰ ਤੇ ਉੱਤੇ ਸੱਭਿਅਤਾਵਾਂ ਦੇ ਸੰਘਰਸ਼ ਦੇ ਐਲਾਨ ਜਿਹੜੇ ਹੈਗੇ ਨੇ ਉਹ ਕੀਤੇ ਜਾ ਰਹੇ। ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਲਿੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਜਿਹੜੀਆਂ ਵੰਡੀਆਂ ਨੇ ਉਹ ਦੁਨੀਆ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ ਜਾਂ ਵਧਾਈਆਂ ਜਾ ਰਹੀਆਂ ਨੇ। ਇਸ ਦੌਰ ਦੇ ਵਿੱਚ ਸਾਨੂੰ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਨਾ, ਉਹਨਾਂ ਦੇ ਜੀਵਨ ਨੂੰ ਯਾਦ ਕਰਨਾ, ਉਹਨਾਂ ਦੀ ਬਾਣੀ ਬਾਰੇ ਗੱਲ ਕਰਨੀ ਬੜੀ ਮਹੱਤਵਪੂਰਨ ਜਿਹੜੀ ਹੋ ਜਾਂਦੀ ਹੈ। ਤਾਂ ਇਸ ਦੌਰ ਦੇ ਵਿੱਚ ਹੀ ਵਰਲਡ ਪੱਧਰ ਤੇ ਜਿਹੜਾ ਇੱਕ ਸਿਧਾਂਤ ਆਉਂਦਾ ਜਿਹਦੇ ਵਿੱਚ ਸੈਮੂਅਲ ਹੈਂਗਲਟਨ ਦਾ ਜਿਹੜਾ ਸਿਧਾਂਤ ਸੀ, ਸੱਭਿਅਤਾਵਾਂ ਦੇ ਸੰਘਰਸ਼ ਦਾ ਸਿਧਾਂਤ, ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜਾ ਵਿਚਾਰ ਚਰਚਾ ਦਾ ਹਿੱਸਾ ਬਣ ਕੇ ਸਾਡੇ ਸਾਹਮਣੇ ਆਉਂਦਾ। ਹਾਲਾਂਕਿ ਇਹਦੇ ਵਿੱਚ ਇਸ ਸਿਧਾਂਤ ਦੇ ਵਿੱਚ ਕੋਈ ਜਿਹੜੀ ਸਾਰਥਕ ਗੱਲ ਆ ਉਹ ਸਾਹਮਣੇ ਸਾਨੂੰ ਆਉਂਦੀ ਦਿਖਾਈ ਨਹੀਂ ਦਿੰਦੀ। ਇੱਥੇ ਸਵਾਲ ਹੁਣ ਇਹ ਬਣਦਾ ਕਿ ਸੱਭਿਅਤਾਵਾਂ ਦਾ ਸੰਘਰਸ਼ ਜ਼ਰੂਰੀ ਆ ਜਾਂ ਸੱਭਿਅਤਾਵਾਂ ਦੇ ਵਿਚਕਾਰ ਸੰਵਾਦ ਜ਼ਰੂਰੀ ਹੈ। ਇਹ ਇੱਕ ਵੱਡਾ ਜਿਹੜਾ ਸਵਾਲ ਆ ਇਸ ਜਿਹੜਾ ਸਿਧਾਂਤ ਸੈਮੂਅਲ ਹੈਂਗਲਟਨ ਦਾ ਆਉਂਦਾ ਉਹਦੇ ਪ੍ਰਤੀ ਬਣਦਾ। ਬਹੁਤ ਸਾਰੇ ਲੋਕ ਕਹਿ ਰਹੇ ਨੇ ਅੱਜ ਦਾ ਦੌਰ ਜਿਹੜਾ ਪੋਸਟ ਮਾਰਕਸਿਜ਼ਮ ਦਾ ਦੌਰ ਹੈ, ਤੇ ਪਰੰਤੂ ਮੈਂ ਇੱਥੇ ਇੱਕ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਕਿ ਮਾਰਕਸ ਦੀਆਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਵੀ ਪ੍ਰਸੰਗਿਕ ਨੇ, ਜਿਹੜੀਆਂ ਅੱਜ ਦੇ ਸਮੇਂ ਮਨੁੱਖ, ਅੱਜ ਦੇ ਸਮਾਜ ਤੇ ਅੱਜ ਮਨੁੱਖ ਦੀ ਜ਼ਿੰਦਗੀ ਨੂੰ ਦੇਖ ਕੇ ਸੱਚ ਵੀ ਲੱਗ ਰਹੀਆਂ ਨੇ। ਮਸਲਨ ਮਾਰਕਸ ਕੀ ਕਹਿੰਦਾ? ਮਾਰਕਸ ਕਹਿੰਦਾ ਕਿ ਜਿਹੜੇ ਸ਼ਾਸਕਾਂ ਦੇ ਹਰ ਸਮੇਂ ਦੇ ਵਿੱਚ ਸ਼ਾਸਕਾਂ ਦੇ ਜਿਹੜੇ ਵਿਚਾਰ ਨੇ ਉਹ ਆਪਣੇ ਯੁੱਗ ਦੇ ਜਿਹੜੇ ਪ੍ਰਧਾਨ ਵਿਚਾਰ ਹੁੰਦੇ ਨੇ। ਇਸ ਸੰਦਰਭ ਦੇ ਵਿੱਚ ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਸੱਭਿਅਤਾਵਾਂ ਦੇ ਸੰਘਰਸ਼ ਦਾ ਜਿਹੜਾ ਸਿਧਾਂਤ ਆ ਰਿਹਾ, ਜਿਹੜਾ ਵਿਚਾਰ ਆ ਰਿਹਾ, ਉਹ ਅਮਰੀਕੀ ਵਿਦੇਸ਼ ਨੀਤੀ ਦਾ ਇੱਕ ਹਿੱਸਾ। ਸੰਯੋਗਵਾਸੀ ਜਿਹੜਾ ਇਹ ਸੱਭਿਅਤਾਵਾਂ ਦੇ ਸੰਘਰਸ਼ ਦਾ ਸਿਧਾਂਤ ਜਿਹੜਾ ਨਾਲ ਸੰਬੰਧ ਜਿਹੜਾ ਲੇਖ ਪ੍ਰਕਾਸ਼ਿਤ ਹੁੰਦਾ ਉਹ ਅਮਰੀਕਾ ਦੀ ਇੱਕ ਫੋਰਨ ਅਫੇਅਰਸ ਨਾਮ ਦੀ ਇੱਕ ਪੱਤਰਕਾ ਨਿਕਲਦੀ, ਉਹਦੇ ਵਿੱਚ ਛਪਦਾ, ਤੇ ਇਸੇ ਪੱਤਰਕਾ ਦੇ ਵਿੱਚ ਬਾਅਦ ਦੇ ਵਿੱਚ ਫੂਕੋਯਾਮਾ ਦਾ ਇਤਿਹਾਸ ਦਾ ਅੰਤ ਜਿਹੜਾ ਲੇਖ ਸੀ ਉਹ ਪ੍ਰਕਾਸ਼ਿਤ ਹੁੰਦਾ। ਹੁਣ ਸਾਡੇ ਸਾਹਮਣੇ ਸਵਾਲ ਇਹ ਆ ਕਿ ਅਜੋਕੇ ਸਮੇਂ 'ਚ ਜਦੋਂ ਸੱਭਿਅਤਾਵਾਂ ਦੇ ਸੰਘਰਸ਼ ਦੀ, ਸੱਭਿਅਤਾਵਾਂ ਦੇ ਵਿਚਕਾਰ ਆਪਸੀ ਟਕਰਾਅ ਦੀ ਜਿਹੜੀ ਲਲਕਾਰ ਆ, ਚੀਖ ਵਾਂਗ ਸਾਡੇ ਆਸੇ-ਪਾਸੇ ਸੁਣਾਈ ਦੇ ਰਹੀ ਆ, ਉਸ ਸਮੇਂ ਸੰਵਾਦ ਦੀ ਚਿੰਤਾ ਜ਼ਿਆਦਾ ਜ਼ਰੂਰੀ ਹੈ ਜਾਂ ਸੰਘਰਸ਼ ਦੀ ਚਿੰਤਾ ਜ਼ਿਆਦਾ ਜ਼ਰੂਰੀ ਹੈ? ਇਹ ਦੋ ਜਿਹੜੇ ਸਵਾਲ ਸਾਡੇ ਸਾਹਮਣੇ ਖੜੇ ਹੁੰਦੇ ਨੇ। ਤਾਂ ਸਾਡੀ ਜਿਹੜੀ ਮੱਧਕਾਲ ਵਿਚਲੀ ਸਾਡੀ ਜਿਹੜੀ ਬਹੁਲਤਾਵਾਦੀ ਸੰਸਕ੍ਰਿਤੀ ਹੈ, ਸਾਡੀ ਗੰਗਾ ਜਮਨੀ ਤਹਿਜ਼ੀਬ ਹੈ, ਉਹ ਅਸਲ ਦੇ ਵਿੱਚ ਸੰਵਾਦ ਦੀ ਬਾਤ ਪਾਉਂਦੀ ਹੈ। ਉਸੇ ਮੱਧਕਾਲੀ ਬਹੁਲਤਾਵਾਦੀ ਸੰਸਕ੍ਰਿਤੀ ਦੇ ਰੂਪ ਦੇ ਵਿੱਚ ਜਿਸ ਪ੍ਰਸੰਗ ਦੇ ਜਿਹੜੇ ਨਾਇਕ ਜੀ ਦੇ ਹੈਗੇ ਨੇ ਗੁਰੂ ਤੇਗ ਬਹਾਦਰ ਜੀ, ਉਸ ਪ੍ਰਸੰਗ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਉਸ ਬਾਰੇ ਜਿਹੜੀ ਸਮੁੱਚੀ ਸੰਵਾਦ ਦੀ ਪਰੰਪਰਾ, ਉਹਦੇ ਬਾਰੇ ਜਿਹੜੀ ਗੱਲਬਾਤ ਆ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਆਪਾਂ ਗੱਲ ਕਰਾਂਗੇ। ਮਸਲਨ ਗੁਰੂ ਨਾਨਕ ਦੇਵ ਜੀ ਦੇ ਇਸ ਸੰਵਾਦ ਦੀ ਪਰੰਪਰਾ ਬਾਰੇ ਕੀ ਕਹਿ ਰਹੇ ਨੇ? ਉਹ ਕਹਿੰਦੇ ਨੇ ਜਬ ਲਗ ਦੁਨੀਆ ਰਹੀਏ ਨਾਨਕ, ਕੁਝ ਸੁਣੀਏ ਕੁਝ ਕਹੀਏ ਨਾ। ਇਹ ਗੱਲ ਜਿਹੜੀ ਉਸ ਮੱਧਕਾਲੀ ਪਰੰਪਰਾ ਦੇ ਵਿੱਚੋਂ, ਜਾਂ ਉਸ ਤੋਂ ਪਹਿਲਾਂ ਹੀ ਅਸੀਂ ਗੱਲ ਕਰ ਲਈਏ, ਹੜੱਪਾ ਸੱਭਿਅਤਾ ਆਉਂਦੀ ਆ, ਮਿਹਰਗੜ੍ਹ ਦੀ ਸੱਭਿਅਤਾ ਉਸ ਤੋਂ ਪਹਿਲਾਂ ਅਸੀਂ ਗੱਲ ਕਰੀਏ, ਸ਼ੱਕ ਆਉਂਦੇ ਨੇ, ਹੂਣ ਆਉਂਦੇ ਨੇ, ਸੀਥੀਅਨ ਆਉਂਦੇ ਨੇ, ਵੱਖ-ਵੱਖ ਕੌਮਾਂ ਦੇ ਲੋਕ ਇਸ ਧਰਤੀ ਦੇ ਉੱਤੇ ਆਉਂਦੇ ਨੇ। ਇੱਥੇ ਜਿਹੜਾ ਸੱਭਿਆਚਾਰ ਕਾਇਮ ਹੁੰਦਾ ਉਹ ਆਪਸ ਦੇ ਵਿੱਚ ਮਿਸ਼ਰਤ ਸੱਭਿਆਚਾਰ ਸੀ, ਕੰਪੋਜਿਟ ਕਲਚਰ ਸੀ, ਜਿਹਨੇ ਮੱਧਕਾਲ ਦੇ ਵਿੱਚ, ਜੇ ਉਸ ਤੋਂ ਬਾਅਦ ਅਸੀਂ ਦੇਖੀਏ ਮੱਧਕਾਲ ਦੇ ਵਿੱਚ ਮੁਸਲਮਾਨ ਸ਼ਾਸਕ ਆਉਂਦੇ ਨੇ, ਮੁਸਲਿਮ ਸੱਭਿਅਤਾ ਆਉਂਦੀ ਆ, ਉਹਦੇ ਨਾਲ ਵੀ ਸਾਡੇ ਨਿਰੰਤਰ ਅਸੀਂ ਡਾਇਲੌਗ ਦੇ ਵਿੱਚ ਰਹਿੰਦੇ ਆ, ਉਹਦੇ ਵਿੱਚ ਵੀ ਸੱਭਿਅਤਾ ਦਾ ਆਦਾਨ ਪ੍ਰਦਾਨ ਜਿਹੜਾ ਇੱਕ ਦੂਜੇ ਤੋਂ ਹੁੰਦਾ। ਹੁਣ ਭਾਰਤੀ ਸਮਾਜ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਮੱਧਕਾਲ ਦੀ ਗੱਲ ਕਰਦੇ ਆ ਤਾਂ ਇੱਥੇ ਮੱਧਕਾਲ ਦਾ ਜਿਹੜਾ ਸਮਾਂ ਜਾਂ ਸਮਾਜ ਉਹਨਾਂ ਸੱਭਿਅਤਾਵਾਂ ਤੇ ਸੰਸਕ੍ਰਿਤੀ ਦੇ ਆਪਸ ਦੇ ਵਿੱਚ ਮਿਲਣ ਦਾ, ਟਕਰਾਉਣ ਦਾ ਤੇ ਇਸ ਪ੍ਰਕਿਰਿਆ ਦੇ ਵਿੱਚੋਂ ਕੁਝ ਨਵਾਂ ਸਿਰਜਣ ਦਾ ਸਮਾਂ। ਅੱਜ ਜਿਸ ਨੂੰ ਅਸੀਂ ਭਾਰਤੀ ਸੰਸਕ੍ਰਿਤੀ ਕਹਿ ਰਹੇ ਹਾਂ, ਜਿਸ ਨੂੰ ਅਸੀਂ ਭਾਰਤੀ ਸੱਭਿਆਚਾਰ ਕਹਿ ਰਹੇ ਹਾਂ, ਉਹ ਜ਼ਿਆਦਾਤਰ ਮੱਧਕਾਲ ਦੀਆਂ ਇਹਨਾਂ ਸੰਸਕ੍ਰਿਤਿਕ ਪ੍ਰਕਿਰਿਆਵਾਂ ਦੀ ਹੀ ਦੇਣ ਆ, ਜਿਸ ਦੇ ਵਿੱਚ ਜੇਕਰ ਦਵੰਦ ਹੈ ਤਾਂ ਉਹਦੇ ਵਿੱਚ ਇੱਕ ਨਵਾਂ ਵਿਕਾਸ ਵੀ ਸਾਨੂੰ ਦਿਖਾਈ ਦਿੰਦਾ। ਮਸਲਨ ਜੇ ਅਸੀਂ ਭਾਰਤੀ ਸੰਗੀਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਨਸੈਨ ਨੂੰ ਭੁੱਲ ਕੇ ਅਸੀਂ ਭਾਰਤੀ ਸੰਗੀਤ ਤੇ ਵਿਚਾਰ ਨਹੀਂ ਕਰ ਸਕਦੇ। ਜੇ ਅਸੀਂ ਭਵਨ ਨਿਰਮਾਣ ਕਲਾ ਦੀ ਗੱਲ ਕਰੀਏ ਤਾਂ ਅਸੀਂ ਤਾਜ ਮਹਿਲ ਨੂੰ ਕਿਵੇਂ ਭੁੱਲ ਸਕਦੇ ਹਾਂ? ਮਸਲਨ ਜੇ ਅਸੀਂ ਕਵਿਤਾ ਦੀ ਗੱਲ ਕਰੀਏ ਜਾਂ ਸਾਹਿਤ ਦੀ ਗੱਲ ਕਰੀਏ, ਕਬੀਰ ਦੇ ਨਾਲ ਨਾਲ ਸਾਨੂੰ ਤੁਲਸੀਦਾਸ, ਬੁੱਲੇ ਸ਼ਾਹ, ਗੁਰੂ ਨਾਨਕ, ਬਾਬਾ ਫਰੀਦ, ਵਾਰਿਸ ਸ਼ਾਹ, ਅਮੀਰ ਖੁਸਰੋ, ਸੂਰਦਾਸ, ਇਹਨਾਂ ਸਾਰੇ ਸਾਨੂੰ ਕਵੀਆਂ ਨੂੰ, ਸਾਹਿਤਕਾਰਾਂ ਨੂੰ ਯਾਦ ਕਰਨਾ ਜ਼ਰੂਰੀ ਹੋਏਗਾ। ਇਸੇ ਕਰਕੇ ਆਕਟੇਵੀਓ ਪਾਜ਼ ਇੱਕ ਦੁਨੀਆ ਦਾ ਜਿਹੜਾ ਬਹੁਤ ਵੱਡਾ ਚਿੰਤਕ ਆ, ਉਹ ਕਹਿੰਦਾ ਕਿ ਭਾਰਤ ਦੇ ਮੱਧਕਾਲ ਦੇ ਵਿੱਚ ਇੱਕ ਨਵੇਂ ਭਾਰਤ ਦਾ ਜਿਹੜਾ ਜਨਮ ਸੀ ਉਹ ਹੋ ਰਿਹਾ ਸੀ, ਤੇ ਇਸ ਨਵੇਂ ਭਾਰਤ ਦਾ ਜਨਮ ਜਿਹੜਾ ਹੈਗਾ ਉਹ ਬਹੁਲਤਾਵਾਦੀ ਸੰਸਕ੍ਰਿਤੀ ਤੇ ਗੰਗਾ ਜਮਨੀ ਤਹਿਜ਼ੀਬ ਦੇ ਰੂਪ ਦੇ ਵਿੱਚ ਮੱਧਕਾਲ ਦੇ ਵਿੱਚ ਹੋ ਰਿਹਾ ਸੀ। ਭਾਰਤ ਦੇ ਇਸ ਖਿੱਤੇ ਦੇ ਵਿੱਚ ਜਿਹੜੀ ਸਥਾਪਿਤ ਹੋ ਰਹੀ ਇਸ ਬਹੁਲਤਾਵਾਦੀ ਸੰਸਕ੍ਰਿਤੀ ਕਰਕੇ ਹੀ ਜਿਹੜਾ ਸਾਡਾ ਵੱਡਾ ਜਿਹੜਾ ਕਵੀ ਆ ਇੱਥੋਂ ਦਾ
ਅਮੀਰ ਖੁਸਰੋ ਇਹਨੂੰ ਹਿੰਦੁਸਤਾਨ ਨੂੰ ਈਡਨ ਆਫ ਗਾਰਡਨ ਦਾ ਨਾਂ ਦਿੰਦਾ। ਉਹ ਇੱਥੇ ਰਹਿਣਾ ਪਸੰਦ ਕਰਦਾ, ਉਹ ਇਸ ਨੂੰ ਆਦਮ ਦਾ ਨਿਵਾਸ ਸਮਝਦਾ। ਅਮੀਰ ਖੁਸਰੋ ਇਸ ਗੰਗਾ ਜਮਨੀ ਤਹਿਜੀਬ ਤੋਂ, ਇਸ ਸੱਭਿਅਤਾ ਤੋਂ ਆਪਣੇ ਆਪੇ ਨੂੰ ਵਾਰਨ ਦੀ ਗੱਲ ਕਰਦਾ। ਤਾਂ ਪੰਜਾਬ ਦੀ ਜਾਂ ਭਾਰਤ ਦੀ ਇਸ ਤਰੰਜਨੀ ਤਹਿਜੀਬ ਦੇ ਉੱਤੇ, ਇਸ ਤਰੰਜਨੀ ਸੱਭਿਆਚਾਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਅਸੀਂ ਮੁਸਲਮਾਨ ਮਰਦਾਨੇ ਨੂੰ, ਅਸੀਂ ਗੈਰ ਮੁਸਲਮ ਬਾਲੇ ਨੂੰ, ਸਿੱਖ ਗੁਰੂ ਨਾਨਕ ਦੇਵ ਜੀ ਨੂੰ ਇੱਕ ਸਾਥ ਬੈਠਾ ਹੋਇਆ ਅਸੀਂ ਦੇਖਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਵੱਖ-ਵੱਖ ਧਰਮਾਂ ਦੇ, ਜਾਤਾਂ ਦੇ, ਭਾਸ਼ਾਵਾਂ ਤੇ ਖਿੱਤਿਆਂ ਤੋਂ ਸ਼ਾਮਲ ਜਿਹੜੇ ਲੋਕ ਨੇ ਉਹਨਾਂ ਦੀ ਬਾਣੀ, ਜਿਹੜੀ ਬਹੁਲਤਾਵਾਦੀ ਸੰਸਕ੍ਰਿਤੀ ਤੇ ਗੰਗਾ ਜਮਨੀ ਦੀ ਤਹਿਜੀਬ ਦੀ ਖੂਬਸੂਰਤ ਉਦਾਹਰਣ ਹੈ, ਉਹ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੇਖਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਵਿਲੱਖਣ ਬਹੁਲਤਾਵਾਦੀ ਪ੍ਰਵਚਨ ਸਾਨੂੰ ਦਿਖਾਈ ਦਿੰਦਾ, ਜਿਸ ਵਿੱਚ ਭਿੰਨ-ਭਿੰਨ ਧਰਮਾਂ ਦੇ, ਭਿੰਨ-ਭਿੰਨ ਦਾਰਸ਼ਨਿਕ ਅਕੀਦਿਆਂ ਵਾਲੇ, ਵਿਭਿੰਨ ਸਮਾਜਿਕ, ਵਿਭਿੰਨ ਜਾਤੀਗਤ, ਸੱਭਿਆਚਾਰਕ ਤੇ ਇਲਾਕਾਈ ਭਾਸ਼ਾਈ ਪਿਛੋਕੜ ਵਾਲੇ ਸੰਤ ਭਗਤਾਂ ਤੇ ਸਿੱਖ ਗੁਰੂ ਸਾਹਿਬਾਨ ਦੀ ਜਿਹੜੀ ਸੂਫੀਆਂ ਦੀ ਬਾਣੀ ਸਾਨੂੰ ਮਿਲਦੀ ਹੈ। ਤੇ ਇਸ ਬਹੁਲਤਾਵਾਦੀ ਸੰਸਕ੍ਰਿਤੀ ਦੀ ਗੱਲ ਮੈਂ ਕਿਉਂ ਕਰ ਰਿਹਾ, ਅੱਜ ਦੇ ਸਮੇਂ ਦੇ ਵਿੱਚ ਉਹਦੀ ਕਿਉਂ ਲੋੜ ਆ, ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਦੇ ਨਾਲ ਕੀ ਜਿਹੜਾ ਸੰਬੰਧ ਰੱਖਦੇ ਨੇ, ਇਹਦੇ ਬਾਰੇ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ। ਤਾਂ ਇਸ ਬਹੁਲਤਾਵਾਦੀ ਸੰਸਕ੍ਰਿਤੀ ਦੇ ਸੰਦਰਭ ਦੇ ਵਿੱਚ ਅਸੀਂ ਜੇ ਪੰਜਾਬੀ ਸਾਹਿਤ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਉਹਦੇ ਵਿੱਚੋਂ ਸਾਨੂੰ ਵੱਡੀ ਪੱਧਰ ਤੇ ਜਿਹੜੀ ਕਵਿਤਾ ਜਾਂ ਜਿਹੜੀ ਬਾਣੀ ਹੈ ਉਹ ਲਿਖੀ ਹੋਈ ਸਾਨੂੰ ਮਿਲਦੀ ਹੈ। ਮਸਲਨ ਗੋਰਖਨਾਥ ਕੀ ਲਿਖਦਾ, ਹਿੰਦੂ ਧਿਆਵੇ ਦੇਹਰਾ, ਮੁਸਲਮਾਨ ਮਸੀਤ, ਜੋਗੀ ਧਿਆਵੇ ਪਰਮਪਦ, ਜਹਾਂ ਦੇਹਰਾ ਨਾ ਮਸੀਤ। ਨਾਮਦੇਵ ਜੀ ਕੀ ਲਿਖਦੇ ਨੇ, ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ, ਨਾਮਾ ਸੋਈ ਸੇਵਿਆ, ਜਹਾਂ ਦੇਹਰਾ ਨਾ ਮਸੀਤ। ਕਬੀਰ ਜੀ ਕੀ ਕਹਿੰਦੇ ਨੇ, ਹਮਾਰੇ ਰਾਮ ਰਹੀਮ ਕੈਸੋ, ਅੱਲਾ ਰਾਮ ਸਤ ਸੋਈ, ਬਿਸਮਤ ਭੇਟ ਬਸੰਬਰ ਏਕੇ, ਔਰ ਨਾ ਦੂਜਾ ਕੋਈ। ਗੁਰੂ ਨਾਨਕ ਦੇਵ ਜੀ ਜਦੋਂ ਜਿਹੜਾ ਵੇਈ ਨਦੀ ਦੇ ਵਿੱਚ ਤੋਂ ਬਾਹਰ ਆਉਂਦੇ ਨੇ, ਉਹ ਕੀ ਕਹਿੰਦੇ ਨੇ, ਨਾ ਕੋ ਹਿੰਦੂ ਨਾ ਮੁਸਲਮਾਨ ਦਾ ਜਿਹੜਾ ਹੋਕਾ ਉਹ ਦਿੰਦੇ ਨੇ। ਤਾਂ ਉਸ ਸਮੇਂ ਜਿਹੜਾ ਇੱਕ ਭਾਰੂ ਹੋ ਰਿਹਾ ਤਸਵੀ ਪ੍ਰਵਚਨ ਸੀ, ਜਿਹੜਾ ਕੱਟੜਤਾ ਸੀ ਉਸ ਸਮੇਂ ਜਿਹੜੀ ਭਾਰੂ ਹੋ ਰਹੀ ਸੀ, ਉਹਨੂੰ ਵੰਗਾਰਨ ਦੇ ਲਈ ਤੇ ਉਹ ਤੋਂ ਨਾਬਰ ਹੋਣ ਦੇ ਲਈ 12ਵੀਂ ਸਦੀ ਦੇ ਵਿੱਚ ਸਾਡੇ ਪਹਿਲੇ ਸੂਫੀ ਸ਼ਾਇਰ ਬਾਬਾ ਫਰੀਦ ਆਪਣੀ ਬਾਣੀ ਦੇ ਵਿੱਚ, ਆਪਣੀ ਕਵਿਤਾ ਦੇ ਵਿੱਚ ਕੀ ਕਹਿੰਦੇ ਨੇ, ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁਰਵਤ, ਬਾਹਰ ਦਿਸੇ ਚਾਨਣਾ ਤਿਲ ਅੰਧਿਆਰੀ ਦਾ। ਤਾਂ ਇਸ ਨੂੰ ਅੱਗੇ ਤੋਰਦੇ ਹੋ ਸਾਡੇ ਬਾਕੀ ਸੂਫੀ ਕਵੀ ਵਾਂਗ ਬੁੱਲੇ ਸ਼ਾਹ ਵੀ ਧਾਰਮਿਕ ਕੱਟੜਤਾ ਨੂੰ ਤੇ ਕਹਿ ਰਹੇ ਜਿਹੜੇ ਇੱਕ ਕੇਂਦਰਵਾਦੀ ਪ੍ਰਵਚਨ ਜਿਹੜਾ ਉਸ ਸਮੇਂ ਭਾਰੂ ਹੋ ਰਿਹਾ ਸੀ, ਉਹਦੀ ਥਾਂ ਵਿਭਿੰਨਤਾ ਦੀ ਗੱਲ ਕਰਦੇ ਨੇ, ਉਹਦੀ ਥਾਂ ਅਨੇਕਤਾ ਦੀ ਗੱਲ ਕਰਦੇ ਨੇ, ਉਹਦੀ ਥਾਂ ਬਹੁਲਤਾਵਾਦੀ ਪ੍ਰਵਚਨ ਦੀ ਗੱਲ ਕਰਦੇ ਨੇ। ਮਸਲਨ ਬੁੱਲੇ ਸ਼ਾਹ ਕੀ ਲਿਖ ਰਿਹਾ, ਹਿੰਦੂ ਨਹੀਂ ਮੁਸਲਮਾਨ ਬਈਏ ਤਰੰਜਨ ਤਾਜ ਅਭਿਮਾਨ, ਸੁन्नी ਨਾ ਨਹੀਂ ਹਮ ਸ਼ੀਆ, ਸ਼ੁਲਾ ਕੁਲ ਕਾ ਮਾਰਗੀ। ਜੇ ਆਪਾਂ ਗੱਲ ਕਰੀਏ ਸ਼ਾਹ ਹੁਸੈਨ ਦੀ, ਸ਼ਾਹ ਹੁਸੈਨ ਪ੍ਰੇਮ ਝਰੋਖੇ ਦੀ ਗੱਲ ਕਰ ਰਿਹਾ ਆਪਣੀ ਕਵਿਤਾ ਦੇ ਵਿੱਚ, ਬੁੱਲੇ ਸ਼ਾਹ ਪ੍ਰੇਮ ਨਗਰ ਦੀ ਗੱਲ ਕਰ ਰਿਹਾ, ਰਵਿਦਾਸ ਬੇਗਮਪੁਰੇ ਦੇ ਮਾਡਲ ਦੀ ਗੱਲ ਕਰ ਰਿਹਾ। ਇਸ ਤਰ੍ਹਾਂ ਸਾਰੇ ਸਾਡੇ ਕਵੀ ਇੱਕ ਜਿਹੜੀ ਤਰੰਜਨੀ ਸੱਭਿਆਚਾਰ ਹੈ, ਇੱਕ ਗੰਗਾ ਜਮਨੀ ਤਹਿਜ਼ੀਬ ਆ, ਉਹਦੀ ਗੱਲ ਜਿਹੜੀ ਕਰ ਰਹੇ ਨੇ, ਤੇ ਇਹ ਸਾਰੇ ਮੈਟਾਫਰ ਉਹਨਾਂ ਦੇ ਇਸ ਨਾਲ ਸੰਬੰਧਿਤ ਨੇ। ਮਸਲਨ 19ਵੀਂ ਸਦੀ ਦੇ ਵਿੱਚ ਆ ਕੇ ਪੰਜਾਬੀ ਦੀ ਪਹਿਲੀ ਔਰਤ ਕਵਿਤਰੀ ਜਿਹਨੂੰ ਪੀਰੋ ਦੇ ਨਾਮ ਨਾਲ ਅਸੀਂ ਜਾਣਦੇ ਹਾਂ, ਉਹ ਵੀ ਪੰਜਾਬ ਦੇ ਇਸ ਬਹੁਲਤਾਵਾਦੀ ਪ੍ਰਵਚਨ ਦੀ ਗੱਲ ਕਰ ਰਹੀ ਆ। ਉਹ ਕੀ ਕਹਿੰਦੀ ਹੈ, ਨਾ ਮੈਂ ਮੁਸਲਮਾਨਣੀ ਨਾ ਹਿੰਦੂ ਹੋਸਾਂ, ਨਾ ਮੈਂ ਵਰਨ ਆਸ਼ਰਮਾ ਮੋ ਨਾ ਭੇਗ ਰਖੋਸਾਂ। ਤਾਂ ਹਿੰਦੂ ਤੇ ਮੁਸਲਮਾਨ ਦੇ ਇੱਕ ਕੇਂਦਰੀ ਪ੍ਰਵਚਨ ਦੀਆਂ ਸਰਹੱਦਾਂ ਦੇ ਵਿਚਕਾਰ ਇੱਕ ਅਜਿਹਾ ਧਰਾਤਲ ਸਾਨੂੰ ਪੰਜਾਬ ਦੇ ਵਿੱਚ ਦਿਖਾਈ ਦਿੰਦਾ, ਜਿਸ ਨੂੰ ਅਸੀਂ ਦਹਲੀਜੀ ਧਰਾਤਲ ਵੀ ਕਹਿੰਦੇ ਆ, ਜਿਹਨੂੰ ਅਸੀਂ ਬਹੁਲਤਾਵਾਦੀ ਧਰਾਤਲ ਵੀ ਕਹਿੰਦੇ ਆ, ਜਿਸ ਦੀ ਝਲਕ ਸਾਨੂੰ ਲੋਕ ਸਾਹਿਤ ਦੇ ਵਿੱਚੋਂ, ਪੰਜਾਬੀ ਦੇ ਵਿੱਚੋਂ ਵੀ ਮਿਲਦੀ ਆ। ਮਸਲਨ ਸਾਡੇ ਲੋਕ ਸਾਹਿਤ ਦੇ ਵਿੱਚ ਇੱਕ ਬੋਲੀ ਆ, ਉਹ ਬੋਲੀ ਕੀ ਆ, ਦੇਵੀ ਦੀ ਮੈਂ ਕਰਾਂ ਕੜਾਹੀ, ਪੀਰ ਫਕੀਰ ਧਿਆਵਾਂ, ਹੈਦਰ ਸ਼ੇਖ ਦਾ ਦੇਵਾਂ ਬੱਕਰਾ, ਨੰਗੇ ਪੈਰੀ ਜਾਵਾਂ, ਹਨੂਮਾਨ ਦੀ ਦੇਵਾਂ ਮੰਨੀ, ਰੱਤੀ ਫਰਕ ਨਾ ਪਾਵਾਂ, ਜੇ ਸੁਰਮਾ ਤੂੰ ਬਣ ਜਾਏ ਮਿਲਣੇ, ਨਾ ਲੈ ਕੇ ਅੱਖਾਂ ਵਿੱਚ ਪਾਵਾਂ। ਪ੍ਰੋਫੈਸਰ ਪੂਰਨ ਸਿੰਘ ਕੀ ਕਹਿੰਦਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ। ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਮੱਧਕਾਲ ਦੇ ਸਮੇਂ ਜਿਹੜੀ ਕੱਟੜਤਾਵਾਦ ਦੇ ਨਾਲ ਉਦਾਰ ਮਾਨਵਤਾਵਾਦ ਦੇ ਟਕਰਾਉਣ ਦਾ ਜਿਹੜਾ ਸਮਾਂ ਉਹ ਸਾਨੂੰ ਮੱਧਕਾਲ ਦੇ ਵਿੱਚ ਦਿਖਾਈ ਦਿੰਦਾ। ਸੋ ਧਾਰਮਿਕ ਕੱਟੜਤਾ ਜਾਂ ਇੱਕ ਕੇਂਦਰਵਾਦੀ ਪ੍ਰਵਚਨ ਦੇ ਖਿਲਾਫ ਸਾਡੀ ਗੰਗਾ ਜਮਨੀ ਤਹਿਜ਼ੀਬ ਆ, ਜਿਹੜੀ ਸਾਡੀ ਬਹੁਲਤਾਵਾਦੀ ਸੰਸਕ੍ਰਿਤੀ ਦੇ ਜਿਹੜੇ ਸਾਡੇ ਅਲੰਬਰਦਾਰ ਨੇ, ਉਹ ਸਾਡੇ ਸਾਧੂ ਨੇ, ਸਾਡੇ ਸੰਤ ਨੇ, ਸਾਡੇ ਸੂਫੀ ਨੇ, ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਕਿੱਸਾਕਾਰ ਨੇ। ਤਾਂ ਇਸ ਸਮੇਂ ਅਸੀਂ ਦੇਖਦੇ ਹਾਂ ਕਿ ਇਸੇ ਸਮੇਂ ਮੱਧਕਾਲ ਦੇ ਸਮੇਂ ਸਾਈਂ ਮੀਆਂ ਮੀਰ ਨੇ ਸਾਡੇ ਕੋਲੇ, ਦਾਰਾ ਸ਼ਕੋਹ ਆ, ਅਬੁਲ ਫਜ਼ਲ ਫੈਜ਼ੀ ਹੈ, ਇੱਥੋਂ ਤੱਕ ਕਿ ਔਰੰਗਜ਼ੇਬ ਦੇ ਸਮੇਂ ਵੀ, ਜਿਹਨੂੰ ਅਸੀਂ ਬੜਾ ਕੱਟੜ ਸਮਝਦੇ ਹਾਂ, ਉਸ ਸਮੇਂ ਵੀ ਭਾਰਤੀ ਧਰਮਾਂ ਤੇ ਭਾਰਤ ਦੇ ਦਾਰਸ਼ਨਿਕ ਪੱਧਤੀਆਂ ਦੇ ਉੱਤੇ ਦੇ ਅਧਿਐਨ ਵੱਲ ਸਾਡੇ ਜਿਹੜੇ ਦਾਰਸ਼ਨਿਕ ਨੇ ਉਹ ਰੁਚਿਤ ਰਹੇ ਨੇ, ਤੇ ਇਹਨਾਂ ਦਾ ਪ੍ਰਭਾਵ ਵੀ ਉਹਨਾਂ ਦੇ ਉੱਤੇ ਝਲਕਦਾ। ਹੁਣ ਅੱਗੇ ਸਵਾਲ ਜਿਹੜਾ ਇਹ ਬਣਦਾ, ਮੈਂ ਇਸ ਦਾ ਜ਼ਿਕਰ ਕਿਉਂ ਕੀਤਾ, ਕਿਉਂਕਿ ਜਦੋਂ ਅਸੀਂ ਮੱਧਕਾਲ ਨੂੰ ਸਮਝਦੇ ਹਾਂ ਤਾਂ ਅਸੀਂ ਇਕਹਿਰੇ ਰੂਪ ਦੇ ਵਿੱਚ ਮੱਧਕਾਲ ਨੂੰ ਸਮਝਦੇ ਹਾਂ।
ਸਾਡੀ ਸੋਚ ਆ ਸਾਡੀ ਵਿਚਾਰਧਾਰਾ, ਜਾਂ ਖਾਸ ਤੌਰ ਤੇ ਮੈਂ ਸਾਡੇ ਕਾਲਜਾਂ ਦੇ ਵਿੱਚ ਵੀ ਦੇਖਿਆ ਕਿ ਟੀਚਰ ਜਦੋਂ ਮੱਧਕਾਲ ਦੀ ਕਵਿਤਾ ਨੂੰ ਪੜ੍ਹਾਉਂਦੇ ਨੇ ਜਾਂ ਮੱਧਕਾਲ ਦੇ ਵਿੱਚ ਜਿਹੜੀ ਰਚਨਾ ਰਚੀ ਗਈ ਉਹਨੂੰ ਪੜ੍ਹਾਉਂਦੇ ਨੇ, ਉਹ ਬੜਾ ਸੀਮਤ ਦਾਇਰਾ ਰੱਖ ਦਿੰਦੇ ਨੇ ਮੱਧਕਾਲ ਦਾ। ਸਾਨੂੰ ਜੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਸਮਝਣਾ, ਗੁਰੂ ਅਰਜਨ ਦੇਵ ਜੀ ਨੂੰ ਸਮਝਣਾ, ਗੁਰੂ ਨਾਨਕ ਦੇਵ ਜੀ ਨੂੰ ਸਮਝਣਾ, ਜਾਂ ਸਮੁੱਚੀ ਮੱਧਕਾਲ ਦੀ ਕਵਿਤਾ ਨੂੰ ਸਮਝਣਾ, ਤਾਂ ਸਾਨੂੰ ਸਾਡੇ ਮੱਧਕਾਲ ਦਾ ਜਿਹੜਾ ਤੱਤ ਸਾਰ ਆ ਉਹਨੂੰ ਸਮਝਣਾ ਪਵੇਗਾ। ਸਾਨੂੰ ਜਿਹੜੀ ਮੱਧਕਾਲ ਦੀ ਓਰੀਐਂਟਲ ਵਿਆਖਿਆ ਹੋ ਚੁੱਕੀ ਆ, ਉਹ ਤੋਂ ਪਾਰ ਜਾ ਕੇ ਸਾਨੂੰ ਮੱਧਕਾਲ ਦੀਆਂ ਜਿਹੜੀਆਂ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਪਰਿਸਥਿਤੀਆਂ ਨੇ, ਉਹਨਾਂ ਦੇ ਵਿੱਚੋਂ ਸਾਨੂੰ ਉਹ ਮੱਧਕਾਲ ਦੀ ਕਵਿਤਾ ਨੂੰ ਸਮਝਣਾ ਪਵੇਗਾ। ਹੁਣ ਮਸਲਨ ਅਸੀਂ ਕੀ ਆ ਕਿ ਅੰਗਰੇਜ਼ ਇੱਥੇ ਕਾਬਜ ਹੁੰਦੇ ਨੇ, ਅੰਗਰੇਜ਼ ਕਾਬਜ ਹੋ ਕੇ ਇੱਥੋਂ ਦੇ ਮੱਧਕਾਲ ਦੀ ਵਿਆਖਿਆ ਆਪਣੀ ਹਿੱਤਾਂ ਦੇ ਅਨੁਸਾਰ ਕਰਦੇ ਨੇ। ਉਹ ਇੱਥੋਂ ਦੇ ਧਰਮ ਦੀ, ਇੱਥੋਂ ਦੇ ਇਤਿਹਾਸ ਦੀ, ਇੱਥੋਂ ਦੀ ਦਾਰਸ਼ਨਿਕਤਾ ਦੀ ਜਿਹੜੀ ਆਪਣੀ ਬਸਤੀਵਾਦੀ ਹਿੱਤਾਂ ਦੇ ਅਨੁਕੂਲ ਵਿਆਖਿਆ ਕਰਕੇ ਸਾਡੇ ਸਾਹਮਣੇ ਪੇਸ਼ ਕਰਦੇ ਨੇ। ਇੱਥੋਂ ਤੱਕ ਕਿ ਮਾਰਕਸ ਵੀ ਜਿਹੜਾ ਭਾਰਤ ਦੇ ਸੰਦਰਭ ਦੇ ਵਿੱਚ ਧਰਮ ਦਾ ਜਿਹੜਾ ਰੋਲ ਰਿਹਾ, ਉਹਨੂੰ ਸਹੀ ਤਰੀਕੇ ਦੇ ਨਾਲ ਨਹੀਂ ਸਮਝ ਪਾਇਆ। ਜਿਵੇਂ ਅਸੀਂ ਕਹਿੰਦੇ ਕਿ ਪੱਛਮ ਦੇ ਵਿੱਚ ਕਾਲਖੰਡ ਪੱਖੋਂ ਜਿਹੜਾ ਮੱਧਕਾਲ ਆ, ਉਹ ਬੌਧਿਕ ਹਨੇਰੇ ਦੇ ਕਾਲ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ। ਉਸ ਨੂੰ ਉਹ ਅੰਧਕਾਰ ਯੁੱਗ ਦੇ ਨਾਮ ਨਾਲ ਦੇਖਦੇ ਆ। ਉਹ ਉਸੇ ਆਪਣੇ ਮੱਧਕਾਲ ਨੂੰ ਸਾਡੇ ਮੱਧਕਾਲ ਦੇ ਉੱਤੇ ਥੋਪਦੇ ਨੇ, ਜਦਕਿ ਜਿਹੜਾ ਸਾਡਾ, ਕਿਉਂਕਿ ਉਹਨਾਂ ਦਾ ਮੱਧਕਾਲ ਕੇਵਲ ਪਾਰਲੌਕਿਕ ਮਸਲਿਆਂ ਤੱਕ ਸੀਮਿਤ ਸੀ। ਜਦੋਂ ਅਸੀਂ ਭਾਰਤੀ ਸੰਦਰਭ ਦੇ ਵਿੱਚ ਮੱਧਕਾਲ ਨੂੰ ਦੇਖਦੇ ਹਾਂ, ਤਾਂ ਭਾਰਤੀ ਸੰਦਰਭ ਦੇ ਵਿੱਚ ਅਸੀਂ ਧਰਮ ਦੀ ਭੂਮਿਕਾ ਨੂੰ ਦੇਖਦੇ ਹਾਂ। ਤਾਂ ਇੱਥੇ ਜਿਹੜਾ ਧਰਮ ਹੈਗਾ, ਉਹ ਕਦੇ ਵੀ ਮਨੁੱਖ ਦੇ ਸਮਾਜਿਕ ਮਸਲਿਆਂ ਤੋਂ, ਕਦੇ ਵੀ ਮਨੁੱਖ ਦੇ ਮਨੋਵਿਗਿਆਨਕ ਮਸਲਿਆਂ ਤੋਂ, ਕਦੇ ਵੀ ਮਨੁੱਖ ਦੇ ਆਰਥਿਕ ਮਸਲਿਆਂ ਤੋਂ, ਤੇ ਕਦੇ ਵੀ ਮਨੁੱਖ ਦੇ ਮਨੁੱਖੀ ਹੋਂਦ ਨਾਲ ਜੁੜੇ ਹੋਏ ਜਿਹੜੇ ਸਦਾਕਾਲੀ ਮਸਲੇ ਨੇ, ਉਹਨਾਂ ਤੋਂ ਪਾਸੇ ਨਹੀਂ ਹਟਿਆ, ਸਦਾ ਉਹਨਾਂ ਨੂੰ ਮੁਖਾਤਬ ਰਿਹਾ। ਇਸ ਕਰਕੇ ਜਿਹੜਾ ਭਾਰਤੀ ਸੰਦਰਭ ਦੇ ਵਿੱਚ ਜਿਹੜਾ ਧਰਮ ਹੈ, ਉਹ ਧਰਮ ਹਮੇਸ਼ਾ ਪਾਰਲੌਕਿਕਤਾ ਦੇ ਨਾਲ ਨਾਲ ਸਾਡੇ ਲੌਕਿਕ ਮਸਲਿਆਂ ਦੇ ਨੇੜੇ ਰਿਹਾ, ਸਾਡੇ ਲੌਕਿਕ ਮਸਲਿਆਂ ਨੂੰ ਮੁਖਾਤਬ ਰਿਹਾ। ਇਸ ਕਰਕੇ ਸਾਡੇ ਲੌਕਿਕ ਮਸਲਿਆਂ ਦੀ ਉਹ ਹਮੇਸ਼ਾ ਗੱਲ ਕਰਦਾ ਰਿਹਾ। ਤਾਂ ਭਾਰਤੀ ਦਰਸ਼ਨ ਪਰੰਪਰਾ ਦੇ ਵਿੱਚ ਵੀ ਜਦੋਂ ਅਸੀਂ ਦਾਰਸ਼ਨਿਕ ਸਕੂਲਾਂ ਦੇ ਵਿੱਚ ਵੀ ਅਸੀਂ ਦੇਖੀਏ, ਤਾਂ ਉਸ ਸਮੇਂ ਜਿਹੜੇ ਪੈਦਾ ਹੋਏ ਸਕੂਲ ਨੇ, ਭਾਵੇਂ ਉਹ ਚਾਰਵਾਕ ਆ, ਭਾਵੇਂ ਉਹ ਸਿੱਧਨਾਥ ਨੇ, ਭਾਵੇਂ ਉਹ ਸਾਡੇ ਜਿਹੜੀ ਸੂਫੀ ਲਹਿਰ ਆ, ਭਗਤੀ ਲਹਿਰ ਆ, ਜਾਂ ਗੁਰਮਤ ਲਹਿਰ ਆ, ਇਹਨਾਂ ਨੇ ਸਦਾ ਮਨੁੱਖ ਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਸਦਾਕਾਲੀ ਤੇ ਉਹਦੇ ਅਸਤਿਤਵ ਮੂਲਕ ਪ੍ਰਸ਼ਨ ਨੇ, ਉਹਨਾਂ ਦੀ ਗੱਲ ਆਪਣੀ ਜਿਹੜੇ ਸਾਹਿਤ ਦੇ ਹਵਾਲੇ ਦੇ ਨਾਲ ਕੀਤੀ ਆ। ਤਾਂ ਮੱਧਕਾਲ ਵਿੱਚ ਦੀਆਂ ਜਿਹੜੀਆਂ ਸਾਰੀਆਂ ਲਹਿਰਾਂ ਨੇ, ਤੇ ਇਹਨਾਂ ਦਾ ਜਿਹੜਾ ਸਾਹਿਤ ਆ, ਉਹ ਆਪਣੇ ਦੌਰ ਦੇ ਵਿੱਚ ਸਮਾਜਿਕ, ਰਾਜਸੀ, ਆਰਥਿਕ ਤੇ ਨੈਤਿਕ ਸਵਾਲਾਂ ਦੇ ਮੁਖਾਤਬ ਰਿਹਾ। ਉਹਨਾਂ ਦੇ ਨਾਲ ਹਮੇਸ਼ਾ ਦਸਤ ਪੰਜਾ ਲੈਂਦਾ ਰਿਹਾ ਉਸ ਸਮੇਂ ਦੇ ਅਨੁਸਾਰ। ਤੇ ਇਸ ਕਰਕੇ ਮੱਧਕਾਲ ਦੀਆਂ ਜਿਹੜੀਆਂ ਸਾਨੂੰ ਇਹ ਧਾਰਮਿਕ ਦਿੱਖ ਵਾਲੀਆਂ ਜਿਹੜੀਆਂ ਲਹਿਰਾਂ ਸਾਨੂੰ ਪ੍ਰਤੀਤ ਹੁੰਦੀਆਂ ਨੇ, ਇਹ ਅਸਲ ਦੇ ਵਿੱਚ ਉਸ ਸਮੇਂ ਦੀਆਂ ਵਿਦਰੋਹੀ ਲਹਿਰਾਂ ਨੇ, ਉਸ ਸਮੇਂ ਦੀਆਂ ਪ੍ਰਤੀਰੋਧੀ ਲਹਿਰਾਂ ਨੇ, ਜਿਹੜੀਆਂ ਉਸ ਸਮੇਂ ਦੀ ਜਿਹੜੀ ਸੱਤਾ ਦੇ ਵਿੱਚ ਬੈਠਾ ਹੋਇਆ ਹਾਕਮ ਆ, ਜਾਂ ਧਰਮ ਦੇ ਕੇਂਦਰ ਦੇ ਵਿੱਚ ਬੈਠੇ ਹੋਏ ਲੋਕ ਨੇ, ਉਹਨਾਂ ਦੇ ਨਾਲ ਜਿਹੜਾ ਟੱਕਰਾ ਉਹ ਲੈ ਰਹੀਆਂ। ਤੇ ਇਸ ਕਰਕੇ ਗੁਰਮਤ ਜਾਂ ਸੂਫੀ ਲਹਿਰਾਂ ਜਿਹੜੀਆਂ ਭਾਰਤੀ ਦਰਸ਼ਨ, ਭਾਰਤੀ ਧਰਮ, ਸੱਭਿਆਚਾਰ, ਸਾਹਿਤ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀਆਂ ਜਿਹੜੀਆਂ ਕ੍ਰਾਂਤੀਕਾਰੀ ਲਹਿਰਾਂ ਨੇ। ਤੇ ਇਹਨਾਂ ਨਾਲ ਸਾਮੰਤਵਾਦ ਦੇ ਖਿਲਾਫ ਲੋਕ ਸੱਭਿਆਚਾਰ ਦੇ ਉਭਾਰ ਦਾ ਇੱਕ ਨਵਾਂ ਦੌਰ ਆ, ਉਹ ਮੱਧਕਾਲ ਦੇ ਵਿੱਚ ਸਾਨੂੰ ਸ਼ੁਰੂ ਹੁੰਦਾ ਦਿਖਾਈ ਦਿੰਦਾ। ਇਹਨਾਂ ਲਹਿਰਾਂ ਨੇ ਮਾਨਸ ਖਾਣੀ ਜਿਹੜੀ ਸਾਮੰਤਸ਼ਾਹੀ ਸੀ ਤੇ ਮਨੁੱਖੀ ਆਦਰਸ਼ਾਂ ਤੋਂ ਥਿੜਕ ਚੁੱਕਿਆ ਜਿਹੜਾ ਪੁਜਾਰੀ ਵਰਗ ਸੀ, ਉਹਨਾਂ ਦੁਆਰਾ ਸਿਰਜਿਆ ਹੋਇਆ ਜਿਹੜਾ ਜਨ ਵਿਰੋਧੀ ਜਿਹੜਾ ਪਲੀਨ ਸੱਭਿਆਚਾਰ ਸੀ, ਉਹਨੂੰ ਕੇਵਲ ਨਕਾਰਿਆ ਹੀ ਨਹੀਂ, ਸਗੋਂ ਇਹਦੇ ਪੈਰਲਲ ਇੱਕ ਨਿਆਂਪੂਰਕ, ਇੱਕ ਸਮਤਾ ਮੂਲਕ ਸੱਭਿਆਚਾਰ ਦੀ ਜਿਹੜੀ ਸਿਰਜਣਾ ਮੱਧਕਾਲ ਦੇ ਵਿੱਚ ਸਾਨੂੰ ਕੀਤੀ ਦਿਖਾਈ ਦਿੰਦੀ ਹੈ। ਇਹ ਲਹਿਰਾਂ ਜਿਹੜੀਆਂ ਹੈਗੀਆਂ ਨੇ, ਇਸ ਸੰਸਾਰ ਨੂੰ, ਇਸ ਧਰਤੀ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਆ ਜਿਹੜੀਆਂ ਉਹ ਲਗਾਤਾਰ ਕਰ ਰਹੀਆਂ ਨੇ। ਪਰ ਸਾਡੇ ਜਿਹੜੇ ਗੁਰਬਾਣੀ ਦੇ ਜਿਹੜੇ ਓਰੀਐਂਟਲ ਵਿਆਖਿਆਕਾਰ ਨੇ, ਜਿਨ੍ਹਾਂ ਦੇ ਵਿੱਚ ਭਾਈ ਜੋਧ ਸਿੰਘ ਵਰਗਿਆਂ ਦੀ ਜਾਂ ਭਾਈ ਸਾਹਿਬ ਸਿੰਘ ਵਰਗਿਆਂ ਦੀ ਪੀੜ੍ਹੀ ਆ ਜਾਂਦੀ ਆ, ਉਹ ਸਾਡੀ ਅਧਿਆਤਮਿਕਤਾ ਨੂੰ ਪਾਰਲੌਕਿਕਤਾ ਦੇ ਨਾਲ ਹੀ ਜੋੜਦੇ ਰਹੇ, ਜਦ ਕਿ ਉਹਨਾਂ ਅਧਿਆਤਮਿਕਤਾ ਦੀ, ਸਮਾਜਿਕਤਾ ਦੀ ਗੱਲ ਬਿਲਕੁਲ ਨਹੀਂ ਕੀਤੀ, ਬਲਕਿ ਅਧਿਆਤਮਿਕਤਾ ਦੀ ਸਮਾਜਿਕਤਾ ਆਪਣੀ ਹੁੰਦੀ ਆ, ਅਧਿਆਤਮਿਕਤਾ ਦੀ ਵੀ ਆਪਣੀ ਸਮਾਜਿਕਤਾ ਹੁੰਦੀ ਆ। ਕਿ ਗੁਰੂ ਜੀ, ਜੇ ਅਸੀਂ ਗੱਲ ਕਰੀਏ ਗੁਰੂ ਜੀ ਬ੍ਰਹਮ ਦੀ ਗੱਲ ਕਰ ਰਹੇ ਨੇ, ਤਾਂ ਉਸ ਦੇ ਵਿੱਚੋਂ ਵੀ ਸਾਨੂੰ ਸਮਾਜਿਕਤਾ ਗਾਇਬ ਹੁੰਦੀ, ਸਾਨੂੰ ਸਮਾਜਿਕਤਾ ਪਾਸੇ ਹੁੰਦੀ ਦਿਖਾਈ ਨਹੀਂ ਦਿੰਦੀ। ਮਤਲਬ ਗੁਰਬਾਣੀ ਦੇ ਵਿੱਚ ਕੀ ਆਉਂਦਾ, ਜੋ ਬ੍ਰਹਮੰਡੇ ਸੋਈ ਪਿੰਡੇ, ਜਾਂ ਬੰਦੇ ਤੇ ਰੱਬ ਦੀ ਜਾਤ ਨੂੰ ਗੁਰੂ ਸਾਹਿਬਾਨ ਜਾਂ ਸਾਡੇ ਮੱਧਕਾਲੀ ਸੂਫੀ ਕਵੀ ਉਹ ਇੱਕ ਮੰਨ ਕੇ ਚੱਲਦੇ ਨੇ। ਤਾਂ ਇਸ ਕਰਕੇ ਮੱਧਕਾਲ ਦੀਆਂ ਜਿਹੜੀਆਂ ਲਹਿਰਾਂ ਸੀ, ਇਹ ਅਸਲ ਦੇ ਵਿੱਚ ਸਮਾਂਤੀ ਦਮਨ ਜਿਹੜਾ ਉਸ ਸਮੇਂ ਹੋ ਰਿਹਾ ਸੀ, ਉਸ ਸਮੇਂ ਜਿਹੜੀ ਲੁੱਟ ਹੋ ਰਹੀ ਸੀ, ਉਹਦੇ ਮੁਕਾਬਲੇ ਇੱਕ ਨਿਆਂਕਾਰੀ ਤੇ ਇੱਕ ਬਹੁਲਤਾਵਾਦੀ ਸਮਾਜ ਤੇ ਆਤਮਿਕ ਤੌਰ ਤੇ ਉਚੇਰੇ ਮਾਨਵੀ ਆਦਰਸ਼ਾਂ ਨੂੰ ਜਿਹੜੇ ਪ੍ਰਣਾਏ ਹੋਏ ਮਨੁੱਖ ਦੀ ਸਿਰਜਣਾ ਦਾ ਸਾਡੇ ਸਾਹਮਣੇ ਮਾਡਲ ਪੇਸ਼ ਕਰਦੀਆਂ ਨੇ, ਜਿਸ ਕਾਰਨ ਮੱਧਕਾਲ ਜਿਹੜਾ ਹੈਗਾ ਆਮ ਲੋਕਾਂ ਦਾ ਜਿਹੜਾ ਮਨੁੱਖੀ ਸਿਰਜਣਾ
ਤੇ ਮਨੁੱਖੀ ਸਮਰੱਥਾ ਦੇ ਵਿੱਚ ਮੱਧਕਾਲ ਦੇ ਸਮੇਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵੱਧਦਾ, ਤੇ ਇਸ ਦੇ ਨਾਲ ਮਨੁੱਖ ਦੀ ਸ਼ਕਤੀ, ਮਨੁੱਖ ਦਾ ਸਸ਼ਕਤੀਕਰਨ ਤੇ ਮਨੁੱਖ ਦੀ ਸਿਰਜਣਾਤਮਕਤਾ ਦੇ ਅਸਲੋਂ ਨਵੇਂ ਆਯਾਮ ਜਿਹੜੇ ਸਾਡੇ ਸਾਹਮਣੇ ਦਿਖਾਈ ਦਿੰਦੇ ਨੇ। ਮਸਲਨ ਜੇ ਗੁਰਬਾਣੀ ਦੇ ਹਵਾਲੇ ਦੇ ਨਾਲ ਮੈਂ ਗੱਲ ਕਰਾਂ, ਗੁਰੂ ਜੀ ਇਸ ਨੂੰ ਕਿਸੇ ਤਰੀਕੇ ਨਾਲ ਪੇਸ਼ ਕਰ ਰਹੇ ਨੇ। ਇਸ ਸਮੇਂ ਮਨੁੱਖ ਦੀ ਸਿਰਜਣਾਤਮਕਤਾ ਦੇ, ਮਨੁੱਖੀ ਸਮਰੱਥਾ ਦੇ ਤੇ ਮਨੁੱਖ ਦੀ ਸ਼ਕਤੀ ਦੇ ਵਿੱਚ ਕਿਵੇਂ ਜਿਹੜਾ ਵਾਧਾ ਹੋ ਰਿਹਾ, ਕਿਵੇਂ ਨਵੇਂ ਆਯਾਮ ਸਾਹਮਣੇ ਆ ਰਿਹਾ। ਗੁਰੂ ਜੀ ਕੀ ਕਹਿ ਰਹੇ ਨੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਖ ਸੰਤਾਪੇ, ਹਮ ਨੀਚ ਸੇ ਉੱਤਮ ਭਏ ਹਰ ਕੀ ਸਰਨਾਈ, ਪਾਥਰ ਡੁੱਬਤਾ ਕਾਢ ਲਈਏ ਸਾਚੀ ਵਡਿਆਈ। ਇਹਦੀ ਗੱਲ ਗੁਰੂ ਸਾਹਿਬਾਨ ਸਾਡੀ ਬਾਣੀ ਦੇ ਰੂਪ ਦੇ ਵਿੱਚ ਕਰ ਰਹੇ ਨੇ। ਤਾਂ ਉਸ ਸਮੇਂ ਮੇਰੇ ਕਹਿਣ ਦਾ ਮਕਸਦ ਹੈ ਕਿ ਉਸ ਸਮੇਂ ਇਹਨਾਂ ਲਹਿਰਾਂ ਦੇ ਰਾਹੀਂ ਇੱਕ ਕਾਊਂਟਰ ਕਲਚਰ ਦੀ ਜਿਹੜੀ ਉਸਾਰੀ ਉਹ ਹੋ ਰਹੀ ਸੀ, ਜਿਹੜੀ ਉਸ ਸਮੇਂ ਦੀ ਸ਼ਾਸਕ ਸ਼੍ਰੇਣੀ ਸੀ, ਉਸ ਸਮੇਂ ਦਾ ਪੁਜਾਰੀ ਵਰਗ ਸੀ ਜਿਹੜਾ ਹਮੇਸ਼ਾ ਸੱਤਾ ਦੇ ਹੱਕ ਦੇ ਵਿੱਚ ਭੁਗਤਦਾ ਸੀ। ਗੁਰੂ ਸਾਹਿਬਾਨ ਨੇ, ਸਾਡੇ ਸੂਫੀ ਕਵੀਆਂ ਨੇ ਉਸ ਸਮੇਂ ਇਹਨਾਂ ਦੇ ਅਮਾਨ ਵੀ ਜਿਹੜਾ ਕਿਰਦਾਰ ਸੀ ਇਹਨਾਂ ਦੋਨਾਂ ਧਿਰਾਂ ਦਾ, ਉਹਦੇ ਪੈਰਲਰ ਇੱਕ ਕਾਊਂਟਰ ਕਲਚਰ ਦੀ ਜਿਹੜੀ ਸਥਾਪਨਾ ਕੀਤੀ, ਜਿਹੜਾ ਮਾਨਵ ਪੱਖੀ ਸੀ, ਜਿਹੜਾ ਸਮਤਾ ਮੂਲਕ ਸੀ, ਜਿਹੜਾ ਬਹੁਲਤਾਵਾਦੀ ਸੀ, ਜਿਹੜਾ ਆਮ ਲੋਕਾਂ ਦੇ ਹੱਕ ਦੇ ਵਿੱਚ ਭੁਗਤਣ ਵਾਲਾ ਸੀ। ਤਾਂ ਇਸ ਕਾਊਂਟਰ ਕਲਚਰ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਸਮੁੱਚੀ ਗੁਰਬਾਣੀ ਦੇ ਵਿੱਚ ਆਪਸ ਦੇ ਵਿੱਚ ਦੋ ਵਿਰੋਧੀ ਜੁੱਟ ਕੰਮ ਕਰਦੇ ਹੋਏ ਦਿਖਾਈ ਦੇਣਗੇ, ਜਿਹੜੇ ਤੁਸੀਂ ਆਮ ਗੁਰਬਾਣੀ ਪੜ੍ਹਦੇ ਹੋਏ ਦੇਖਦੇ ਹੋਗੇ। ਤਾਂ ਗੁਰਬਾਣੀ ਦੇ ਵਿੱਚ ਸਾਨੂੰ ਕੀ ਜਿਹੜੇ ਵਿਰੋਧੀ ਜੁੱਟ ਦਿਖਾਈ ਦਿੰਦੇ ਨੇ? ਗੁਰਬਾਣੀ ਦਮਨਕਾਰੀ ਤੇ ਲੁਟੇਰੇ ਸਾਮੰਤ ਦੇ ਵਿਰੋਧ ਦੇ ਵਿੱਚ ਸਰਬ ਹਤੈਸ਼ੀ ਰੱਬ ਦੀ ਗੱਲ ਕਰ ਰਹੀ ਹੈ। ਗੁਰਬਾਣੀ ਦੇ ਵਿੱਚ ਚਤੁਰ ਤੇ ਸਵਾਰਥੀ ਪੁਰੋਹਿਤ ਦੇ ਮੁਕਾਬਲੇ ਪਰਉਪਕਾਰੀ ਗੁਰੂ ਦੀ ਗੱਲ ਹੋ ਰਹੀ ਹੈ। ਗੁਰਬਾਣੀ ਦੇ ਵਿੱਚ ਭੇਖੀ ਕਰਮਕਾਂਡ ਤੇ ਰੀਤੀਵਾਦੀ ਨਿਭਾ ਦੀ ਥਾਂ ਰੱਬ ਦੇ ਨਾਲ ਸਿੱਧਾ ਪਿਆਰ ਤੇ ਨਿੱਜੀ ਰਿਸ਼ਤਾ ਜਿਹੜਾ ਉਹ ਸਾਬਤ ਕਰਨ ਦੀ ਗੱਲ ਹੋ ਰਹੀ ਹੈ। ਗੁਰਬਾਣੀ ਦੇ ਵਿੱਚ ਮਾਇਆ ਦੇ ਮੁਕਾਬਲੇ ਨਾਮ ਦੀ ਗੱਲ ਹੋ ਰਹੀ ਹੈ। ਗੁਰਬਾਣੀ ਦੇ ਵਿੱਚ ਸਮਾਜਿਕ ਦਰਜੇਬੰਦੀ ਤੇ ਛੂਆਛਾਤ ਦੇ ਮੁਕਾਬਲੇ ਜਾਤ ਧਰਮ ਤੇ ਫਿਰਕੇ ਰਹਿਤ ਇੱਕ ਸਮਤਾਵਾਦੀ ਸਮਾਜ ਦੀ ਗੱਲ ਕੀਤੀ ਜਾ ਰਹੀ ਹੈ। ਗੁਰਬਾਣੀ ਦੇ ਵਿੱਚ ਵਿਸ਼ੇਸ਼ ਵਰਗ ਦੀ ਮੁਕਤੀ ਦੇ ਵਿਰੋਧ ਦੇ ਵਿੱਚ ਸਾਰਿਆਂ ਲਈ ਮੁਕਤੀ ਦੀ ਗੱਲ ਕੀਤੀ ਜਾ ਰਹੀ ਹੈ। ਗੁਰਬਾਣੀ ਦੇ ਵਿੱਚ ਜਿਹੜੀ ਹੈਗੀ ਆ ਸਨਾਤਨੀ ਕਾਵਿ ਸ਼ਾਸਤਰ ਤੋਂ ਵਿਰੋਧ ਕਰਕੇ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਵਿਤਾ ਦੀ ਸਿਰਜਣਾ ਹੋ ਰਹੀ ਹੈ। ਲੋਕ ਕਾਵਿ ਰੂਪਾਂ ਦੇ ਵਿੱਚ ਕਵਿਤਾ ਦੀ ਸਿਰਜਣਾ ਕੀਤੀ ਜਾ ਰਹੀ ਹੈ। ਸਾਹਿਤ ਦੇ ਜਿਹੜੇ ਸਨਾਤਨੀ ਸਿਧਾਂਤ ਨੇ, ਜਿਹੜੀ ਫਾਰਸੀ ਤੇ ਸੰਸਕ੍ਰਿਤੀ ਦੇ ਸਨਾਤਨੀ ਸਿਧਾਂਤ ਨੇ, ਉਹਨਾਂ ਨੂੰ ਰੱਦ ਕਰਕੇ ਗੁਰੂ ਸਾਹਿਬਾਨ ਸਾਹਿਤ ਦੇ ਆਪਣੇ ਇੱਕ ਲੋਕਮੁਖੀ ਸਿਧਾਂਤਾਂ ਨੂੰ ਆਪਣੀ ਕਵਿਤਾ ਦੇ ਜ਼ਰੀਏ ਸਿਰਜਣੇ। ਤਾਂ ਇਸ ਕਰਕੇ ਇਹ ਸੰਕਲਪ ਜਿਹੜੇ ਸਾਰੇ ਹੈਗੇ ਨੇ, ਇਹਨਾਂ ਲਹਿਰਾਂ ਦੇ ਸਮਾਜ ਤੇ ਕੁਲੀਨ ਤੇ ਪ੍ਰੋਹਿਤ ਵਰਗ ਦੀ ਜਿਹੜੀ ਹੈਜਮਨੀ ਆ, ਉਹਨਾਂ ਨੂੰ ਇਹ ਸਿੱਧੀ ਚੁਣੌਤੀ ਜਿਹੜੀ ਆਪਣੀ ਕਵਿਤਾ ਦੇ ਜ਼ਰੀਏ ਦੇ ਰਹੇ। ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇਸ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅੱਗੇ ਤੋਰਦੇ ਨੇ। ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ, ਉਹਨਾਂ ਦੀ ਰਚਨਾ ਨੂੰ ਦੇਖਦੇ ਹਾਂ ਤਾਂ ਉਹ ਵੀ ਇਹਨਾਂ ਆਦਰਸ਼ਾਂ ਨੂੰ ਜਿਹੜੀ ਹੈਗੀ ਆ ਪੇਸ਼ ਕਰਦੀ ਆ, ਅੱਗੇ ਵਧਾਉਂਦੀ ਆ। ਮਸਲਨ ਸਾਡੇ ਜ਼ਿਆਦਾਤਰ ਜਿਹੜੇ ਲੋਕ ਹੈਗੇ ਨੇ, ਕਿਉਂਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਸਾਰੇ ਜਾਣਦੇ ਹੋਵੋਗੇ, ਉਹਨਾਂ ਦੀ ਸ਼ਹੀਦੀ ਬਾਰੇ ਸਾਰੇ ਜਾਣਦੇ ਹੋ। ਜਿਵੇਂ ਡਾਕਟਰ ਲਖਵਿੰਦਰ ਬਰਾੜ ਜੀ ਕਹਿ ਕੇ ਗਏ ਨੇ ਕਿ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸ਼ਬਦ ਤੇ ਸ਼ਲੋਕ ਜਿਹੜੇ ਸ਼ਾਮਲ ਹੈਗੇ ਨੇ, ਉਹਨਾਂ ਦੇ ਹਵਾਲੇ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਹੈਗੀ ਜਿਹੜੀ ਹੈਗੀ ਆ ਉਸੇ ਪਰੰਪਰਾ ਨੂੰ, ਜਿਹੜੀ ਸਾਡੀ ਗੁਰਮਤਿ ਪਰੰਪਰਾ ਨੂੰ ਅੱਗੇ ਵਧਾ ਰਹੀ ਆ। ਪਰ ਉਹਦੇ ਵਿੱਚੋਂ ਵੀ ਸਾਨੂੰ ਉਹਨਾਂ ਸਮਕਾਲੀ ਸਥਿਤੀਆਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਕਿਹੜੇ ਪ੍ਰਸ਼ਨਾਂ ਨੂੰ ਮੁਖਾਤਬ ਹੋ ਰਹੇ ਨੇ, ਕਿਹੜੀਆਂ ਪਰਿਸਥਿਤੀਆਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਰਚਨਾ ਉਹ ਆ ਰਹੀ ਆ, ਕਿਹੜੀਆਂ ਪਰਿਸਥਿਤੀਆਂ ਦੇ ਵਿੱਚੋਂ ਉਹਨਾਂ ਦਾ ਜੀਵਨ ਆ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ, ਇਹਦੇ ਬਾਰੇ ਗੱਲ ਕਰਨੀ ਵੀ ਜਿਹੜੀ ਅੱਜ ਦੇ ਹਵਾਲੇ ਦੇ ਨਾਲ ਬਹੁਤ ਜ਼ਰੂਰੀ ਹੈ। ਸਾਡੇ ਜ਼ਿਆਦਾਤਰ ਲੋਕ ਕੀ ਕਹਿੰਦੇ ਨੇ? ਸਾਡੇ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਉਹ ਜ਼ਿਆਦਾਤਰ ਜਿਹੜੇ ਹਿੰਦੂ ਧਰਮ ਦੀ ਰੱਖਿਆ ਦੇ ਨਾਲ ਜੋੜ ਕੇ ਹੀ ਦੇਖਦੇ ਨੇ। ਅਸਲ ਦੇ ਵਿੱਚ ਉਹ ਕਿਸੇ ਧਰਮ ਵਿਸ਼ੇਸ਼ ਦੀ ਰੱਖਿਆ ਨਹੀਂ ਸੀ, ਬਲਕਿ ਧਰਮ ਦੇ ਆਦਰਸ਼ਾਂ ਦੀ ਰੱਖਿਆ ਸੀ। ਇਹ ਗੱਲ ਬੜੀ ਸਮਝਣ ਵਾਲੀ ਆ ਕਿ ਉਹ ਹਿੰਦੂ ਧਰਮ ਦੀ ਜ਼ਿਆਦਾਤਰ ਜਿਹੜੇ ਅੱਜ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਭਾਰੂ ਆ ਨਾ, ਉਹ ਇਸ ਰੂਪ ਦੇ ਵਿੱਚ ਇਸ ਸ਼ਹੀਦੀ ਨੂੰ ਪੇਸ਼ ਕਰ ਰਹੀ ਆ ਕਿ ਹਿੰਦੂ ਧਰਮ ਜਿਹੜਾ ਬਹੁਤ ਮਹਾਨ ਸੀ ਤੇ ਹਿੰਦੂ ਧਰਮ ਬਹੁਤ ਵੱਡਾ ਸੀ, ਇਸੇ ਕਰਕੇ ਗੁਰੂ ਜੀ ਨੇ ਆਪਣੀ ਸ਼ਹੀਦੀ ਹਿੰਦੂ ਧਰਮ ਦੇ ਲਈ ਦਿੱਤੀ। ਇਸ ਗੱਲ ਪ੍ਰਤੀ ਬੜੀ ਸੋਚਣ ਦੀ ਲੋੜ ਆ ਕਿ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਕਿਸੇ ਧਰਮ ਵਿਸ਼ੇਸ਼ ਲਈ ਨਹੀਂ ਦਿੱਤੀ, ਬਲਕਿ ਧਰਮ ਦੇ ਆਦਰਸ਼ਾਂ ਦੇ ਲਈ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ। ਧਰਮ ਦੇ ਮੂਲ ਅਰਥਾਂ ਦੇ ਵਿਰੋਧੀ ਜਿਹੜਾ ਕੱਟੜਤਾਵਾਦ ਸੀ ਉਹਦੇ ਖਿਲਾਫ ਉਹਨਾਂ ਦੀ ਸ਼ਹੀਦੀ ਸੀ। ਤੇ ਜਿਹਦੇ ਵਿੱਚ ਉਹ ਕਹਿੰਦੇ ਨੇ ਮਸਲਨ ਇੱਕ ਜਿਹੜੀਆਂ ਤੁਕਾਂ ਹੈਗੀਆਂ ਨੇ ਉਹਦੇ ਵਿੱਚ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਜਿਨ ਕਰੀ ਸੀਸ ਦਿਆ ਪਰ ਸੀਸ ਨਾ ਉਚਰੀ। ਹੁਣ ਇਹਨਾਂ ਪੰਕਤੀਆਂ ਦੇ ਵਿੱਚ ਤਿਲਕ ਤੇ ਜਨੇਊ ਦੀ ਰਾਖੀ ਕਰਨ ਵਾਲਾ ਪਰਮੇਸ਼ਰ ਆਪ ਆ, ਪਰਮਾਤਮਾ ਆਪ ਆ। ਗੁਰੂ ਜੀ ਨੇ ਧਰਮ ਦੇ ਹੇਤ ਸੀਸ ਦਿੱਤਾ,
ਧਰਮ ਦੇ ਆਦਰਸ਼ਾਂ ਲਈ ਸੀਸ ਦਿੱਤਾ ਆਪਣਾ। ਇੱਥੇ ਜਿਹੜਾ ਧਰਮ ਲਫ਼ਜ਼ ਹੈਗਾ ਉਹ ਅਸਲ ਦੇ ਵਿੱਚ ਸ਼ਰਨ ਦੇ ਵਿੱਚ ਆਏ ਹੋਏ ਵਿਅਕਤੀ ਦੀ, ਸ਼ਰਨ ਦੇ ਵਿੱਚ ਆਏ ਹੋਏ ਮਨੁੱਖ ਦੀ ਫਰਿਆਦ ਸੁਣਨਾ। ਉਹ ਕੋਈ ਵੀ ਹੋ ਸਕਦਾ। ਜੇਕਰ ਉਸ ਸਮੇਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਇਸਲਾਮਿਕ ਸਟੇਟ ਦੀ ਥਾਂ ਤੇ ਹਿੰਦੂ ਸਟੇਟ ਹੁੰਦਾ, ਤਾਂ ਉਸ ਸਮੇਂ ਮੁਸਲਮਾਨ ਹਿੰਦੂ ਸਟੇਟ ਦੇ ਵਿਰੁੱਧ ਗੁਰੂ ਜੀ ਕੋਲ ਕੋਈ ਫਰਿਆਦ ਲੈ ਕੇ ਆਉਂਦਾ ਤਾਂ ਗੁਰੂ ਜੀ ਨੇ ਮੁਸਲਮਾਨਾਂ ਦੇ ਹਿੱਤਾਂ ਦੇ ਲਈ ਵੀ ਆਪਣੀ ਸੁਰੱਖਿਆ ਦੇ, ਮੁਸਲਮਾਨਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਵੀ ਆਪਣੀ ਜਿਹੜੀ ਕੁਰਬਾਨੀ ਉਸ ਸਮੇਂ ਦੇਣੀ ਸੀ। ਇਸ ਲਈ ਮੈਂ ਉਹਨਾਂ ਸਿੱਖ ਪ੍ਰਚਾਰਕਾਂ ਦੇ ਨਾਲ ਵੀ ਬਿਲਕੁਲ ਸਹਿਮਤ ਨਹੀਂ ਜਿਹੜੀਆਂ ਉੱਚੇ ਸੁਰਾਂ ਦੇ ਵਿੱਚ ਮਾਈਕ ਦੇ ਵਿੱਚ ਇਹ ਕਹਿੰਦੇ ਨੇ ਕਿ ਐਲਾਨ ਕਰਦੇ ਨੇ ਕਿ ਗੁਰੂ ਜੀ ਪਹਿਲੇ ਪੈਗੰਬਰ ਸੀ ਜਿਨ੍ਹਾਂ ਨੇ ਦੂਜੇ ਧਰਮ ਵਾਸਤੇ ਆਪਣੀ ਜਿਹੜੀ ਸ਼ਹੀਦੀ ਦਿੱਤੀ। ਗੁਰੂ ਜੀ ਲਈ ਨਾ ਤਾਂ ਹਿੰਦੂ ਦੂਜੇ ਨੇ ਤੇ ਨਾ ਮੁਸਲਮਾਨ ਤੀਜੇ ਨੇ। ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਸਮੁੱਚਾ ਸੰਸਾਰ। ਇਸ ਹਵਾਲੇ ਦੇ ਨਾਲ ਮੈਂ ਗੁਰੂ ਨਾਨਕ ਦੇਵ ਜੀ ਦੀ ਜੀਵਨ ਸਾਖੀ ਇੱਕ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਤਲਵੰਡੀ ਪਿੰਡੋਂ ਜਿਹੜੇ ਮਾਪੇ ਨੇ ਗੁਰੂ ਨਾਨਕ ਦੇਵ ਜੀ ਦੇ, ਉਹ ਭਾਈ ਮਰਦਾਨੇ ਨੂੰ ਤੋਰਦੇ ਨੇ ਕਿ ਸੁਨੇਹਾ ਦੇ ਕੇ ਸੁਲਤਾਨਪੁਰ ਤੋਰਦੇ ਨੇ। ਉਹ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਕਹੋ ਕਿ ਪਰਿਵਾਰ ਤੁਹਾਨੂੰ ਯਾਦ ਕਰਦਾ, ਕਿ ਜਾ ਕੇ ਪਰਿਵਾਰ ਨੂੰ ਮਿਲਿਓ। ਸੁਨੇਹਾ ਜਿਹੜਾ ਲੈ ਕੇ ਭਾਈ ਮਰਦਾਨਾ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਜਾਂਦਾ ਤਾਂ ਸੁਨੇਹਾ ਸੁਣ ਕੇ ਗੁਰੂ ਜੀ ਕਹਿੰਦੇ ਨੇ ਕਿ ਚੰਗਾ ਹੋਇਆ ਤੁਸੀਂ ਆ ਗਏ। ਭਾਈ ਮਰਦਾਨੇ ਨੂੰ ਕਹਿੰਦੇ ਨੇ ਕਿ ਆਪਣਾ ਪਰਿਵਾਰ ਬੜਾ ਵੱਡਾ ਹੈ ਤੇ ਮਿਲਣਾ ਵੀ ਜ਼ਰੂਰੀ ਆ, ਚਲੋ ਆਪਾਂ ਸੰਸਾਰ ਨੂੰ ਮਿਲਣ ਚੱਲਦੇ ਆ। ਇਸ ਕਰਕੇ ਗੁਰੂ ਜੀ ਵਾਸਤੇ ਸਾਰਾ ਸੰਸਾਰ ਉਹਨਾਂ ਦਾ ਪਰਿਵਾਰ ਆ। ਨਾ ਉਹਨਾਂ ਲਈ ਕੋਈ ਹਿੰਦੂ ਆ, ਨਾ ਉਹਨਾਂ ਲਈ ਕੋਈ ਮੁਸਲਮਾਨ ਆ। ਉਹਨਾਂ ਦਾ ਬਹੁਤ ਵੱਡਾ ਜਿਹੜਾ ਪਰਿਵਾਰ ਆ ਜਿਹਨੂੰ ਉਹ ਆਪਣਾ ਬਣਾ ਕੇ, ਜਿਨ੍ਹਾਂ ਨੂੰ ਉਹ ਆਪਣੀ ਸੁਰੱਖਿਆ ਦੇ ਹੇਠ, ਜਿਨ੍ਹਾਂ ਨੂੰ ਉਹ ਆਪਣੀ ਛਤਰ ਛਾਇਆ ਦੇ ਹੇਠ ਮੰਨਦੇ ਨੇ। ਤਾਂ ਹੁਣ ਉਸ ਸਮੇਂ ਜਿਹੜੇ ਹਾਲਾਤ ਸੀ, ਜਿਹੜੀ ਸ਼ਹੀਦੀ ਦਾ ਕਾਰਨ ਕਿਉਂ ਬਣਿਆ, ਕਿਉਂਕਿ ਉਸ ਸਮੇਂ ਦੇਖੋ ਔਰੰਗਜ਼ੇਬ ਦਾ ਰਾਜ ਸੀ ਜਿਹਦੀ ਇੱਕ ਕੇਂਦਰਵਾਦੀ ਜਿਹੜਾ ਪ੍ਰਵਚਨ ਦੇ ਰੂਪ ਦੇ ਵਿੱਚ ਉਹ ਸਾਰਿਆਂ ਨੂੰ ਜਿਹੜੀ ਇਸਲਾਮ ਦੇ ਹੇਠ ਲੈ ਕੇ ਆਉਣਾ ਚਾਹੁੰਦਾ ਸੀ। ਤਲਵਾਰ ਦੇ ਜ਼ੋਰ ਦੇ ਨਾਲ ਸਾਰਿਆਂ ਨੂੰ ਇਸਲਾਮ ਧਰਮ ਦੀ ਜਿਹੜੀ ਅਧੀਨਗੀ ਕਬੂਲ ਕਰਵਾਉਣਾ ਚਾਹੁੰਦਾ ਸੀ। ਤਾਂ ਉਸ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਜੀ ਸੱਤਾ ਦੁਆਰਾ ਜਿਹੜੇ ਕੀਤੇ ਜਾ ਰਿਹਾ ਹਿੰਸਕ ਦਮਨ ਹੈ ਉਹਨੂੰ ਕੋਈ ਅਨਹੋਣੀ ਗੱਲ ਨਹੀਂ ਕਹਿ ਰਹੇ, ਕਿਉਂਕਿ ਗੁਰੂ ਜੀ ਕਹਿ ਰਹੇ ਨੇ ਕਿ ਸੱਤਾ ਜਿਹੜੀ ਹੈਗੀ ਆ, ਭਾਵੇਂ ਉਹ ਅੱਜ ਦੇ ਦੌਰ ਦੀ ਸੱਤਾ, ਭਾਵੇਂ ਉਹ ਉਸ ਸਮੇਂ ਦੀ ਸੱਤਾ ਸੀ, ਉਹ ਹਮੇਸ਼ਾ ਲੋਕਾਂ ਦਾ ਦਮਨ ਕਰਦੀ ਆ। ਉਹ ਹਮੇਸ਼ਾ ਲੋਕਾਂ ਦੇ ਉੱਤੇ ਹਿੰਸਾ ਕਰਦੀ ਆ, ਹਮੇਸ਼ਾ ਲੋਕਾਂ ਨੂੰ ਤਾਕਤ ਦੇ ਨਾਲ ਦਬਾਉਣ ਦੀ ਗੱਲ ਕਰਦੀ ਆ। ਇਸ ਕਰਕੇ ਗੁਰੂ ਜੀ ਕਹਿ ਰਹੇ ਨੇ ਕਿ ਜਿਹੜਾ ਮੇਰੇ ਨਾਲ ਜੋ ਕੁਝ ਹੋ ਰਿਹਾ ਉਹ ਕੋਈ ਅਨਹੋਣੀ ਗੱਲ ਨਹੀਂ, ਕਿਉਂਕਿ ਗੁਰੂ ਜੀ ਕਹਿ ਰਹੇ ਨੇ ਕਿ ਇਹ ਸੱਤਾ ਦਾ ਇੱਕ ਜਮਾਤੀ ਖਾਸਾ ਕਿ ਹਮੇਸ਼ਾ ਲੋਕਾਂ ਨੂੰ ਦਬਾ ਕੇ ਉਹਨਾਂ ਨੂੰ ਹਿੰਸਕ ਤਰੀਕੇ ਦੇ ਨਾਲ ਆਪਣੀ ਅਧੀਨਗੀ ਦੇ ਜਿਹੜਾ ਅਧੀਨ ਆ ਉਹ ਲਿਆਉਣਾ ਚਾਹੁੰਦੀ ਹੈ। ਇਸ ਕਰਕੇ ਗੁਰੂ ਜੀ ਕਹਿ ਰਹੇ ਨੇ ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਸੱਤਾ ਦੇ ਸੱਭਿਆਚਾਰ ਦਾ ਅਸੀਂ ਵਿਰੋਧ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਜਿਸ ਤਰ੍ਹਾਂ ਦਾ ਅਸੀਂ ਸੱਭਿਆਚਾਰ ਸਿਰਜਾਂਗੇ ਉਸ ਤਰ੍ਹਾਂ ਦੇ ਸੱਭਿਆਚਾਰ ਦੀ ਅਸੀਂ ਪੈਦਾਵਾਰ ਹੋਵਾਂਗੇ। ਗੁਰੂ ਜੀ ਕਿਸ ਤਰ੍ਹਾਂ ਦੇ ਸੱਭਿਆਚਾਰ ਨੂੰ ਸਿਰਜਣ ਦੀ ਜਿਹੜੀ ਗੱਲ ਆ ਉਹ ਕਹਿ ਰਹੇ ਨੇ। ਗੁਰੂ ਜੀ ਨਾ ਤਾਂ ਕਿਸੇ ਨੂੰ ਭੈ ਦੇਣ ਵਾਲੀ ਗੱਲ ਕਰ ਰਹੇ ਨੇ ਤੇ ਨਾ ਕਿਸੇ ਦਾ ਭੈ ਮੰਨਣ ਵਾਲੀ ਗੱਲ ਕਰ ਰਹੇ ਨੇ। ਉਹ ਇਸ ਤਰ੍ਹਾਂ ਦੇ ਕਲਚਰ ਦੀ ਉਸਾਰੀ ਦੀ, ਇਸ ਤਰ੍ਹਾਂ ਦੇ ਸੱਭਿਆਚਾਰ ਦੀ ਉਸਾਰੀ ਦੀ ਗੱਲ ਆ ਜਿਹੜੀ ਆਪਣੀ ਕਵਿਤਾ ਦੇ ਜ਼ਰੀਏ ਕਰ ਰਹੇ ਨੇ। ਤੇ ਇਸੇ ਦੇ ਨਾਲ ਉਹ ਕਹਿ ਰਹੇ ਨੇ ਕਿ ਮਨੁੱਖ ਦੀ ਮੁਕਤੀ ਕਦੋਂ ਹੋਵੇਗੀ। ਇਹ ਇੱਕ ਵੱਡਾ ਸਵਾਲ ਆ ਜਿਹੜਾ ਉਸ ਸਮੇਂ ਦੇ ਵਿੱਚ ਸੀਗਾ। ਤੇ ਮਨੁੱਖ ਦੀ ਮੁਕਤੀ ਗੁਰੂ ਜੀ ਕਹਿ ਰਹੇ ਨੇ ਕਿ ਉਦੋਂ ਹੋਵੇਗੀ ਜਦੋਂ ਅਸੀਂ ਅਜਿਹਾ ਜਿਹੜਾ ਸਮਾਜ, ਅਜਿਹਾ ਸੱਭਿਆਚਾਰ ਸਿਰਜਾਂਗੇ ਜਿਹੜਾ ਕਿ ਭੈ ਮੁਕਤ ਹੋਏਗਾ, ਜਿਹੜਾ ਕਿਸੇ ਨੂੰ ਨਾ ਤਾਂ ਭੈ ਦੇਣ ਵਾਲਾ ਹੋਏਗਾ ਤੇ ਨਾ ਕਿਸੇ ਦਾ ਭੈ ਮੰਨਣ ਵਾਲਾ ਹੋਏਗਾ। ਜਦੋਂ ਦੁਨੀਆ ਜਿਹੜੀ ਦੁਨਿਆਵੀ ਮੋਹ ਮਾਇਆ ਤੇ ਪਦਾਰਥਿਕ ਵਸਤਾਂ ਤੋਂ ਮੁਕਤ ਹੋ ਕੇ ਅਜਿਹਾ ਮਨੁੱਖ ਸਿਰਜੇਗੀ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਸੇ ਹੋਵੇਗਾ, ਤਾਂ ਹੀ ਅਸੀਂ ਇੱਕ ਆਦਰਸ਼ ਜਿਹੜਾ ਮਨੁੱਖ ਆ, ਇੱਕ ਆਦਰਸ਼ ਸਮਾਜ ਆ, ਉਹਨੂੰ ਸਿਰਜ ਸਕਾਂਗੇ। ਇੱਕ ਤੁਸੀਂ ਹੋਰ ਦੇਖੋਗੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ, ਜਿਨ੍ਹਾਂ ਸਾਡੇ ਸਰੋਤਿਆਂ ਨੇ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵਾਚਦੇ ਸਮੇਂ ਸਾਡੇ ਸਾਹਮਣੇ ਇਹ ਬੜਾ ਤੱਥ ਆਉਂਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਵਿਰਾਗਮਈ ਸੁਰ ਬਹੁਤ ਵੱਡੀ ਪੱਧਰ ਤੇ ਸਾਨੂੰ ਦਿਖਾਈ ਦਿੰਦੀ ਹੈ, ਸਾਡਾ ਧਿਆਨ ਵੀ ਉਹ ਖਿੱਚਦੀ ਹੈ। ਹੁਣ ਇਹ ਵਿਰਾਗ ਕਿਉਂ ਆ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ, ਇਹ ਸਮਝਣ ਦੇ ਲਈ ਸਾਨੂੰ ਉਸ ਸਮੇਂ ਦੀਆਂ ਪਰਿਸਥਿਤੀਆਂ ਨੂੰ ਸਮਝਣਾ ਪਵੇਗਾ। ਜਦੋਂ ਸੱਤਾ ਦੀ ਹਿੰਸਾ ਹਰ ਇੱਕ ਮਨੁੱਖ ਨੂੰ ਡਰਾ ਰਹੀ ਸੀ, ਜਦੋਂ ਸੱਤਾ ਦੀ ਹਿੰਸਾ ਹਰ ਇੱਕ ਵਿਅਕਤੀ ਦੇ ਅੰਦਰ ਹਿੰਸਾ ਦੇ ਡਰ ਦੇ ਰਾਹੀਂ ਇੱਕ ਜਿਹੜਾ ਭੈ ਵਾਲਾ ਜਿਹੜਾ ਮਾਹੌਲ ਸਿਰਜ ਰਹੀ ਸੀ, ਉਸ ਸਮੇਂ ਵੈਰਾਗ ਦੀ ਗੱਲ ਗੁਰੂ ਤੇਗ ਬਹਾਦਰ ਜੀ ਕਰ ਰਹੇ ਨੇ। ਮਸਲਨ ਉਹਨਾਂ ਦੀ ਬਾਣੀ ਦੇ ਵਿੱਚ ਹਵਾਲੇ, ਜੈ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹਿ ਨਾਨਕ ਸੁਣ ਰੇ ਮਨਾ ਤੈ ਨਰ ਮਾਥੇ ਭਾਗ, ਜੈ ਮਾਇਆ ਮਮਤਾ ਤਦੀ ਸਭ ਤੇ ਭਇਓ ਉਦਾਸ, ਕਹਿ ਨਾਨਕ ਸੁਣ ਰੇ ਮਨਾ ਤੈ ਘਟ ਬ੍ਰਹਮ ਨਿਵਾਸ। ਹੁਣ ਇੱਥੇ
ਜਿਹੜਾ ਵੈਰਾਗ ਹੈਗਾ ਉਹ ਸਾਧੂਆਂ ਵਾਲਾ ਜਾਂ ਨਾਥ ਯੋਗੀਆਂ ਵਾਲਾ ਇਸ ਸੰਸਾਰ ਦੇ ਉੱਤੋਂ ਭੱਜਣ ਵਾਲਾ ਵੈਰਾਗ ਨਹੀਂਗਾ। ਇਹ ਸੰਸਾਰ ਤੋਂ ਭੱਜਣ ਵਾਲੀ ਵਿਅਕਤੀ ਦਾ ਲਖਾਇਕ ਵਿਰਾਗ ਨਹੀਂਗਾ, ਸਗੋਂ ਮਨੁੱਖੀ ਹੋਂਦ ਦੀ ਸਰਵਉੱਚ ਪ੍ਰਾਪਤੀ ਦਾ ਸੂਚਕ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਰਿਸ਼ਤੇ ਨਾਤਿਆਂ ਤੋਂ ਵੈਰਾਗ ਆ, ਮੋਹ ਮਾਇਆ ਦੇ ਸੰਸਾਰ ਤੋਂ ਵੈਰਾਗ ਆ, ਧਨ ਦੌਲਤ ਤੇ ਹਉਮੈ ਤੋਂ ਵੈਰਾਗ ਆ। ਜਦੋਂ ਚਾਰੇ ਪਾਸੇ ਸੱਤਾ ਆਪਣੀ ਹਿੰਸਾ ਦੇ ਰਾਹੀਂ ਦਰ ਪੈਦਾ ਕਰ ਰਹੀ ਆ, ਕਤਲੋਗਾਰਤ ਹੋ ਰਹੀ ਆ, ਜ਼ੁਲਮ ਦਾ ਤਾਂਡਵ ਹੋ ਰਿਹਾ, ਉਸ ਸਮੇਂ ਸਭ ਕੁਝ ਤੋਂ ਵੈਰਾਗ ਜਿਹੜਾ ਗੁਰੂ ਜੀ ਦਾ ਜਿਹੜਾ ਵੈਰਾਗ ਆ ਉਹ ਇੱਕ ਕ੍ਰਾਂਤੀਕਾਰੀ ਵਿਚਾਰ ਬਣ ਕੇ ਸਾਡੇ ਸਾਹਮਣੇ ਆਉਂਦਾ, ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਬੜਾ ਪ੍ਰਸੰਗਕ ਹੈ। ਦੂਜਾ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਦੇ ਸਮਾਂਤੀ ਸੱਭਿਆਚਾਰ ਦੀ ਜਿਹੜੀ ਮਾਇਆ ਵਾਲੀ, ਲੋਭ ਵਾਲੀ, ਧਨ ਦੌਲਤ ਵਾਲੀ, ਐਸ਼ੋ ਆਰਾਮ ਵਾਲੀ ਜਿਹੜੀ ਤਰਜੇ ਜ਼ਿੰਦਗੀ ਆ, ਇਹਨੂੰ ਗੁਰੂ ਜੀ ਇਸ ਵੈਰਾਗ ਦੀ ਤਰਜੇ ਜ਼ਿੰਦਗੀ ਦੇ ਰਾਹੀਂ ਰੱਦ ਕਰਦੇ ਨੇ। ਵੈਰਾਗ ਤੇ ਨਾਮ ਦੀ ਤਰਜੇ ਜ਼ਿੰਦਗੀ ਦੇ ਰਾਹੀਂ ਉਹ ਇਸ ਜਿਹੜੀ ਸ਼ਾਸਕ ਵਰਗ ਦੀ ਜਿਹੜੀ ਤਰਜੇ ਜ਼ਿੰਦਗੀ ਆ ਉਹਨੂੰ ਰੱਦ ਕਰਦੇ ਨੇ, ਕਿਉਂਕਿ ਗੁਰੂ ਜੀ ਮੰਨਦੇ ਨੇ ਕਿ ਮਾਇਆ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ। ਮਾਇਆ ਮਨੁੱਖ ਨੂੰ ਧਨ ਦੌਲਤ ਦਾ ਗੁਲਾਮ ਬਣਾਉਂਦੀ ਆ। ਮਾਇਆ ਮਨੁੱਖ ਨੂੰ ਮਨੁੱਖੀ ਰਿਸ਼ਤਿਆਂ ਦੇ ਵਿੱਚ ਜਿਹੜੀ ਆ ਜ਼ਹਿਰ ਆ ਉਹ ਘੋਲਦੀ ਆ। ਮਾਇਆ ਭਾਈਆਂ ਦੇ ਵਿਚਕਾਰ ਵੰਡੀਆਂ ਪਾਉਂਦੀ ਆ। ਮਾਇਆ ਮਨੁੱਖ ਨੂੰ ਪਾਪ ਦੇ ਰਾਹ ਦੇ ਉੱਤੇ ਤੋਰਦੀ ਆ। ਮਨੁੱਖ ਨੂੰ ਮਾਨਸ ਖਾਣਾ ਕਸਾਈ ਬਣਾਉਂਦੀ ਆ। ਤਾਂ ਇਸ ਕਰਕੇ ਮਾਨਵੀ ਮੋਹ ਪਿਆਰ ਨੂੰ ਜੜੋਂ ਖਤਮ ਕਰਦੀ ਹੈ ਤੇ ਮਨੁੱਖਤਾ ਨੂੰ ਖੋਹਦੀ ਆ। ਤਾਂ ਮਾਇਆ ਦੀ ਜ਼ਿੰਦਗੀ ਤਿਆਗ ਕੇ ਜਿਹੜਾ ਗੁਰੂ ਜੀ ਗੁਰਮੁਖਤਾ ਦਾ ਰਾਹ ਸਾਡੇ ਸਾਹਮਣੇ ਪੇਸ਼ ਕਰਦੇ ਨੇ, ਜਿਹੜਾ ਵੈਰਾਗ ਦਾ ਰਾਹ, ਜਿਹੜਾ ਭੇਖ ਦਾ ਰਾਹ, ਜਿਹੜਾ ਉਦਾਸੀ ਦਾ ਰਾਹ, ਇਹ ਉਸ ਸਮੇਂ ਦੀ ਇੱਕ ਨਵੀਂ ਤਰਜੇ ਜ਼ਿੰਦਗੀ ਆ ਜਿਹੜੀ ਸਾਨੂੰ ਮਾਇਆ ਦੀ ਤਰਜੇ ਜ਼ਿੰਦਗੀ ਤੋਂ ਮੁਕਤ ਕਰਾਉਂਦੀ ਆ। ਅੱਜ ਦੇ ਨਵ ਪੂੰਜੀਵਾਦੀ ਦੌਰ ਦੇ ਵਿੱਚ ਜਦੋਂ ਉਪਭੋਗਤਾਵਾਦੀ ਕਲਚਰ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਗ੍ਰਿਫਤ ਦੇ ਵਿੱਚ ਆਏ ਆ, ਜਦੋਂ ਅਸੀਂ ਹਰ ਤਰ੍ਹਾਂ ਦੀਆਂ ਵਸਤਾਂ ਦੇ ਨਾਲ ਆਪਣਾ ਘਰ ਭਰਨਾ ਚਾਹੁੰਦੇ ਆ, ਜਦੋਂ ਅਸੀਂ ਹਰ ਇੱਕ ਵਸਤ ਨੂੰ ਆਪਣੀ ਪਕੜ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ, ਅਸੀਂ ਹਰ ਇੱਕ ਤਰ੍ਹਾਂ ਦੇ ਐਸ਼ੋ ਆਰਾਮ ਨੂੰ ਭੋਗਣਾ ਚਾਹੁੰਦੇ ਆ, ਉਸ ਸਮੇਂ ਗੁਰਬਾਣੀ ਜਿਹੜੀ ਹੈਗੀ ਆ ਉਹਦੀ ਜਿਹੜੀ ਤਰਜੇ ਜ਼ਿੰਦਗੀ ਆ ਉਹ ਸਾਨੂੰ ਉਦੋਂ ਉੱਪਰ ਉੱਠ ਕੇ ਇੱਕ ਅਜਿਹੀ ਜੀਵਨ ਜਾਂਚ ਦੇਣ ਦੀ ਗੱਲ ਕਰਦੀ ਆ ਜਿਹੜੀ ਕਿ ਸਬਰ ਵਾਲੀ ਹੈ, ਜਿਹੜੀ ਕਿ ਸੰਜਮ ਵਾਲੀ ਆ, ਜਿਹੜੀ ਕਿ ਸਲੀਕੇ ਵਾਲੀ। ਇਸ ਕਰਕੇ ਇੱਥੇ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਆਦਮੀ ਲਾਲਚ ਕਿਉਂ ਕਰਦਾ। ਇਸ ਸੰਸਾਰ ਦੇ ਵਿੱਚ ਧਨ ਦੌਲਤ ਇਕੱਠੀ ਕਰਨ ਦੇ ਲਈ ਉਹ ਲਾਲਚ ਕਰਦਾ, ਇਹ ਸਦਾ ਲਈ ਇਸ ਸੰਸਾਰ ਦੇ ਉੱਤੇ ਬਣੇ ਰਹਿਣ ਦੇ ਲਈ ਲਾਲਚ ਕਰਦਾ। ਅਸੀਂ ਦੇਖਦੇ ਹਾਂ ਕਿ ਸਾਡੇ ਹਾਕਮ ਰੋਜ਼ਾਨਾ ਤੀਜੇ ਦਿਨ ਗੱਲ ਕਹਿੰਦੇ ਨੇ, ਉਹਨਾਂ ਦਾ ਮੁਹਾਵਰਾ, ਰਾਸੀ ਮੁਹਾਵਰਾ ਹੀ ਇਹ ਹੋ ਗਿਆ ਕਿ ਅਸੀਂ ਤਾਂ ਜੀ 25 ਸਾਲ ਰਾਜ ਕਰਾਂਗੇ, ਕੋਈ ਕਹਿੰਦਾ ਕਿ ਅਸੀਂ 50 ਸਾਲ ਰਾਜ ਕਰਾਂਗੇ। ਤਾਂ ਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਹ ਸੰਸਾਰ ਹੈ ਕੀ, ਇਹਦੇ ਉੱਤੇ ਵੀ ਗੁਰੂ ਜੀ ਗੱਲ ਕਰ ਰਹੇ ਨੇ। ਗੁਰੂ ਤੇਗ ਬਹਾਦਰ ਜੀ ਕਿਉਂਕਿ ਲੰਬਾ ਸਮਾਂ ਨਰਮੀਆਂ ਚ ਰਹਿੰਦੇ ਨੇ, ਲੰਬਾ ਸਮਾਂ ਚਿੰਤਨ ਮਨਨ ਦੇ ਨਾਲ ਜੁੜੇ ਰਹਿੰਦੇ ਨੇ, ਆਪਣੇ ਸਮੇਂ ਦੇ ਇਤਿਹਾਸ ਨੂੰ ਉਹ ਸੰਵੇਦਨਸ਼ੀਲ ਮਨੁੱਖ ਦੇ ਵਜੋਂ ਦੇਖਦੇ ਨੇ ਤੇ ਉਹ ਇਸ ਨਤੀਜੇ ਤੇ ਪਹੁੰਚਦੇ ਨੇ ਕਿ ਜਿਸ ਮਾਇਆ ਦੇ ਪਿੱਛੇ ਅਸੀਂ ਕਮਲੇ ਹੋਏ ਫਿਰਦੇ ਆ ਉਹ ਤਾਂ ਅਸਲ ਦੇ ਵਿੱਚ 4 ਦਿਨਾਂ ਦੀ ਖੇਡ ਆ। ਇਸੇ ਕਰਕੇ ਗੁਰੂ ਜੀ ਸੰਸਾਰ ਨੂੰ ਬਾਲੂ ਕੀ ਭੀਤ, ਸੁਪਨੇ ਦਾ ਬੁੱਧ ਆਦਿ ਸ਼ਬਦਾਂ ਦੇ ਨਾਲ ਸੰਬੋਧਿਤ ਕਰਦੇ ਨੇ। ਉਹ ਕਹਿੰਦੇ ਨੇ, ਕੀ ਕਹਿੰਦੇ ਨੇ, ਜਗ ਰਚਨਾ ਸਭ ਝੂਠ ਰਿਹਾ, ਜਾਣ ਲੈ ਰੇ ਮੀਤ, ਕਹੇ ਨਾਨਕ ਥਿਰ ਨਾ ਰਹੇ ਜਿਉ ਭਾਲੂ ਕੀ ਭੀਤ। ਤੇ ਅਸਲ ਦੇ ਵਿੱਚ ਗੁਰੂ ਜੀ ਉਸ ਵੇਲੇ ਦੇ ਮਨੁੱਖ ਨੂੰ ਜਿਹੜਾ ਇੱਕ ਪਾਸੇ ਸਹਿਮ ਦੀ ਸਥਿਤੀ ਦੇ ਵਿੱਚ ਆ, ਦੂਜੇ ਪਾਸੇ ਉੱਪਰਲੀਆਂ ਜਮਾਤਾਂ ਦਾ ਜਿਹੜਾ ਖਾਊ ਪੀਊ ਹੰਡਾਊ ਸੱਭਿਆਚਾਰ ਉਸ ਦੀ ਮਾਰ ਦੇ ਹੇਠ ਆ। ਗੁਰੂ ਜੀ ਉਸ ਸਮੇਂ ਦੇ ਮਨੁੱਖ ਦੀ ਚੇਤਨਾ 'ਚ ਘਰ ਕਰ ਚੁੱਕਾ ਜਿਹੜਾ ਸਮਾਂਤੀ ਨੈਤਿਕ ਮੁੱਲਾਂ ਵਾਲਾ ਜਿਹੜਾ ਸੱਭਿਆਚਾਰ ਆ ਉਹਨੂੰ ਕੱਢ ਕੇ ਉਹਨਾਂ ਨੂੰ ਇੱਕ ਨਵੀਂ ਨੈਤਿਕ ਜੀਵਨ ਜਾਂਚ, ਇੱਕ ਨਵਾਂ ਨੈਤਿਕ ਸੱਭਿਆਚਾਰ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਆਪਣੀ ਬਾਣੀ ਦੇ ਰਾਹੀਂ ਕਰ ਰਹੇ ਨੇ। ਸੋ ਅੱਜ ਦੇ ਪ੍ਰਸੰਗ ਦੇ ਚਮਕ ਦਮਕ ਵਾਲੇ ਸੱਭਿਆਚਾਰ ਦੇ ਵਿੱਚ ਵੀ ਇਹ ਉਨਾ ਹੀ ਪ੍ਰਸੰਗਕ ਆ ਜਿਹੜਾ ਉਸ ਸਮੇਂ ਪ੍ਰਸੰਗਕ ਸੀ। ਤਾਂ ਸਾਡੇ ਕੋਲੇ ਜਿਹੜੀਆਂ ਹੈਗੀਆਂ ਕਿ ਮੱਧਕਾਲ ਦੇ ਸਮੇਂ ਦੇ ਵਿੱਚ ਸਾਡੇ ਕੋਲੇ ਇੱਕ ਪਾਸੇ ਤਾਂ ਮਨੁੱਖੀ ਕਾਮਨਾਵਾਂ, ਲਾਲਸਾਵਾਂ, ਭੋਗਤਾਵਾਂ ਨੂੰ ਭੋਗਣ ਵਾਲੀ ਜੀਵਨ ਜਾਂਚ ਹੈ, ਦੂਜੇ ਪਾਸੇ ਸਾਡੇ ਕੋਲੇ ਇੱਕ ਅਜਿਹੀ ਜੀਵਨ ਜਾਂਚ ਹੈ ਜਿਹਨੂੰ ਅਸੀਂ ਵੈਲਿਊ ਓਰੀਐਂਟਡ ਜੀਵਨ ਜਾਂਚ ਕਹਿੰਦੇ ਆ, ਜਿਹੜੀ ਜੀਵਨ ਜਾਂਚ ਨਾ ਤਾਂ ਕਿਸੇ ਨੂੰ ਡਰਾਉਣਾ ਚਾਹੁੰਦੀ ਹੈ ਤੇ ਨਾ ਹੀ ਕਿਸੇ ਤੋਂ ਡਰਨਾ ਚਾਹੁੰਦੀ ਹੈ। ਗੁਰੂ ਜੀ ਕਹਿ ਰਹੇ ਨੇ ਕਿ ਸਾਡੇ ਲਈ ਕੇਵਲ ਤੇ ਕੇਵਲ ਪਰਮਾਤਮਾ ਸਹਾਈ ਹੈ, ਸਾਨੂੰ ਕੇਵਲ ਪਰਮਾਤਮਾ ਸਹਾਈ ਹੋ ਸਕਦਾ, ਹੋਰ ਕਿਸੇ ਦੀ ਜਿਹੜੀ ਸਹਾਇਤਾ ਜਾਂ ਹੋਰ ਕਿਸੇ ਦਾ ਜਿਹੜਾ ਆਸਰਾ ਉਹ ਨਹੀਂ ਤੱਕਦੇ। ਉਹ ਕਹਿੰਦੇ ਨੇ, ਅਬ ਮੈਂ ਕਹਾਂ ਕਰੂ ਰੇ ਮਾਈ, ਸਗਲ ਜਨਮ ਬਖਿਆਨ ਸਿਓ, ਸੋਇਆ ਸਿਮਰਨ ਨੈ ਕਨਹਾਈ, ਕਾਲ ਫਾਸ ਜਬ ਗਰ ਮੈਂ ਮੇਲੀ, ਤੈ ਸੁਧ ਸਭ ਬਿਸਰਾਈ, राम नाम बिन या संकट में को अब होत सहाई, जो संपत अपनी कर मानी, क्षण में भई पराई, कह नानक जै सोच हरि मन हर सो कबहु न लगा।
ਗੁਰੂ ਜੀ ਦਾ ਜਿਹੜਾ ਇਹ ਕਹਿਣਾ, ਇਸ ਨੂੰ ਅਸਲ ਦੇ ਵਿੱਚ ਕੇਵਲ ਅਸੀਂ ਸਰਲ ਅਰਥਾਂ ਦੇ ਵਿੱਚ ਹੀ ਨਾ ਲਈਏ, ਕਿਉਂਕਿ ਜੇਕਰ ਅਸੀਂ ਇਹਨਾਂ ਦੇ ਸਰਲ ਅਰਥ ਕਰਾਂਗੇ ਤਾਂ ਅਸੀਂ ਗੁਰੂ ਜੀ ਦੇ ਬਾਣੀ ਦੇ ਮੂਲ ਅਰਥਾਂ ਤੋਂ ਕੋਹਾਂ ਦੂਰ ਆ ਜਿਹੜੇ ਉਹ ਜਾ ਰਹੇ ਹੋਵਾਂਗੇ। ਗੁਰੂ ਜੀ ਕਹਿ ਰਹੇ ਨੇ ਅਸਲ ਦੇ ਵਿੱਚ ਇਸ ਦੇ ਜਰੀਏ, ਇਸ ਜਿਹੜੇ ਸ਼ਬਦ ਦੇ ਜਰੀਏ ਗੁਰੂ ਜੀ ਕਹਿ ਕੀ ਰਹੇ ਨੇ, ਉਹ ਕਹਿੰਦੇ ਕਿ ਅਸਲ ਦੇ ਵਿੱਚ ਸਾਨੂੰ ਸਹਾਈ ਕੌਣ ਹੈ। ਸਾਨੂੰ ਆਮ ਦੁਨਿਆਵੀ ਲੋਕਾਂ ਨੂੰ ਸਹਾਰਾ ਕਿਸ ਦਾ ਹੁੰਦਾ, ਸਾਨੂੰ ਕਿਹਦਾ ਸਹਾਰਾ ਹੁੰਦਾ। ਅਸੀਂ ਕਹਿੰਦੇ ਕਿ ਫਲਾਨਾ ਤਾਂ ਮੇਰਾ ਰਿਸ਼ਤੇਦਾਰ ਆ, ਉਹ ਬੜਾ ਤਕੜਾ, ਫਲਾਨਾ ਮੇਰੀ ਮਦਦ ਕਰੇਗਾ। ਜਾਂ ਉਸ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਉਸ ਸਮੇਂ ਰਾਜ ਕਰਨ ਵਾਲੀ ਜਿਹੜੀ ਸ਼੍ਰੇਣੀ ਆ, ਜਿਹੜੇ ਉਸ ਸਮੇਂ ਦੇ ਸ਼ਾਸਕ ਵਰਗ ਦਾ ਜਿਹੜਾ ਧਰਮ ਆ, ਮੁਸਲਮਾਨ ਲੋਕ ਨੇ, ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹੋਣਗੇ। ਤਾਂ ਗੁਰੂ ਜੀ ਇਹ ਕਹਿ ਰਹੇ ਨੇ ਕਿ ਸਾਡੀ ਸੁਰੱਖਿਆ ਕੌਣ ਕਰਦਾ। ਉਹ ਕਹਿ ਰਹੇ ਨੇ ਕਿ ਉਹ ਪ੍ਰਮਾਤਮਾ ਹੀ ਸਾਡਾ ਸਹਾਈ ਹੈ। ਗੁਰੂ ਸਾਹਿਬ ਦਾ ਪ੍ਰਮਾਤਮਾ, ਜਿਹੜਾ ਗੁਰੂ ਸਾਹਿਬ ਦਾ ਬ੍ਰਹਮ ਵੀ ਆ, ਪ੍ਰਭੂ ਵੀ ਆ, ਉਹੀ ਉਹਨਾਂ ਦਾ ਕੇਵਲ ਸਹਾਈ ਹੈ। ਤਾਂ ਉਹ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਗੁਰੂ ਸਾਹਿਬ ਦਾ ਪ੍ਰਮਾਤਮਾ, ਉਹ ਭੈ ਭੰਜਕ ਵੀ ਹੈਗਾ, ਉਹ ਦੂਜਾ ਉਹ ਔਖੇ ਸਮੇਂ ਸਾਡੀ ਬਾਹ ਫੜਨ ਵਾਲਾ ਵੀ ਹੈਗਾ, ਸਾਡਾ ਉਹ ਸਹਾਰਾ ਵੀ ਹੈਗਾ। ਤੇ ਓਨੀ ਦੇਰ ਸਾਡਾ ਸਮਾਜਿਕ ਰਿਸ਼ਤਾ, ਸਾਡਾ ਪਰਿਵਾਰ ਸਾਡੇ ਨਾਲ ਨਹੀਂ ਖੜਦਾ ਜਿੰਨੀ ਦੇਰ ਤੱਕ ਸਾਡਾ ਰਿਸ਼ਤਾ ਕਿਸੇ ਵੈਲਿਊ ਦੇ ਨਾਲ, ਸਾਡਾ ਰਿਸ਼ਤਾ ਕਿਸੇ ਆਦਰਸ਼ ਦੇ ਨਾਲ ਨਾ ਜੁੜਿਆ ਹੋਵੇ। ਇਸ ਕਰਕੇ ਗੁਰੂ ਜੀ ਸਾਡੇ ਮਨੁੱਖੀ ਰਿਸ਼ਤਿਆਂ ਦੀ ਇੱਕ ਨਵੀਂ ਵਿਆਖਿਆ ਆਪਣੀ ਬਾਣੀ ਦੇ ਵਿੱਚ ਪੇਸ਼ ਕਰ ਰਹੇ ਨੇ, ਜਿਹੜੇ ਕਿ ਰਿਸ਼ਤੇ ਲੋਭ ਲਾਲਚ ਖੂਨ ਦੇ ਰਿਸ਼ਤੇ ਨਹੀਂ, ਬਲਕਿ ਰਿਸ਼ਤੇ ਕਿਸੇ ਨਾ ਕਿਸੇ ਵੈਲਿਊ ਓਰੀਐਂਟਡ ਹੋਣੇ ਚਾਹੀਦੇ ਨੇ। ਗੁਰੂ ਜੀ ਇਸ ਬਾਰੇ ਗੱਲ ਕਰ ਰਹੇ ਨੇ, ਜਿਹੜੇ ਕਿ ਕਿਸੇ ਸਮਤਾਵਾਦੀ ਬਰਾਬਰੀ ਵਾਲਾ ਸਮਾਜ ਸਿਰਜਣ ਕਰਨ ਦੇ ਵਿੱਚ ਸਹਾਇਤਾ ਦਿੰਦੇ ਹੋਣ, ਇਸ ਦੀ ਗੱਲ ਗੁਰੂ ਜੀ ਕਰ ਰਹੇ ਨੇ। ਤੇ ਅਜੋਕੇ ਦੌਰ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਾਡੇ ਪੂੰਜੀਵਾਦੀ ਦੌਰ ਦੇ ਵਿੱਚ, ਇਸ ਉਪਭੋਗਤਾਵਾਦੀ ਸੰਸਕ੍ਰਿਤੀ ਦੀ ਦੌਰ ਦੇ ਵਿੱਚ ਸਾਡੇ ਰਿਸ਼ਤੇ ਕਿਹੜੇ ਆਦਰਸ਼ਾਂ ਦੇ ਨਾਲ ਜੁੜੇ ਹੋਏ ਨੇ। ਅੱਜ ਦੇ ਦੌਰ ਦੇ ਵਿੱਚ, ਕਰੋਨਾ ਦੌਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ, ਜਦੋਂ ਇੱਕ ਮਾਂ ਦੀ ਕਰੋਨਾ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਦੇ ਸਮੁੱਚਾ ਪਰਿਵਾਰ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਤੋਂ ਪਾਸੇ ਹੋ ਕੇ ਆਪਦੀ ਮਾਂ ਦੇ ਸੰਸਕਾਰ ਨੂੰ ਦੇਖ ਰਿਹਾ। ਸਾਡੇ ਰਿਸ਼ਤੇ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦੇ ਰਿਸ਼ਤੇ ਹੋ ਗਏ ਨੇ। ਤਾਂ ਇਸ ਪ੍ਰਤੀ ਵੀ ਸਾਡੇ ਗੁਰੂ ਜੀ ਇੱਕ ਵੈਲਿਊ ਓਰੀਐਂਟਡ ਜਿਹੜੀ ਸਾਡੇ ਰਿਸ਼ਤੇ ਨਾਤੇ ਨੇ, ਉਹਨਾਂ ਦੀ ਜਿਹੜੀ ਗੱਲ ਆ ਉਹ ਕਰ ਰਹੇ ਨੇ ਕਿ ਸਾਡੇ ਰਿਸ਼ਤੇ ਇੱਕ ਉਪਭੋਗਤਾਵਾਦੀ ਸੰਸਕ੍ਰਿਤੀ ਵਾਲੇ ਰਿਸ਼ਤੇ ਨਹੀਂ ਹੋਣੇ ਚਾਹੀਦੇ। ਸਾਡੇ ਰਿਸ਼ਤੇ ਕਿਸੇ ਨਾ ਕਿਸੇ ਜੀਵਨ ਜਾਂਚ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ। ਸਾਡੇ ਰਿਸ਼ਤੇ ਕਿਸੇ ਨਾ ਕਿਸੇ ਆਦਰਸ਼ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ। ਇਹਦੀ ਗੱਲ ਵੀ ਗੁਰੂ ਸਾਹਿਬਾਨ ਆਪਣੀ ਬਾਣੀ ਦੇ ਵਿੱਚ ਕਰ ਰਹੇ ਨੇ। ਤਾਂ ਮੈਂ 10 ਮਿੰਟ ਹੋਰ ਲਵਾਂਗਾ ਸਰ, ਹੈਗਾ ਟਾਈਮ? ਹੈਲੋ ਹੈਲੋ ਹੈਲੋ, ਹਾਂਜੀ ਸਰ। ਹਾਂਜੀ ਮੈਮ, ਮੈਂ 10 ਮਿੰਟ ਲੈ ਸਕਦਾ ਜੀ? ਹਾਂਜੀ ਸਰ, ਜ਼ਰੂਰ ਲੈ ਸਕਦੇ। ਹਾਂ ਡਾਕਟਰ ਸਾਹਿਬ, ਪਾਣੀ ਪੀ ਲਓ, ਕੋਈ ਨਹੀਂ, ਲੈ ਲਓ 10 ਮਿੰਟ ਲੈ ਲਓ। ਹਾਂਜੀ ਹਾਂਜੀ। ਤਾਂ ਇਸ ਕਰਕੇ ਜਿਹੜੀ ਸਾਡੀ ਖਾਸ ਤੌਰ ਤੇ ਗੁਰਮਤ ਫਿਲਾਸਫੀ ਹੈਗੀ ਆ, ਗੁਰਮਤ ਫਿਲਾਸਫੀ ਦੇ ਵਿੱਚ ਸਭੇ ਸਾਂਝੀ ਵਾਲ ਸਦਾਇਨ ਨੂੰ ਕਿਸੇ ਨਾ ਦਿਸੇ ਬਾਹਰਾ ਜੀਓ, ਇਹਦੀ ਗੱਲ ਹੈ। ਗੁਰੂ ਸਾਹਿਬਾਨ ਤੋਂ ਬਹੁਤ ਪਹਿਲਾਂ ਕੁਰਾਨ ਦੇ ਵਿੱਚ ਵੀ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਸਾਰੀ ਮਨੁੱਖਤਾ ਜਿਹੜੀ ਇੱਕ ਭਾਈਚਾਰੇ ਦੇ ਵਿੱਚ ਬੱਝੀ ਹੋਈ ਆ, ਪਿੱਛੋਂ ਫਿਰੇ ਫਿਰਕਿਆਂ ਦੇ ਵਿੱਚ, ਖਿੱਤਿਆਂ ਦੇ ਵਿੱਚ, ਕੌਮਾਂ ਦੇ ਵਿੱਚ, ਮਜ਼ਹਬਾਂ ਦੇ ਵਿੱਚ, ਮੁਲਕਾਂ ਦੇ ਵਿੱਚ ਵੰਡੀ ਗਈ। ਬਾਰ-ਬਾਰ ਸਾਡੇ ਗੁਰੂਆਂ ਨੂੰ, ਸਾਡੇ ਸੂਫੀਆਂ ਨੂੰ, ਸਾਡੇ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਯਾਦ ਕਰਾਉਣਾ ਪਿਆ ਕਿ ਮਨੁੱਖ ਇੱਕੋ ਜਿਹੇ ਨੇ। ਵੇਦ, ਉਪਨਿਸ਼ਦ, ਗੀਤਾ, ਬਾਈਬਲ, ਮਾਰਕਸ ਇਹੋ ਗੱਲ ਕਹਿੰਦੇ ਨੇ ਕਿ ਸਿੱਖ ਪਰੰਪਰਾ ਵਿਚਾਰਧਾਰਾ ਵੀ ਇਹੀ ਗੱਲ ਮੰਨਦੀ ਆ, ਜਿਹਦੇ ਵਿੱਚ ਖਾਸ ਤੌਰ ਤੇ ਗੱਲ ਵੀ ਆਉਂਦੀ ਆ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤਾਂ ਸਿੱਖ ਪਰੰਪਰਾ ਕਿਉਂਕਿ ਇਸ ਸੰਸਕ੍ਰਿਤਿਕ ਰਾਜਨੀਤਿਕ ਵੰਨ-ਸੁਵੰਨਤਾ ਨੂੰ ਪ੍ਰਮਾਤਮਾ ਦੀ ਦੇਣ ਸਮਝਦੀ ਆ। ਗੁਰੂ ਸਾਡੀ ਗੁਰਬਾਣੀ ਦੇ ਵਿੱਚ ਕੀ ਆਉਂਦਾ? ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੀ। ਇਸ ਲਈ ਉਹ ਇਸ ਵੰਨ-ਸੁਵੰਨਤਾ ਨੂੰ ਖਤਮ ਕਰਨ ਬਾਰੇ ਤਾਂ ਸੋਚ ਵੀ ਨਹੀਂ ਸਕਦੀ, ਪਰ ਹਾਂ ਇਸ ਵੰਨ-ਸੁਵੰਨਤਾ ਨੂੰ ਸਮਾਨਾਂਤਰ ਬਰਾਬਰੀ ਦੇ ਆਧਾਰ ਤੇ ਇੱਕ ਸਰਬ ਸਾਂਝੇ ਸਮਾਜ ਦੇ ਵਿੱਚ ਬੰਨਣ ਦੇ ਲਈ ਜੋ ਯੋਗਤਾ ਉਹਨੂੰ ਉਹ ਗੁਰਬਾਣੀ ਸਾਡੀ ਅਪਣਾਉਂਦੀ ਵੀ ਆ। ਉਹ ਕਿਸੇ ਲਈ ਪ੍ਰੇਰਨਾ ਜਾਂ ਸ਼ਕਤੀ ਦੇ ਰਾਹੀਂ ਅੰਤਰ ਵਿਰੋਧੀਆਂ ਦੇ ਖਾਤਮੇ ਦਾ ਉਹਨਾਂ ਦੇ ਲਈ ਜਮਹੂਰੀ ਸੰਵਾਦ ਆ, ਉਹਦੇ ਉੱਪਰ ਟਿਕੀ ਹੋਈ ਆ। ਜਿਹੜਾ ਜਮਹੂਰੀ ਸੰਵਾਦ ਅੱਜ ਖਤਮ ਹੋ ਰਿਹਾ, ਅੱਜ ਇਸ ਜਮਹੂਰੀ ਸੰਵਾਦ ਨੂੰ ਖਤਮ ਕਰਨ ਦੇ ਨਾਲ ਸਾਡੇ ਦੇਸ਼ ਦੇ ਵਿੱਚ ਬਹੁਲਤਾਵਾਦੀ ਸੰਸਕ੍ਰਿਤੀ ਦੇ ਸਾਹਮਣੇ ਜਿਹੜੀ ਸਾਡੇ ਗੁਰੂਆਂ ਨੇ, ਸਾਡੇ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਦੇ ਨਾਲ ਆਪਾਂ ਗੱਲ ਕਰੀਏ, ਉਹਦੇ ਸਾਹਮਣੇ ਸਾਡੇ ਸਾਹਮਣੇ ਇੱਕ ਵੱਡੇ ਖਤਰੇ ਜਿਹੜੇ ਸਾਨੂੰ ਦਿਖਾਈ ਦੇ ਰਹੇ ਨੇ। ਵਿਸ਼ਵ ਪੱਧਰ ਦੇ ਉੱਤੇ ਵੀ ਬਹੁਤ ਵੱਡਾ ਪੱਧਰ ਤੇ ਰੁਝਾਨ ਜਿਹੜਾ ਭਾਰੂ ਹੈਗਾ। ਵਿਸ਼ਵ ਪੱਧਰ ਦੇ ਉੱਤੇ ਵੀ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਵੰਡ ਦੇ ਆਧਾਰ ਤੇ, ਜਿਹੜੀਆਂ ਲਿੰਗ ਦੇ ਆਧਾਰ ਤੇ ਜਿਹੜੀਆਂ ਵੰਡੀਆਂ ਨੇ ਉਹ ਪਈਆਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ। ਤੇ ਪੂੰਜੀ ਦਾ ਸੰਕਟ ਜਿਹੜਾ ਹੈਗਾ, ਪੂੰਜੀਵਾਦ ਦਾ ਜਿਹੜਾ ਸੰਕਟ ਹੈ, ਇਸ ਨੂੰ ਹੋਰ ਡੂੰਘਾ ਕਰ ਰਿਹਾ। ਦੁਨੀਆ ਦੇ ਵਿੱਚ ਤੁਸੀਂ ਦੇਖੋਗੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸੱਜੇ ਪੱਖੀ ਰਾਜਨੀਤੀ ਆ ਉਹ ਭਾਰੂ ਹੋ ਰਹੀ ਆ। ਭਾਵੇਂ ਅਮਰੀਕਾ ਦੇ ਵਿੱਚੋਂ ਟਰੰਪ ਸੀ,
ਭਾਵੇਂ ਬ੍ਰਾਜ਼ੀਲ ਦੇ ਵਿੱਚ ਬੋਲਸਨਾਰੋ ਆ ਜਾਂ ਫਰਾਂਸ ਦੇ ਵਿੱਚ ਅਸੀਂ ਦੇਖ ਲਈਏ ਤਾਂ ਇੱਕ ਸੱਜੇ ਪੱਖੀ ਰਾਜਨੀਤੀ ਦਾ ਉਭਾਰ ਹੋ ਰਿਹਾ, ਜਿਹੜੀ ਧਰਮ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਇੱਕ ਕੇਂਦਰਵਾਦੀ ਪ੍ਰਵਚਨ ਨੂੰ ਲਾਗੂ ਕਰਨ ਦੀ ਤੇ ਲੋਕਾਂ ਦੇ ਉੱਤੇ ਥੋਪਣ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕਰ ਰਹੀ ਹੈ, ਜਿਹਦੇ ਨਾਲ ਆਪਸੀ ਵੈਰ ਵਿਰੋਧ ਤੇ ਨਫ਼ਰਤ ਤੇ ਹਿੰਸਾ ਜਿਹੜੀ ਆ ਉਹ ਪੈਦਾ ਹੋ ਰਹੀ ਹੈ। ਜਿਵੇਂ ਤੁਸੀਂ ਅਮਰੀਕਾ ਦੇ ਹਵਾਲੇ ਦੇ ਨਾਲ ਅੱਜ ਵੀ ਅਖਬਾਰ ਦੇ ਵਿੱਚ ਛਪੀ ਹੋਈ ਆ ਖਬਰ, ਜਾਰਜ ਫਲੋਇਡ ਦੇ ਬਾਰੇ ਤੁਸੀਂ ਗੱਲ ਕਰੋ, ਫਰਾਂਸ ਦੇ ਵਿੱਚ ਜਿਹੜੇ ਨਸਲਵਾਦੀ ਹਮਲੇ ਹੋ ਰਹੇ ਨੇ, ਜਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇੱਕ ਬੰਦੂਕਧਾਰੀ ਵੱਲੋਂ ਜਿਹੜੀ ਵੱਡੀ ਪੱਧਰ ਤੇ ਜਿਹੜੀ ਹਿੰਸਾ ਕੀਤੀ ਗਈ ਉਹਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਇਹ ਜਿਹੜੀ ਨਫ਼ਰਤੀ ਜਿਹੜੀ ਹਿੰਸਾ ਉਹ ਲਗਾਤਾਰ ਵਿਸ਼ਵ ਦੇ ਪੱਧਰ ਦੇ ਉੱਤੇ ਫੈਲ ਰਹੀ ਹੈ। ਤੇ ਭਾਰਤ ਦੇ ਪ੍ਰਸੰਗ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਇੱਕ ਕੇਂਦਰਵਾਦੀ ਸੱਭਿਆਚਾਰਕ ਰਾਸ਼ਟਰਵਾਦ ਦੇ ਨਾਂ ਥੱਲੇ ਸਾਡੀ ਗੰਗਾ ਜਮਨੀ ਤਹਿਜੀਬ ਨੂੰ, ਸਾਡੀ ਬਹੁਲਤਾਵਾਦੀ ਸੰਸਕ੍ਰਿਤੀ ਨੂੰ, ਜਿਹੜੇ ਸਾਡੇ ਸੂਫੀਆਂ ਨੇ, ਸਾਡੇ ਗੁਰੂਆਂ ਨੇ ਜਿਹੜੀ ਖੜੀ ਕੀਤੀ ਸੀ, ਜਿਹੜਾ ਆਪਸੀ ਸਮਤਾਵਾਦੀ ਸਮਾਜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਵੀ ਬਹੁਤ ਵੱਡਾ ਖੋਰਾ ਲਾਉਣ ਦੀ ਕੋਸ਼ਿਸ਼ ਆ ਜਿਹੜੀ ਇੱਕ ਸੱਭਿਆਚਾਰਕ ਰਾਸ਼ਟਰਵਾਦ ਦੇ ਨਾਂ ਹੇਠ ਭਾਰਤ ਦੇ ਵਿੱਚ ਵੀ ਲਗਾਤਾਰ ਹੋ ਰਹੀ ਹੈ। ਏਕ ਭਾਰਤ ਸ੍ਰੇਸ਼ਟ ਭਾਰਤ ਦੇ ਨਾਅਰੇ ਦੇ ਹੇਠ ਭਾਰਤ ਨੂੰ ਇੱਕ ਰੰਗਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਦੇ ਸ਼ਹਿਰਾਂ ਦੇ ਨਾਂ ਬਦਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ NRC CA ਬਿੱਲਾਂ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਮੌਬ ਲਿੰਚਿੰਗ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਲਵ ਜਿਹਾਦ ਦਾ ਜਿਹੜਾ ਡਰ ਦਿਖਾ ਕੇ ਅਜਿਹੇ ਕਾਨੂੰਨ ਬਣਾਏ ਜਾ ਰਹੇ ਨੇ ਜਿਹਦੇ ਵਿੱਚ ਖਾਸ ਤੌਰ ਤੇ ਘੱਟ ਗਿਣਤੀਆਂ ਨੂੰ ਵੱਡੇ ਖਤਰੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦਿਖਾਈ ਦੇ ਰਹੇ ਨੇ। ਤਾਂ ਇਸ ਕਰਕੇ ਵੱਡੀ ਪੱਧਰ ਤੇ ਸਾਡੀ ਉਸ ਫਿਲਾਸਫੀ ਨੂੰ ਖੋਰਾ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਹੋ ਰਹੀ ਹੈ। ਅਜੋਕੇ ਸਮੇਂ ਦੇ ਵਿੱਚ ਸੰਸਥਾਵਾਂ ਵੀ ਇਸ ਕਾਰਜ ਦੇ ਵਿੱਚ ਸਾਨੂੰ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਨੇ। ਕਰੋਨਾ ਦੌਰ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਖਾਸ ਧਰਮ ਨੂੰ ਟਾਰਗੇਟ ਕੀਤਾ ਗਿਆ, ਮੁਸਲਿਮ ਧਰਮ ਨੂੰ, ਉਸਦੇ ਮਰਕਜ਼ ਨੂੰ ਟਾਰਗੇਟ ਕੀਤਾ ਗਿਆ, ਉਸ ਦੀ ਜਿਹੜੀ ਉਹਨਾਂ ਦੀ ਇਹ ਧਾਰਮਿਕ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਉੱਥੇ ਜਿਹੜਾ ਉਹਨਾਂ ਦਾ ਤਿਉਹਾਰ ਸੀ ਜਾਂ ਉਹਨੂੰ ਖਾਸ ਟਾਰਗੇਟ ਬਣਾ ਕੇ ਇੱਕ ਕਮਿਊਨਿਟੀ ਨੂੰ ਕਰੋਨਾ ਲਈ ਜ਼ਿੰਮੇਵਾਰ ਬਣਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਲਗਾਤਾਰ ਹੋ ਰਹੀ। ਤਾਂ ਅਜੋਕੇ ਸਮੇਂ ਦੇ ਵਿੱਚ ਮੀਡੀਆ ਵੀ ਸਾਡੀ ਬਹੁਲਤਾਵਾਦੀ ਸੰਸਕ੍ਰਿਤੀ, ਜਿਹੜੀ ਸਾਡੀ ਗੰਗਾ ਜਮਨੀ ਤਹਿਜੀਬ ਆ, ਜਿਹੜੀ ਸਾਡੀ ਗੁਰੂਆਂ ਦੀ ਡਿਵੈਲਪ ਕੀਤੀ ਸੰਸਕ੍ਰਿਤੀ ਆ, ਉਹਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਟੀਵੀ ਦੇ ਵਿੱਚ ਤੁਸੀਂ ਲਗਾਤਾਰ ਦੇਖਦੇ ਹੋ ਕਿ ਇਸ ਤਰ੍ਹਾਂ ਦੀਆਂ ਡਿਬੇਟ ਕੀਤੀਆਂ ਜਾਂਦੀਆਂ ਨੇ ਜਿੱਥੇ ਇਸ ਤਰ੍ਹਾਂ ਦੇ ਜਿਹੜੇ ਬੁਲਾਰੇ ਬੁਲਾਏ ਜਾਂਦੇ ਨੇ ਜਿਨ੍ਹਾਂ ਨੂੰ ਧਰਮ ਦਾ ਅਸਲੀ ਸਾਰ ਤੱਕ ਨਹੀਂ ਪਤਾ ਹੁੰਦਾ, ਉਹਨਾਂ ਤੋਂ ਡਿਬੇਟ ਕਰਾਈ ਜਾਂਦੀ ਹੈ ਧਰਮ ਦੇ ਮੁੱਦੇ ਤੇ। ਇਸ ਤਰ੍ਹਾਂ ਭਾਰਤੀ ਰਾਜਨੀਤੀ ਦੇ ਵਿੱਚ ਵੀ ਬੜੀ ਵੱਡੀ ਪੱਧਰ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਰੁਚੀਆਂ ਭਾਰੂ ਹੈਗੀਆਂ ਨੇ। ਘੱਟ ਗਿਣਤੀਆਂ ਦੇ ਅੰਦਰ ਭੈ, ਡਰ ਤੇ ਹਿੰਸਾ ਦਾ ਜਿਹੜਾ ਲਗਾਤਾਰ ਜਿਹੜਾ ਡਰ ਆ ਉਹ ਪੈਦਾ ਕੀਤਾ ਜਾ ਰਿਹਾ। ਘੱਟ ਗਿਣਤੀਆਂ ਨੂੰ ਦੇਸ਼ ਦੇ ਗਦਾਰਾਂ ਕੋ ਗੋਲੀ ਮਾਰੋ ਜਿਹੜੀ ਗੱਲ ਕੀਤੀ ਜਾ ਰਹੀ ਆ, ਘੱਟ ਗਿਣਤੀਆਂ ਦੇ ਪਹਿਰਾਵੇ ਤੋਂ, ਕੱਪੜੇ ਤੋਂ ਗਦਾਰਾਂ ਨੂੰ ਪਛਾਣਨ ਦੀ ਗੱਲ ਕੀਤੀ ਜਾ ਰਹੀ ਆ। ਤਾਂ ਇਸ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਬੁੱਧੀਜੀਵੀਆਂ ਦੇ ਉੱਤੇ ਖਾਸ ਤੌਰ ਤੇ ਹਮਲੇ ਕੀਤੇ ਜਾ ਰਹੇ ਨੇ, ਉਹਨਾਂ ਨੂੰ ਵਿਚਾਰ, ਉਹਨਾਂ ਦੀ ਜਿਹੜੀ ਆਜ਼ਾਦੀ ਆ ਜਿਹੜੀ ਸਾਨੂੰ ਸੰਵਿਧਾਨ ਨੇ ਦਿੱਤੀ ਹੋਈ ਆ, ਖਾਸ ਤੌਰ ਤੇ ਜੇ ਤੁਸੀਂ ਉਸ ਹਵਾਲੇ ਦੇ ਨਾਲ ਆਪਾਂ ਗੱਲ ਕਰੀਏ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਦੇ ਨਾਲ, ਉਸ ਸਮੇਂ ਜਿਸ ਤਰ੍ਹਾਂ ਔਰੰਗਜ਼ੇਬ ਇੱਕ ਕੇਂਦਰਵਾਦੀ ਪ੍ਰਵਚਨ ਨੂੰ ਠੋਸਣਾ ਚਾਹੁੰਦਾ ਸੀ, ਲੋਕਾਂ ਦੇ ਉੱਤੇ ਲਾਗੂ ਕਰਨਾ ਚਾਹੁੰਦਾ ਸੀ, ਉਸ ਤਰ੍ਹਾਂ ਦੀ ਕੋਸ਼ਿਸ਼ ਸੀ ਸਮਕਾਲੀ ਸਮੇਂ ਦੇ ਵਿੱਚ ਸਾਡੇ ਵਿੱਚ ਲਗਾਤਾਰ ਹਿੰਦੂ ਰਾਸ਼ਟਰਵਾਦ ਦੇ ਨਾਂ ਹੇਠ, ਸੱਭਿਆਚਾਰਕ ਰਾਸ਼ਟਰਵਾਦ ਦੇ ਨਾਂ ਹੇਠ ਸਾਡੇ ਉੱਤੇ ਥੋਪਣ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਹੋ ਰਹੀ ਆ। ਉਹਦੇ ਅਲੱਗ-ਅਲੱਗ ਢੰਗ ਤਰੀਕੇ ਵਰਤੇ ਜਾ ਰਹੇ ਨੇ, ਉਹਦੀਆਂ ਅਲੱਗ-ਅਲੱਗ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਸੇ ਇੱਕ ਕੇਂਦਰਵਾਦੀ ਪ੍ਰਵਚਨ ਨੂੰ ਸਾਡੇ ਉੱਤੇ ਥੋਪਣ ਦੀ ਜਿਹੜੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੀ ਖਾਤਰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਸੀ, ਧਰਮ ਦੇ ਦਰਸ਼ਨ ਖਾਤਰ, ਸਾਡੀ ਆਜ਼ਾਦੀ ਲਈ, ਸਾਰਿਆਂ ਲਈ ਸੁਤੰਤਰਤਾ ਦੇ ਲਈ। ਉਹ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਨੇ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਦੇ ਵਿੱਚ ਉਨੀਆਂ ਹੀ ਪ੍ਰਸੰਗਕ ਨੇ ਜਿਹੜੀਆਂ ਉਸ ਸਮੇਂ ਦੇ ਵਿੱਚ ਸੀ। ਗੁਰੂ ਤੇਗ ਬਹਾਦਰ ਜੀ ਦੀ ਬੈਰਾਗ ਦੀ ਸੁਰ ਹੈਗੀ ਆ। ਅੱਜ ਦੇ ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਤੁਸੀਂ ਦੇਖ ਲਓ, ਅੱਜ ਦੇ ਸੰਦਰਭ ਦੇ ਵਿੱਚ ਤੁਸੀਂ ਜਿਹੜੀ ਸੱਤਾ ਜਿਹੜੀ ਹਿੰਸਾ ਵਰਤਾ ਰਹੀ ਹੈ, ਭਾਵੇਂ ਬੁੱਧੀਜੀਵੀਆਂ ਦੇ ਉੱਤੇ ਆ, ਭਾਵੇਂ ਉਹ ਘੱਟ ਗਿਣਤੀਆਂ ਦੇ ਉੱਤੇ ਆ, ਉਸੇ ਤਰ੍ਹਾਂ ਦਾ ਕਰੂਰ ਰੂਪ ਸਾਨੂੰ ਸਾਹਮਣੇ ਆ ਰਿਹਾ ਜਿਸ ਸਮੇਂ ਮੱਧਕਾਲ ਦੇ ਵਿੱਚ ਇੱਕ ਔਰੰਗਜ਼ੇਬ ਰੂਪ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਸੀ। ਤਾਂ ਇਸ ਸਮੇਂ ਮੈਨੂੰ ਪਾਕਿਸਤਾਨੀ ਕਵਿੱਤਰੀ ਦੀ ਜਿਹੜੀ ਇੱਕ ਫਹਿਮੀਦਾ ਰਿਆਜ਼ ਹੈ, ਉਹਦੀ ਇੱਕ ਵਿਅੰਗਮਈ ਕਵਿਤਾ ਜਿਹੜੀ ਉਹ ਸਾਨੂੰ ਯਾਦ ਆ ਰਹੀ ਹੈ, ਮੈਨੂੰ ਯਾਦ ਆ ਰਹੀ ਹੈ, ਉਹ ਮੈਂ ਸਾਂਝੀ ਕਰਕੇ ਆਪਣੀ ਗੱਲ ਖਤਮ ਕਰਾਂਗਾ। ਉਹ ਆਪਣੀ ਕਵਿਤਾ ਦੇ ਵਿੱਚ ਕੀ ਲਿਖਦੀ ਹੈ? ਉਹ ਕਹਿੰਦੀ ਹੈ, ਤੁਮ ਬਿਲਕੁਲ ਹਮ ਜੈਸੇ ਨਿਕਲੇ, अब तक कहां छुपे थे भाई, वो मूर्खता वो गामड़पन जिसमें हमने सदी गवाई, आखिर पहुंची द्वार तुम्हारे, अरे बधाई बहुत बधाई, प्रेत धर्म का नाच रहा है, कायम हिंदू राज करोगे, सारे उल्टे काज करोगे, अपना चमन तराज करोगे, तुम भी बैठ करोगे सोचा, पूरी है वैसी तैयारी, कौन है हिंदू कौन नहीं है, तुम भी करोगे फतवे जारी, भाड़ में जाए शिक्षा विक्षा, अब जाहल पुणे के गुण गाना, आगे खड्डा है जय मत देखो, लाओ वापस गया जमाना। सो इस दौर ਦੇ ਵਿੱਚ ਜਿਹੜੀ ਪਾਕਿਸਤਾਨੀ ਕਵਿੱਤਰੀ ਭਾਰਤ ਬਾਰੇ
ਕਵਿਤਾ ਲਿਖ ਰਹੀ ਆ। ਇਸ ਦੌਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਆਪਣੇ ਆਪ ਦੇ ਵਿੱਚ ਬੜੀਆਂ ਪ੍ਰਸੰਗਕ ਨੇ। ਜੇ ਤੁਸੀਂ ਇਸ ਨੂੰ ਬੈਠ ਕੇ ਸੋਚੋਗੇ, ਉਸ ਸ਼ਹਾਦਤ ਬਾਰੇ ਸੋਚੋਗੇ, ਤਾਂ ਤੁਹਾਨੂੰ ਬਿਲਕੁਲ ਉਹੋ ਜਿਹੀਆਂ ਪ੍ਰਸਥਿਤੀਆਂ ਅੱਜ ਦੇ ਦੌਰ ਦੇ ਵਿੱਚ ਦਿਖਾਈ ਦੇਣਗੀਆਂ। ਉਹ ਇਕੱਲੇ ਭਾਰਤ ਦੇ ਵਿੱਚ ਨਹੀਂ, ਸਮੁੱਚੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕੱਟੜਤਾਵਾਦ ਦਾ ਜਿਹੜਾ ਰੁਝਾਨ ਆ, ਭਾਵੇਂ ਨਸਲ ਦੇ ਆਧਾਰ ਤੇ ਆ, ਰੰਗ ਦੇ ਆਧਾਰ ਤੇ ਆ, ਧਰਮ ਦੇ ਨਾਂ ਤੇ ਆ, ਜਾਤ ਦੇ ਨਾਂ ਤੇ ਆ, ਉਹ ਸਾਨੂੰ ਭਾਰੂ ਦਿਖਾਊ ਦੇਊਗਾ। ਤੇ ਉਸ ਕੱਟੜਤਾਵਾਦ ਦੇ ਖਿਲਾਫ ਸਾਨੂੰ ਗੁਰੂ ਤੇਗ ਬਹਾਦਰ ਜੀ ਤੋਂ ਪ੍ਰੇਰਨਾ ਲੈਣੀ ਵੀ ਬਣਦੀ ਆ। ਸਾਨੂੰ ਉਸ ਤਰ੍ਹਾਂ ਦਾ ਇੱਕ ਸਮਤਾਵਾਦੀ ਸਮਾਜ, ਉਸ ਤਰ੍ਹਾਂ ਦਾ ਇੱਕ ਸੁਤੰਤਰਤਾ ਵਾਲਾ ਸਮਾਜ, ਇਸ ਤਰ੍ਹਾਂ ਦਾ ਇੱਕ ਬਹੁਲਤਾਵਾਦੀ ਸਮਾਜ ਸਿਰਜਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਆਪਸੀ ਭਾਈਚਾਰਾ, ਆਪਸੀ ਪਿਆਰ, ਆਪਸੀ ਧਰਮਾਂ ਦਾ ਸੰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਦਾ ਸਾਡੇ ਸੂਫੀਆਂ ਨੇ, ਸਾਡੇ ਗੁਰਮਤਿ ਕਵੀਆਂ ਨੇ, ਸਾਡੇ ਕਿੱਸਾਕਾਰਾਂ ਨੇ ਸਾਨੂੰ ਜਿਹੜਾ ਸੰਦੇਸ਼ ਦਿੱਤਾ। ਮੈਂ ਇਸ ਕਰਕੇ ਸਾਰੀਆਂ ਗੱਲਾਂ ਮੱਧਕਾਲ ਦੇ ਹਵਾਲੇ ਨਾਲ ਸਾਂਝੀਆਂ ਕੀਤੀਆਂ ਨੇ, ਕਿਉਂਕਿ ਜਿਹੜੀ ਹੈਗੀ ਆ ਅੱਜ ਦੇ ਸਮੇਂ ਦੀ ਇਹ ਲੋੜ ਆ। ਸਾਨੂੰ ਇਸ ਪ੍ਰਤੀ ਸਾਡੇ ਬੱਚਿਆਂ ਨੂੰ ਵੀ ਸੁਚੇਤ ਕਰਨਾ ਚਾਹੀਦਾ। ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਸਾਡੀ ਮੱਧਕਾਲ ਦੀ ਸੰਸਕ੍ਰਿਤੀ, ਸਾਡੀ ਬਹੁਲਤਾਵਾਦੀ ਸੰਸਕ੍ਰਿਤੀ ਕਿਸ ਤਰ੍ਹਾਂ ਦੀ ਸੀ। ਇਸ ਦੇ ਨਾਲ ਹੀ ਅਸੀਂ ਉਸ ਕੱਟੜਤਾਵਾਦ ਦੇ ਰੁਝਾਨ ਤੋਂ ਪਾਰ ਪਾ ਪਾਵਾਂਗੇ। ਇਸ ਕਰਕੇ ਇਹਨਾਂ ਗੱਲਾਂ ਦੇ ਨਾਲ ਮੈਂ ਆਪਣੀ ਗੱਲ ਖਤਮ ਕਰਦਾ। ਜੇ ਕਿਸੇ ਦਾ ਕੋਈ ਸਵਾਲ ਹੋਏਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਸਾਰਿਆਂ ਦਾ, ਖਾਸ ਤੌਰ ਤੇ ਡਾਕਟਰ ਪ੍ਰਵਿੰਦਰ ਸਿੰਘ ਤੱਗੜ ਜੀ ਦਾ, ਲਖਵਿੰਦਰ ਬਰਾੜ ਜੀ, ਮੇਰੇ ਦੋਸਤ ਅਮਨਦੀਪ ਜੀ ਵੀ ਦਿਖਾਈ ਦੇ ਰਹੇ ਸੀ, ਨਵਜੀਤ ਵੀ ਇੱਥੇ ਪੜ੍ਹਾ ਰਿਹਾ, ਤਾਂ ਉਹਨਾਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਬੱਚਿਆਂ ਦੇ ਤੇ ਖਾਸ ਤੌਰ ਤੇ ਅਧਿਆਪਕ ਵਰਗ ਦੇ ਸਨਮਾਨ ਕਰਨ ਦਾ ਜਿਹੜਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਲਖਵੀਰ ਜੀ, ਬਹੁਤ ਖੂਬਸੂਰਤ ਢੰਗ ਨਾਲ ਤੁਸੀਂ ਸਾਰੀ ਗੱਲ ਜਿਹੜੀ ਹੈ ਉਹ ਬਹੁਤ ਸੀਮਿਤ ਸਮੇਂ ਦੇ ਵਿੱਚ ਸਮੇਟੀ ਹੈ। ਜਿਹੜੀ ਗੱਲ ਮੈਂ ਚਾਹੁੰਦਾ ਸੀ ਕਿ ਜਿਹੜੀ ਇੱਕ ਗੁਰੂ ਸਾਹਿਬ ਦੀ ਬਾਣੀ ਨੂੰ ਲੈ ਕੇ ਇੱਕ ਪਰੰਪਰਿਕ ਜੀ ਇੱਕ ਵਿਆਖਿਆ ਕਰ ਦਿੰਦੇ ਹਾਂ ਅਸੀਂ, ਜਿਹਦੇ ਵਿੱਚ ਤਰਕਪੂਰਨ ਗੱਲਾਂ ਨਹੀਂ ਹੁੰਦੀਆਂ, ਕੱਲਾ ਅਧਿਆਤਮਵਾਦ ਦੀਆਂ ਗੱਲਾਂ ਹੁੰਦੀਆਂ, ਹੋਰ ਬਹੁਤ ਕੁਝ ਛੁਪਿਆ ਹੈ ਗੁਰਬਾਣੀ ਦੇ ਵਿੱਚ। ਇਹਦੀ ਇਸ ਤਰ੍ਹਾਂ ਦੀ ਵਿਆਖਿਆ ਕਰਨ ਦੀ ਜ਼ਰੂਰਤ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਅਸੀਂ ਬਹੁਤ ਵੱਡੀ ਰਚਨਾ ਨੂੰ ਇਸੇ ਤਰ੍ਹਾਂ ਹੀ ਸੀਮਿਤ ਕਰਤਾ ਕਿ ਅਸੀਂ ਆਪਣਾ ਇੱਕ ਧਾਰਮਿਕ ਗ੍ਰੰਥ ਦੇ ਤੌਰ ਤੇ ਹੀ ਲੈਂਦੇ ਹਾਂ, ਜਦਕਿ ਇੱਕ ਬਹੁਤ ਵੱਡੀ ਫਿਲਾਸਫੀ ਹੈ। ਇਹਨੂੰ ਇੱਕ ਫਿਲਾਸਫੀ ਵਜੋਂ ਲੈਣਾ, ਸਾਫ਼ ਖੋਜ ਕਰਨ ਦੀ ਲੋਕਾਂ ਨੂੰ ਆਗਿਆ ਦੇਣੀ ਚਾਹੀਦੀ ਹੈ। ਬਹੁਤ ਸਵਾਲ ਚੈਟ ਬਾਕਸ ਬੱਚੇ ਕਰ ਰਹੇ ਨੇ, ਸਟੂਡੈਂਟ ਕਰ ਰਹੇ ਨੇ। ਮੈਂ ਡਾਕਟਰ ਪਵਨਦੀਪ ਨੂੰ ਕਹਾਂਗਾ ਕਿ ਤੁਸੀਂ ਉਹ ਕੁਐਸਚਨ ਚੱਕ ਕੇ ਤੇ ਸਰ ਨੂੰ ਕਰੋ ਤਾਂ ਕਿ ਚਰਚਾ ਜਿਹੜੀ ਅੱਗੇ ਵੱਧ ਸਕੇ। ਕੋਈ ਅਧਿਆਪਕ ਸਾਹਿਬਾਨ ਵੀ ਜਿਹੜਾ ਕੋਈ ਸਵਾਲ ਕਰਨਾ ਚਾਹੁੰਦੇ ਨੇ ਤਾਂ ਉਹ ਕਰ ਸਕਦੇ ਨੇ। ਧੰਨਵਾਦ। Thank you so much, sir. So sir, question session ਵੱਲ ਅਸੀਂ move ਕਰਦੇ ਹਾਂ ਅੱਗੇ। ਸੋ ਸਭ ਤੋਂ ਪਹਿਲਾ ਕੁਐਸਚਨ ਮਾਨਿਤ ਸਟੂਡੈਂਟ ਹੈ ਕਿ ਸਰ ਉਹ ਵੈਸੇ ਤਾਂ ਤੁਸੀਂ ਐਕਸਪਲੇਨ ਕਰ ਚੁੱਕੇ ਹੋ, ਪਰ ਬੱਚਾ ਦੁਬਾਰਾ ਤੋਂ ਐਕਸਪਲੇਨੇਸ਼ਨ ਚਾਹੁੰਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ? ਉਹ ਹਿੰਦ ਦੀ ਚਾਦਰ ਅਸਲ ਦੇ ਵਿੱਚ ਉਹ ਗੁਰੂ ਤੇਗ ਬਹਾਦਰ ਜੀ ਦਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਸੀ ਉਸ ਨੂੰ ਅਸੀਂ ਕੇਵਲ ਹਿੰਦੂ ਧਰਮ ਤੱਕ ਸੀਮਿਤ ਕਰਕੇ ਦੇਖਦੇ ਹਾਂ, ਕਿਉਂਕਿ ਉਸ ਰੂਪ ਦੇ ਵਿੱਚ ਅਸੀਂ ਦੇਖੀਏ ਕਿ ਜਿਹੜੀ ਮੱਧਕਾਲ ਦੇ ਵਿੱਚ ਜਿਹੜਾ ਔਰੰਗਜ਼ੇਬ ਜੀ ਦਾ ਸਮਾਂ ਉਹ ਬੜਾ ਕੱਟੜਤਾਵਾਦ ਵਾਲਾ ਸਮਾਂ, ਜਿਹਦੇ ਵਿੱਚ ਇੱਕ ਧਰਮ ਨੂੰ ਖਾਸ ਤੌਰ ਤੇ ਇੱਕ ਕੇਂਦਰਵਾਦੀ ਪ੍ਰਵਚਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਖਾਸ ਤੌਰ ਤੇ ਜਿਹੜੇ ਦੂਜੇ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਜਬਰੀ ਜਿਹੜਾ ਉਹਨਾਂ ਦਾ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਕਿਉਂਕਿ ਉਸ ਸਮੇਂ ਬਾਕੀ ਧਰਮਾਂ ਦੇ ਸਾਹਮਣੇ ਇੱਕ ਬਹੁਤ ਵੱਡੇ ਸਵਾਲ ਸੀ, ਜਾਂ ਖਾਸ ਤੌਰ ਤੇ ਹਿੰਦੂ ਧਰਮ ਦੀ ਆਪਾਂ ਗੱਲ ਕਰੀਏ, ਉਹਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਸੀ ਜਿਹਦੀ ਫਰਿਆਦ ਗੁਰੂ ਤੇਗ ਬਹਾਦਰ ਜੀ ਕੋਲ ਲੈ ਕੇ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਤੋਂ ਵੱਡਾ ਵਿਦਵਾਨ ਜਿਹੜਾ ਕੌਣ ਹੋਏਗਾ ਜਿਹੜਾ ਸ਼ਹੀਦੀ ਦੇਣ ਲਈ। ਤਾਂ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਆਪਣੇ ਆਪ ਨੂੰ ਸ਼ਹੀਦੀ ਦੇ ਲਈ ਤਿਆਰ ਕਰਦੇ ਨੇ ਤੇ ਦਿੱਲੀ ਜਾ ਕੇ ਸ਼ਹੀਦ ਹੁੰਦੇ ਨੇ। ਇਸ ਕਰਕੇ ਇਸ ਸ਼ਹੀਦੀ ਜਿਹੜੀ ਇਹ ਸ਼ਹੀਦੀ ਸੀ ਅਸੀਂ ਕੇਵਲ ਉਸ ਰੂਪ ਦੇ ਵਿੱਚ ਨਾ ਉਹਨੂੰ ਦੇਖੀਏ, ਉਹ ਅਸਲ ਦੇ ਵਿੱਚ ਜਿਹੜੀ ਉਸ ਸਮੇਂ ਦੀ ਆਜ਼ਾਦੀ ਸੀ, ਉਸ ਸਮੇਂ ਦੀ ਜਿਹੜੀ ਸੁਤੰਤਰਤਾ ਸੀ, ਜਿਹੜੀ ਇੱਕ ਕੇਂਦਰਵਾਦੀ ਪ੍ਰਵਚਨ ਦੇ ਖਿਲਾਫ ਜਿਹੜੀ ਲੜਨ ਦੀ ਸੀ, ਉਹਨੂੰ ਉਹ ਜਿਹੜੀ ਕਾਇਮ ਰੱਖ ਰਹੇ ਨੇ। ਉਸ ਸੁਤੰਤਰਤਾ ਨੂੰ, ਉਸ ਆਜ਼ਾਦੀ ਨੂੰ ਇਸਲਾਮ ਤੋਂ ਇਲਾਵਾ ਬਾਕੀ ਧਰਮ ਵੀ ਆਪਣੇ ਜੀਵਨ ਜਾਂਚ ਦੇ ਅਨੁਸਾਰ ਜਿਉ ਸਕਣ, ਆਪਣੀ ਜੀਵਨ ਬਤੀਤ ਕਰ ਸਕਣ, ਉਸ ਦੇ ਲਈ ਉਹ ਆਜ਼ਾਦੀ ਜਿਹੜੀ ਸੁਤੰਤਰਤਾ ਦੀ ਮੰਗ ਕਰ ਰਹੇ ਨੇ। ਉਹਨਾਂ ਲਈ ਸ਼ਹੀਦ ਵੀ ਉਹਨਾਂ ਨੂੰ ਹੋਣਾ ਪੈਂਦਾ। ਇਸ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਦੇ ਰੂਪ ਦੇ ਵਿੱਚ ਅਸੀਂ ਯਾਦ ਕਰਦੇ ਹਾਂ, ਹਿੰਦ ਦੀ ਚਾਦਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਅਸੀਂ ਦੇਖਦੇ ਹਾਂ। ਥੈਂਕ ਯੂ ਸੋ ਮਚ ਸਰ। ਆਈ ਹੋਪ ਕਿ ਬੱਚੇ ਨੂੰ ਆਨਸਰ ਬਹੁਤ ਕਲੀਅਰ ਹੋ ਗਿਆ ਹੋਊਗਾ। ਸਰ ਨੈਕਸਟ ਕੁਐਸਚਨ ਸਾਡੇ ਕਾਲਜ ਦੇ ਕੋਲੀਗ ਮੈਮ ਮੀਨਾਕਸ਼ੀ ਵੱਲੋਂ ਹੈ ਤੇ ਮੈਂ ਚਾਹੂੰਗੀ ਕਿ ਉਹ ਪਰਸਨਲੀ ਤੁਹਾਨੂੰ ਆਪਣਾ ਕੁਐਸਚਨ ਪੁੱਛਣ। ਮੈਮ ਮੀਨਾਕਸ਼ੀ।
ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਰ ਤੁਸੀਂ ਆਪਣੇ ਲੈਕਚਰ ਦੇ ਦੌਰਾਨ ਦੱਸਿਆ ਵੀ ਉਸ ਸਮੇਂ ਦੀ ਸੱਤਾ ਸੀ, ਜਿਹੜਾ ਵੀ ਉਸ ਸਮੇਂ ਦੀ ਸੱਤਾ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਉਹਦਾ ਵਿਰੋਧ ਕੀਤਾ। ਹਾਂਜੀ। ਮੇਰਾ ਪ੍ਰਸ਼ਨ ਇਹ ਹੈ ਵੀ ਜਿਹੜੀ ਅੱਜ ਕੱਲ ਦੀ ਸੱਤਾ ਇਹਦਾ ਵਿਰੋਧ ਅਸੀਂ ਕਿਵੇਂ ਕਰ ਸਕਦੇ ਹਾਂ? ਕਿਉਂਕਿ ਜਿਵੇਂ ਕਿ ਤੁਸੀਂ ਮਤਲਬ ਲੈਕਚਰ ਦੇ ਦੌਰਾਨ ਗੱਲ ਕੀਤੀ ਕਿਸਾਨਾਂ ਬਾਰੇ, ਵੀ ਜੇ ਅਸੀਂ ਇਸ ਮਤਲਬ ਕਿਸਾਨਾਂ ਦੇ ਉੱਤੇ ਜਿਹੜੀ ਅੱਜ ਦੀ ਸਰਕਾਰ ਹੈ ਉਹ ਆਪਦੀਆਂ ਮਨਮਰਜ਼ੀਆਂ ਮਤਲਬ ਥੋਪ ਰਹੀ ਹੈ, ਫਿਰ ਇਹਦਾ ਵਿਰੋਧ ਕਿਵੇਂ ਹੋ ਸਕਦਾ? ਉਸ ਸਮੇਂ ਤਾਂ ਹਿੰਦੂ ਵਰਗ ਦੇ ਉੱਤੇ ਮੁਸੀਬਤ ਆਈ, ਗੁਰੂ ਤੇਗ ਬਹਾਦਰ ਜੀ ਆ ਗਏ। ਜੇ ਅੱਜ ਦੇ ਸਮੇਂ ਵਿੱਚ ਜੇ ਕਿਸੇ ਵਰਗ ਦੇ ਉੱਤੇ ਮੁਸੀਬਤ ਆਉਂਦੀ ਹੈ, ਫਿਰ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਮਤਲਬ ਇੰਤਜ਼ਾਰ ਕਰੀਏ ਕਿ ਕਿਵੇਂ, ਮਤਲਬ ਕੀ ਹੋ ਸਕਦਾ ਇਸ ਦਾ ਵਿਰੋਧ? ਨਹੀਂ ਮੈਨੂੰ ਮੈਡਮ ਜੇ ਤੁਹਾਡਾ ਸਵਾਲ ਬਹੁਤ ਅੱਛਾ ਸਵਾਲ ਆ ਕਿ ਉਸ ਸਮੇਂ ਸਾਡੇ ਕੋਲੇ ਜਿਹੜੀ ਅਸਲ ਦੇ ਵਿੱਚ ਰਾਜਨੀਤਿਕ ਸੱਤਾ ਸੀਗੀ ਉਹ ਰਜਵਾੜਾ ਸ਼ਾਹੀ ਵਾਲੀ ਸੀ, ਜਿਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈਗਾ ਉਹ ਰਾਜਾ ਤੇ ਉਹਦਾ ਕਿਹਾ ਹੋਇਆ ਇੱਕ ਕਾਨੂੰਨ। ਅੱਜ ਅਸੀਂ ਜਿਹੜਾ ਵਿਰੋਧ ਕਰ ਸਕਦੇ ਹਾਂ, ਸਾਡੇ ਕੋਲ ਸੰਵਿਧਾਨ ਹੈਗਾ, ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੋਇਆ ਵਿਰੋਧ ਕਰਨ ਦਾ। ਅਸੀਂ ਇਕੱਠੇ ਹੋ ਕੇ, ਕਿਉਂਕਿ ਅਸੀਂ ਇਕੱਠੇ ਹੋ ਕੇ ਜਿਵੇਂ ਕਿਸਾਨ ਵਿਰੋਧ ਕਰ ਰਹੇ ਨੇ, ਕਿਸਾਨਾਂ ਨੇ ਖਾਸ ਤੌਰ ਤੇ ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ, ਪਰ ਸਾਨੂੰ ਇਸ ਪ੍ਰਤੀ ਚੇਤਨ ਹੋਣ ਦੀ ਬਹੁਤ ਵੱਡੀ ਲੋੜ ਆ। ਜੇ ਅਸੀਂ ਪਹਿਲਾਂ ਵਿਰੋਧ ਕਰਨਾ, ਸਾਨੂੰ ਚੇਤਨ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮਕਾਲ ਦੇ ਸਮੇਂ ਦੇ ਵਿੱਚ ਹੋਏ ਕਿਸਾਨਾਂ ਦੇ ਖਿਲਾਫ ਵੀ ਵੱਡੀ ਪੱਧਰ ਤੇ ਜਿਹੜੇ ਲੋਕ ਨੇ, ਖਾਸ ਤੌਰ ਤੇ ਹਿੰਦੀ ਭਾਸ਼ੀ ਏਰੀਏ ਦੇ, ਉਹ ਵਿਰੁੱਧ ਬੋਲ ਰਹੇ ਨੇ। ਇਸ ਕਰਕੇ ਸਾਨੂੰ ਆਪਣੇ ਹੱਕਾਂ ਪ੍ਰਤੀ ਸਾਡੇ ਨਾਲ ਜਿਹੜੀ ਸਰਕਾਰ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਸਾਡਾ ਸ਼ੋਸ਼ਣ ਕਰ ਰਹੀ ਹੈ, ਸਾਨੂੰ ਕਿਸ ਤਰੀਕੇ ਨਾਲ ਸਾਡੇ ਨੂੰ ਲੁੱਟ ਰਹੀ ਆ, ਇਹਦੇ ਪ੍ਰਤੀ ਸਾਨੂੰ ਪਹਿਲਾਂ ਸੁਚੇਤ ਹੋਣ ਦੀ ਲੋੜ ਆ। ਅਸੀਂ ਸੁਚੇਤ ਤਾਂ ਹੀ ਹੋ ਸਕਾਂਗੇ ਜੇ ਅਸੀਂ ਆਸੇ ਪਾਸੇ ਦੀਆਂ ਜਿਹੜੀਆਂ ਸਾਡੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਪਰਿਸਥਿਤੀਆਂ ਨੇ ਉਹਨਾਂ ਨੂੰ ਸਮਝਾਂਗੇ, ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਸਾਨੂੰ ਹੱਕ ਦਿੱਤੇ ਹੋਏ ਨੇ ਉਹਨਾਂ ਪ੍ਰਤੀ ਸੁਚੇਤ ਹੋਵਾਂਗੇ, ਤਾਂ ਹੀ ਅਸੀਂ ਵਿਰੋਧ ਕਰ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਬੜਾ ਸੀਮਤ ਕੀਤਾ ਹੋਇਆ, ਅਸੀਂ ਆਪੇ ਤੋਂ ਉੱਪਰ ਉੱਠ ਕੇ ਸਮਾਜ ਬਾਰੇ ਕਦੇ ਸੋਚਦੇ ਹੀ ਨਹੀਂ। ਅਸੀਂ ਆਪਣੇ ਆਪੇ ਤੱਕ ਸੀਮਤ ਆ। ਅਸੀਂ ਇਹ ਸੋਚਦੇ ਹਾਂ ਕਿ ਮੇਰਾ ਕੰਮ ਹੋ ਗਿਆ, ਬਾਕੀ ਦੁਨੀਆ ਭਾਵੇਂ ਟੱਠੇ ਖੂਹ 'ਚ ਜਾਵੇ। ਜਿੰਨਾ ਚਿਰ ਸਾਡੀ ਇਹ ਸੋਚ ਨਹੀਂ ਬਦਲੂਗੀ, ਉਹਨਾਂ ਚਿਰ ਅਸੀਂ ਸੱਤਾ ਦਾ ਵਿਰੋਧ ਵੀ ਨਹੀਂ ਕਰ ਸਕਦੇ, ਉਹਨਾਂ ਚਿਰ ਅਸੀਂ ਆਪਣੇ ਹੱਕਾਂ ਤੋਂ ਸੁਚੇਤ ਵੀ ਨਹੀਂ ਹੋ ਸਕਦੇ, ਉਹਨਾਂ ਚਿਰ ਅਸੀਂ ਚੇਤਨ ਵੀ ਨਹੀਂ ਹੋ ਸਕਦੇ, ਤੇ ਉਹਨਾਂ ਚਿਰ ਅਸੀਂ ਸੱਤਾ ਦਾ ਵਿਰੋਧ ਵੀ ਨਹੀਂ ਕਰ ਸਕਦੇ। ਇਸ ਕਰਕੇ ਸਾਨੂੰ ਆਪਣੇ ਆਪੇ ਤੋਂ, ਕਿਉਂਕਿ ਤੁਸੀਂ ਦੇਖੋ ਕਿ ਸਾਡੀ ਮੱਧ ਕਾਲ ਦੇ ਵਿੱਚ ਜਿੰਨੇ ਵੀ ਸਾਡੇ ਵਿਦਰੋਹੀ ਹੋਏ ਨੇ, ਸਾਡੇ ਸਾਹਿਤ ਦੇ ਹਵਾਲੇ ਦੇ ਨਾਲ ਮੈਂ ਇਹ ਗੱਲ ਕਰਾਂ ਤਾਂ ਉਹਨਾਂ ਨੇ ਸਮੂਹਿਕਤਾ ਨੂੰ ਸੋਚਿਆ, ਉਹਨਾਂ ਨੇ ਪਹਿਲਾਂ ਲੁਕਾਈ ਨੂੰ ਸੋਚਿਆ, ਫਿਰ ਉਹਨਾਂ ਨੇ ਆਪਣੇ ਆਪੇ ਨੂੰ ਸੋਚਿਆ। ਇਸ ਕਰਕੇ ਪਹਿਲਾਂ ਸਾਨੂੰ ਸਮੂਹਿਕ ਰੂਪ ਦੇ ਵਿੱਚ ਜਿਹੜੀ ਲੁਕਾਈ ਬਾਰੇ ਸੋਚਣ ਦੀ ਲੋੜ ਆ ਕਿ ਅਸੀਂ ਲੁਕਾਈ ਨੂੰ ਸ਼ੋਸ਼ਣ ਤੋਂ, ਲੁਕਾਈ ਨੂੰ ਸੱਤਾ ਦੇ ਡਰ ਤੋਂ, ਸੱਤਾ ਦੀ ਹਿੰਸਾ ਤੋਂ ਕਿਸ ਤਰ੍ਹਾਂ ਬਚਾ ਸਕਦੇ ਹਾਂ। ਮਸਲਾ ਅਸੀਂ ਗੱਲ ਕਰੀਏ ਕਿ ਸਾਡੇ ਹੱਕ ਦੇ ਵਿੱਚ ਜਿਹੜੇ ਬੁੱਧੀਜੀਵੀ ਆਵਾਜ਼ ਉਠਾਉਂਦੇ ਨੇ, ਭਾਵੇਂ ਉਹ ਕਿਸੇ ਵੀ ਖਿੱਤੇ ਦੇ ਨੇ, ਜਿਹੜੀਆਂ ਸਰਕਾਰਾਂ ਲਗਾਤਾਰ ਉਹਨਾਂ ਨੂੰ ਬੰਦੀ ਬਣਾ ਰਹੀਆਂ ਨੇ, ਨਜ਼ਰਬੰਦ ਕਰ ਰਹੀਆਂ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਰਹੀਆਂ ਨੇ, ਅਸੀਂ ਉਹਨਾਂ ਲਈ ਕਿੰਨੀ ਕੁ ਆਵਾਜ਼ ਉਠਾ ਰਹੇ ਹਾਂ? ਬੜੇ ਸੀਮਤ ਲੋਕ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਹੇ, ਜਦ ਕਿ ਗੱਲ ਤਾਂ ਉਹ ਲੋਕਾਂ ਦੀ ਕਰ ਰਹੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਪ੍ਰਤੀ ਸਾਨੂੰ ਸੁਚੇਤ ਹੋਣ ਦੇ, ਜਦੋਂ ਅਸੀਂ ਇਹਨਾਂ ਚੀਜ਼ਾਂ ਪ੍ਰਤੀ ਸੁਚੇਤ ਹੋ ਗਏ, ਇਕੱਠੇ ਹੋ ਗਏ, ਸਮੂਹਿਕ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਸਰਕਾਰ ਦਾ ਵਿਰੋਧ ਕੀਤਾ, ਤਾਂ ਸਾਡੇ ਹੱਕ ਵੀ ਸਾਨੂੰ ਮਿਲਣਗੇ ਤੇ ਸੱਤਾ ਦਾ ਜਿਹੜਾ ਡਰ ਹੈ, ਸੱਤਾ ਦੀ ਹਿੰਸਾ, ਉਹ ਵੀ ਦੂਰ ਹੋਏਗੀ। ਤੇ ਸਰ ਅਸੀਂ ਫਿਰ ਇਹ ਵੀ ਕਹਿ ਸਕਦੇ ਹਾਂ ਵੀ ਉਸ ਸਮੇਂ ਦੀ ਸੱਤਾ ਨਾਲੋਂ ਇਸ ਸਮੇਂ ਦੀ ਸੱਤਾ ਜਿਹੜੀ ਵਰਤਮਾਨ ਸੱਤਾ ਹੈ ਉਹ ਜ਼ਿਆਦਾ ਜਾਬਰ ਹੈ? ਬਿਲਕੁਲ ਮੈਮ, ਦੇਖੋ ਢੰਗ ਤਰੀਕੇ ਤੁਸੀਂ ਆਪ ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਵੰਡਿਆ ਜਾ ਰਿਹਾ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਲਿੰਗ ਦੇ ਨਾਂ ਤੇ, ਜਾਂ ਪੁਲਿਸ ਦੇ ਰਾਹੀਂ ਜਾਂ ਨਿਆਂ ਦੇ ਰਾਹੀਂ ਕਿਵੇਂ ਸੱਤਾ ਨੂੰ ਮੈਨੂਪਲੇਟ ਕਰਕੇ ਲੋਕਾਂ ਦੇ ਉੱਤੇ ਰਾਜ ਕੀਤਾ ਜਾ ਰਿਹਾ। ਸੱਤਾ ਜਿਹੜੀ ਸੱਤਾ ਹੈਗੀ ਆ ਉਸ ਹਰ ਇੱਕ ਤਰੀਕੇ ਨਾਲ, ਹਰ ਇੱਕ ਸਮੇਂ ਦੇ ਵਿੱਚ ਆਪਣੀਆਂ ਚਾਲਾਂ ਖੇਡਦੀ ਆ। ਅਸੀਂ ਉਹ ਕ੍ਰੀਏਟਿਵ ਤਰੀਕੇ ਦੇ ਨਾਲ ਉਸ ਸੱਤਾ ਦੀਆਂ ਚਾਲਾਂ ਨੂੰ ਅਸੀਂ ਕਿਵੇਂ ਨਾਕਾਮ ਕਰ ਸਕਦੇ ਹਾਂ, ਉਹਨੂੰ ਕਿਵੇਂ ਹਰਾ ਸਕਦੇ ਹਾਂ, ਉਹ ਸਾਡੀ ਆਪਣੀ ਸਮੂਹਿਕ ਸੋਚ ਦੇ ਵਿੱਚੋਂ ਹੀ ਨਿਕਲ ਸਕਦੀਆਂ ਨੇ। ਹਾਂਜੀ ਸਰ, ਥੈਂਕ ਯੂ ਸਰ, ਬਹੁਤ ਸੋਹਣਾ ਜਵਾਬ ਸੀ ਤੁਹਾਡਾ। ਤੇ ਜਾਨੀ ਕਿ ਆਪਾਂ ਨੂੰ ਰਲ ਕੇ ਇਕੱਠੇ ਹੋ ਕੇ ਇਸ ਚੀਜ਼ ਬਾਰੇ ਸੋਚਣਾ ਪੈਣਾ, ਤੇ ਤਾਂ ਹੀ ਅਸੀਂ ਸੱਤਾ ਦਾ ਵਿਰੋਧ ਕਰ ਸਕਦੇ ਹਾਂ। ਥੈਂਕ ਯੂ ਸਰ। ਥੈਂਕ ਯੂ ਸੋ ਮਚ। ਸੋ ਸਰ ਨੈਕਸਟ ਕੁਐਸਚਨ ਹੈਗਾ ਨਵਦੀਪ ਕੌਰ ਸਟੂਡੈਂਟ ਦਾ। ਸਰ ਬੱਚਾ ਇਹ ਪੁੱਛ ਰਿਹਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਤੇਗ ਬਹਾਦਰ ਜੀ ਸਾਨੂੰ ਬਰਾਬਰੀ ਦਾ ਪਾਠ ਪੜਾਉਂਦੇ ਨੇ ਕਿ ਸਭ ਹਰ ਕੋਈ ਬਰਾਬਰ ਹੈ। ਸੋ ਲੇਕਿਨ ਅੱਜ ਕੱਲ ਦੇ ਸਮੇਂ ਦੇ ਵਿੱਚ ਜਾਤ ਪਾਤ ਦੇ ਨਾਮ ਤੇ ਬਹੁਤ ਦੰਗੇ ਹੋ ਰਹੇ ਨੇ। ਸੋ ਬੱਚਾ ਇਹ ਜਾਨਣਾ ਚਾਹ ਰਿਹਾ ਹੈ ਕਿ ਸਾਨੂੰ ਇਸ ਕੱਟੜਵਾਦੀ ਸੋਚ ਨੂੰ ਕਿਵੇਂ ਬਦਲਣਾ ਚਾਹੀਦਾ ਹੈ ਅੱਜ ਕੱਲ ਦੇ ਸਮੇਂ 'ਚ, ਇਨ ਦਿਸ ਮਾਡਰਨ ਟਾਈਮ। ਬਿਲਕੁਲ ਬੱਚੇ, ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਜਾਤ ਪਾਤ ਦੇ, ਸਦੀਆਂ ਤੋਂ ਅਸੀਂ ਜਾਤ ਪਾਤ ਦੇ ਨਾਲ ਲੜਦੇ ਆ ਰਹੇ ਹਾਂ। ਧਰਮ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ ਜਿਹੜੀਆਂ ਸਾਡੀਆਂ ਵੰਡੀਆਂ ਰਹੀਆਂ ਨੇ,
ਸਾਡੇ ਜਿਹੜੇ ਵੱਡੇ ਮਹਾਨ ਫਿਲਾਸਫਰ ਨੇ, ਭਾਵੇਂ ਸਾਡੇ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਹੈਗੇ ਨੇ, ਉਹ ਜਾਤ ਪਾਤ ਨਾਲ, ਤੁਸੀਂ ਬੁੱਧ ਦੀ ਗੱਲ ਲਾ ਲਓ, ਸਿੱਧਨਾਥ ਯੋਗੀਆਂ ਦੀ ਗੱਲ ਲਾਓ, ਤੁਸੀਂ ਭਗਤੀ ਮੂਵਮੈਂਟ ਦੀ ਗੱਲ ਲਾਓ, ਸੂਫੀਆਂ ਦੀ ਗੱਲ ਲਾਓ, ਇਹ ਸਾਰੇ ਜਿਹੜੇ ਲੋਕ ਹੈਗੇ ਨੇ ਉਹ ਲਗਾਤਾਰ ਜਾਤ ਪਾਤ ਦੇ ਖੰਡਨ ਕਰਦੇ ਰਹੇ ਨੇ ਤੇ ਜਾਤ ਪਾਤ ਵਿਰੋਧੀ ਜਿਹੜੀ ਫਲਸਫੇ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ। ਉਹਨਾਂ ਨੇ ਸਾਨੂੰ ਉਸ ਰੂਪ ਦੇ ਵਿੱਚ ਸੰਦੇਸ਼ ਵੀ ਦਿੱਤੇ ਨੇ ਆਪਣੀ ਬਾਣੀ ਦੇ ਜਰੀਏ, ਆਪਣੀ ਕਵਿਤਾ ਦੇ ਜਰੀਏ, ਜਾਤ ਪਾਤ ਤੋਂ ਉੱਪਰ ਉੱਠਣ ਦੀ ਜਿਹੜੀ ਇੱਕ ਬ੍ਰਾਹਮਣਵਾਦੀ ਫਿਲਾਸਫੀ ਆ ਉਹਨੂੰ ਰੱਦ ਕਰਕੇ ਉਹ ਆਪਸੀ ਬਰਾਬਰਤਾ, ਆਪਸੀ ਸਮਤਾਵਾਦੀ ਵਾਲਾ ਜਿਹੜਾ ਸਮਤਾਵਾਦੀ ਸਮਾਜ ਆ ਉਹ ਸਥਾਪਨਾ ਕਰਨ ਦੀ ਜਿਹੜੀ ਲਗਾਤਾਰ ਸਾਨੂੰ ਸੰਦੇਸ਼ ਦਿੰਦੇ ਨੇ। ਪਰ ਜੇ ਅਸੀਂ ਦੇਖੀਏ ਕਿ ਮਾਡਰਨ ਏਰਾ ਦੇ ਵਿੱਚ ਕੀ ਹੋਇਆ ਕਿ ਸਾਡੀ ਜਿਹੜੀ ਰਾਜਨੀਤੀ ਸੀ ਉਹ ਧਰਮ ਕੇਂਦਰਿਤ ਹੋ ਜਾਂਦੀ ਆ, ਜਾਤ ਕੇਂਦਰਿਤ ਹੋ ਜਾਂਦੀ ਆ। ਅਸੀਂ ਵੀ ਆਪਣੇ ਅੰਦਰੋਂ ਜਿਹੜੀਆਂ ਉਹ ਜਾਤ ਪਾਤ, ਜਿਹੜੀ ਜਾਤ ਵਾਲੀ ਜਿਹੜੀ ਸਾਡੀ ਮਨੋਗ੍ਰੰਥੀ ਆ ਉਹਨੂੰ ਨਹੀਂ ਮਿਟਾ ਪਾਏ। ਉਹ ਸਾਨੂੰ ਜਿਹੜੀ ਸੱਤਾ ਉਹ ਦੁਬਾਰੇ ਜਿਹੜੀਆਂ ਰਾਜਨੀਤਿਕ ਲੋਕ ਨੇ ਉਭਾਰਦੇ ਨੇ। ਸੱਤਾ ਜਿਹੜੀ ਹੈਗੀ ਆ ਜਾਤ ਦੇ ਨਾਂ ਤੇ, ਧਰਮ ਦੇ ਆਧਾਰ ਤੇ ਪੱਤਾ ਖੇਡਦੀ ਆ, ਸਾਨੂੰ ਫੇਰ ਬਣਦੀ ਆ। ਤੁਸੀਂ ਦੇਖਿਆ ਹੋਵੇਗਾ ਕਿ ਚੋਣਾਂ ਦੇ ਸਮੇਂ ਜਾਤ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਵੰਡੀਆਂ ਪਾਈਆਂ ਜਾਂਦੀਆਂ ਨੇ। ਤਾਂ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਅੱਜ ਵੀ ਸੱਤਾ ਸਾਨੂੰ ਉਸ ਤਰ੍ਹਾਂ ਵੰਡ ਕੇ ਰੱਖਣਾ ਚਾਹੁੰਦੀ ਆ, ਸਾਨੂੰ ਇਕੱਠਾ ਹੀ ਨਹੀਂ ਹੋਣ ਦੇਣਾ ਚਾਹੁੰਦੀ। ਪਰ ਅਸੀਂ ਸੋਚਣਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿਵੇਂ ਸਮੂਹਿਕ ਰੂਪ ਦੇ ਵਿੱਚ ਇਕੱਠੇ ਹੋ ਕੇ, ਕਿਉਂਕਿ ਮਨੁੱਖ ਤਾਂ ਮਨੁੱਖ ਆ। ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਗੁਰਬਾਣੀ ਦੇ ਵਿੱਚ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਮਨੁੱਖ ਨੂੰ ਤਾਂ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਮਨੁੱਖ ਦੇ ਰੂਪ ਦੇ ਵਿੱਚ ਆ, ਕਿਸੇ ਦੇ ਵਿੱਚ ਕੋਈ ਫਿਰ ਜਿਹੜਾ ਹੈਗਾ ਅੰਤਰ ਹੈ ਨਹੀਂ। ਕਬੀਰ ਜੀ ਕਹਿੰਦੇ ਨੇ ਕਿ ਬ੍ਰਾਹਮਣ ਦਾ ਖੂਨ ਤੇ ਸ਼ੂਦਰ ਦਾ ਖੂਨ ਇੱਕੋ ਜਿਹੇ ਹੁੰਦੇ ਨੇ, ਫਿਰ ਫਰਕ ਕਿਉਂ ਆ? ਜੇ ਬ੍ਰਾਹਮਣ ਵੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲੈਂਦਾ ਤੇ ਸ਼ੂਦਰ ਵੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲੈਂਦਾ, ਫਿਰ ਇਹ ਫਰਕ ਕਿਉਂ ਆ? ਇਸ ਕਰਕੇ ਸਾਨੂੰ ਇਸ ਜਿਹੜੀ ਮਾਨਸਿਕਤਾ, ਬ੍ਰਾਹਮਣਵਾਦੀ ਮਾਨਸਿਕਤਾ ਜਿਹਦੇ ਵਿੱਚ ਜਾਤ ਪਾਤ ਦੀ ਵਿਵਸਥਾ, ਉਹ ਤੋਂ ਉੱਪਰ ਉੱਠਣ ਦੀ ਲੋੜ ਹੈ। ਸਾਡੇ ਗੁਰੂਆਂ ਨੇ, ਸਾਡੇ ਸੂਫੀਆਂ ਨੇ ਵੀ ਇਸ ਗੱਲ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦੇ ਦੇ ਅੰਦਰ ਪ੍ਰਮਾਤਮਾ, ਹਰ ਇੱਕ ਬੰਦੇ ਦੇ ਅੰਦਰ ਜਿਹੜਾ ਖੁਦਾ ਹੈਗਾ। ਫਿਰ ਅਸੀਂ ਇਹ ਵਿਤਕਰਾ ਕਿਉਂ ਕਰ ਰਹੇ ਹਾਂ? ਸੋਹਿਮ ਦਾ ਕਨਸੈਪਟ ਆ, ਸਾਡੇ ਵਹਿਦਤੁਲ ਵਜੂਦ ਦਾ ਕਨਸੈਪਟ ਹੈਗਾ। ਤਾਂ ਇਸ ਦੇ ਰਾਹੀਂ ਉਹ ਸਾਰੇ ਮਨੁੱਖ ਦੀ ਬਰਾਬਰਤਾ ਦੀ ਜਿਹੜੀ ਗੱਲ ਆ ਸਾਡੇ ਸੂਫੀ, ਸਾਡੇ ਗੁਰਮਤਿ ਕਵੀ ਕਰ ਰਹੇ ਨੇ, ਸਾਡੇ ਭਗਤ ਕਵੀ ਕਰ ਰਹੇ ਨੇ। ਪਰ ਫਿਰ ਵੀ ਸਾਡੇ ਜਾਤ ਪਾਤ ਦੀ ਵਿਵਸਥਾ, ਕਿਉਂਕਿ ਲਗਾਤਾਰ ਅੰਗਰੇਜ਼ ਆਉਂਦੇ ਨੇ, ਅੰਗਰੇਜ਼ ਇੱਥੇ ਜਨਗਣਨਾ ਕਰਾਉਂਦੇ ਨੇ, ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਜਨਗਣਨਾ ਕਰਾਉਂਦੇ ਨੇ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਿੰਘ ਸਭਾ, ਆਰੀਆ ਸਮਾਜ, ਇਹ ਲਹਿਰਾਂ ਪੈਦਾ ਹੁੰਦੀਆਂ ਨੇ। ਫਿਰ ਜਾਤ ਪਾਤ ਦੀ ਵਿਵਸਥਾ ਜਿਹੜੀ ਕਾਇਮ ਹੁੰਦੀ ਹੈ, ਜਾਤ ਪਾਤ ਦੇ ਨਾਂ ਤੇ ਰਾਜਨੀਤੀ ਸ਼ੁਰੂ ਹੁੰਦੀ ਹੈ। ਫਿਰ ਵੰਡੀਆਂ, ਆਜ਼ਾਦੀ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੰਡੀਆਂ ਪੈਦਾ ਹੁੰਦੀਆਂ। ਅੰਬੇਦਕਰ ਬਹੁਤ ਕੋਸ਼ਿਸ਼ ਕਰਦਾ ਜਾਤ ਪਾਤ ਨੂੰ ਖਤਮ ਕਰਨ ਦੀ, ਸੰਵਿਧਾਨ ਦੇ ਵਿੱਚ ਵਿਵਸਥਾ ਵੀ ਕਰਦਾ, ਪਰ ਫਿਰ ਵੀ ਜਿਹੜੀ ਸਾਡੀ ਰਾਜਨੀਤੀ ਆ, ਕਿਉਂਕਿ ਸਾਨੂੰ ਵੰਡ ਕੇ ਰੱਖਣਾ ਚਾਹੁੰਦੀ ਹੈ, ਇਸ ਕਰਕੇ ਜਾਤੀ ਪਾਤੀ ਵਿਵਸਥਾ ਨੂੰ बढ़ावा दिंदी आ। इस तरह के माहौल सिरजे जाते हैं जिहदे विच जात पात के आधार पर जिहड़ियां वंडियां वधदियां ने। तां इस नूं असीं अपने आप दे उत्ते काम करके अपने आसे पासे के लोगों के उत्ते नूं बराबर समझ के इस तो असीं पार पा सकदे, साडे गुरुआं दी फिलासफी नूं समझ के असीं पार पा सकदे। थैंक यू सो मच सर। सर नाउ साडे इवेंट कोआर्डीनेटर प्रोफैसर लखविंदर सिंह दा एक लास्ट क्वेश्चन है तुहाडे लई, सो मैं उन्हां नूं पर्सनली रिक्वेस्ट करदी हां कि वो अपना क्वेश्चन पूछ लें। प्रोफैसर सर मेरा प्रश्न ये है जी कि गुरु नानक देव जी ਜਦੋਂ ਉਹਨਾਂ ਦੇ ਜਨੇਊ ਪਾਉਣ ਦੀ ਜਿਹੜੀ ਹੈਗੀ ਹੈ ਪੰਡਤ ਦੁਆਰਾ ਰਸਮ ਕੀਤੀ ਜਾਂਦੀ ਹੈ ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜਾ ਹੈਗਾ ਮਨਾ ਕੀਤਾ ਜਾਂਦਾ, ਵਿਰੋਧ ਕੀਤਾ ਜਾਂਦਾ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਸ਼ਹਾਦਤ ਜਿਹੜੀ ਹੈਗੀ ਇੱਕ ਜਨੇਊ ਨੂੰ ਬਚਾਉਣ ਦੇ ਲਈ ਹੁੰਦੀ ਹੈ। ਇਹਦੇ ਸੰਬੰਧ ਵਿੱਚ ਤੁਹਾਡੇ ਤੋਂ ਕੁਐਸਚਨ ਪੁੱਛ ਰਹੇ ਹਾਂ। ਬਿਲਕੁਲ ਸਰ, ਰਾਜਨੀਤੀ ਸਥਿਤੀ ਹੈ ਇਹ ਵਾਰ-ਵਾਰ ਉੱਠਦਾ ਸਵਾਲ। ਅਸਲ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜਨੇਊ ਦਾ ਵਿਰੋਧ ਕਰ ਰਹੇ ਨੇ, ਉਹ ਇੱਕ ਕਰਮਕਾਂਡ ਦੇ ਤੌਰ ਤੇ ਕਰ ਰਹੇ ਨੇ ਕਿ ਉਸ ਕਰਮਕਾਂਡੀ ਵਿਵਸਥਾ ਦੇ ਵਿੱਚ ਤੁਸੀਂ ਕੇਵਲ ਉਸਤੇ ਜਨੇਊ ਦੀ ਗੱਲ ਨਾ ਕਰੋ। ਜਿਹੜੀ ਮੁਸਲਮ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਕਰਮਕਾਂਡ ਨੇ ਜਾਂ ਬਾਕੀ ਧਰਮਾਂ ਦੇ ਜਿਹੜੇ ਕਰਮਕਾਂਡ ਨੇ, ਸਿੱਧਾਨਾਥਾਂ ਦੀ ਗੱਲ ਸਿੱਧ ਗੋਸ਼ਟ ਦੇ ਵਿੱਚ ਉਹ ਕਰ ਰਹੇ ਨੇ, ਉਹਨਾਂ ਸਾਰੇ ਕਰਮਕਾਂਡਾਂ ਨੂੰ ਰੱਦ ਕਰ ਰਹੇ ਨੇ। ਪਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਤੱਕ ਆਉਂਦੇ ਆ ਤਾਂ ਉੱਥੇ ਜਨੇਊ ਜਿਹੜਾ ਹੈਗਾ ਉਹ ਕਰਮਕਾਂਡ ਦੇ ਰੂਪ ਦੇ ਵਿੱਚ ਨਹੀਂ, ਉੱਥੇ ਜਨੇਊ ਅਸਲ ਦੇ ਵਿੱਚ ਧਰਮ ਦੇ ਆਦਰਸ਼ਾਂ ਦੀ ਹਿੱਤਾਂ ਦੇ ਖਾਤਰ ਆ। ਉਹ ਜਨੇਊ ਦੀ ਰੱਖਿਆ ਕੇਵਲ ਹਿੰਦੂ ਧਰਮ ਜਾਂ ਜਨੇਊ ਦੀ ਰੱਖਿਆ ਦੇ ਲਈ ਉਹ ਆਪਣੀ ਸ਼ਹੀਦੀ ਨਹੀਂ ਦੇ ਰਹੇ, ਉਹ ਧਰਮ ਦੇ ਆਦਰਸ਼ਾਂ ਦੇ ਲਈ ਸ਼ਹੀਦੀ ਦੇ ਰਹੇ ਨੇ। ਉਹ ਧਰਮਾਂ ਦੀ, ਲੋਕਾਂ ਦੀ ਵੰਨ-ਸੁਵੰਨਤਾ ਦੇ ਲਈ ਆਪਣੀ ਸ਼ਹੀਦੀ ਦੇ ਰਹੇ ਨੇ ਕਿ ਸਾਰੇ ਲੋਕਾਂ ਨੂੰ ਆਪਣੇ ਵੰਨ-ਸੁਵੰਨਤਾ ਦੇ ਸੱਭਿਆਚਾਰ ਦੇ ਵਿੱਚ, ਵੰਨ-ਸੁਵੰਨਤਾ ਦੇ ਜੀਵਨ ਜਾਂਚ ਦੇ ਵਿੱਚ ਜਿਉਣ ਦਾ ਅਧਿਕਾਰ ਹੈ। ਕੋਈ ਇੱਕ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਇਸਲਾਮ ਹੀ ਸਰਵਸ਼੍ਰੇਸ਼ਟ ਹੈ, ਇਸਲਾਮੀ ਸੱਭਿਆਚਾਰ ਹੀ ਸਰਵਸ਼੍ਰੇਸ਼ਟ ਹੈ ਤੇ ਬਾਕੀ ਦੇ ਲੋਕ ਨੂੰ ਜਬਰੀ ਉਹ ਕਹੇ ਕਿ ਤੁਸੀਂ ਸਾਡੇ
ਜਿਹੜੀ ਇਸਲਾਮ ਦੇ ਵਿੱਚ ਆ ਜਾਓ। ਗੁਰੂ ਜੀ ਦੀ ਉਸ ਸਮੇਂ ਦੀ ਜਿਹੜੀ ਸ਼ਹੀਦੀ ਹੈਗੀ ਆ, ਉਹ ਜੇ ਅਸੀਂ ਇਸਲਾਮ ਜਿਹੜੀ ਖਾਸ ਤੌਰ ਤੇ ਜਨੇਊ ਨੂੰ ਮੈਟਾਫਰ ਸਮਝੀਏ, ਉਹ ਅਸਲ ਦੇ ਵਿੱਚ ਜਨੇਊ ਉੱਥੇ ਮੈਟਾਫਰ ਹੈਗਾ ਮਨੁੱਖ ਦੀ ਸੁਤੰਤਰਤਾ ਦਾ, ਮਨੁੱਖ ਦੀ ਆਜ਼ਾਦੀ ਦਾ, ਮਨੁੱਖ ਦੀ ਵੰਨ-ਸੁਵੰਨਤਾ ਦਾ, ਮਨੁੱਖ ਨੂੰ ਆਪਣੇ ਢੰਗ ਦੇ ਨਾਲ ਰਹਿਣ ਦਾ। ਜਿਵੇਂ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਿੰਦੂ ਜਿਹੜੀ ਰਾਜਨੀਤੀ ਆ, ਉਹ ਉਸ ਸਨਾਤਨ ਧਰਮ ਦੇ ਨਾਂ ਤੇ ਲੋਕਾਂ, ਬਾਕੀ ਜਿਹੜੇ ਮੁਸਲਿਮ ਲੋਕ ਨੇ, ਉਹਨਾਂ ਨੂੰ ਕਹਿ ਰਹੀ ਆ ਕਿ ਇਹ ਤਾਂ ਪਹਿਲਾਂ ਹਿੰਦੂ ਹੁੰਦੇ ਸੀ, ਜਾਂ ਸਿੱਖਾਂ ਨੂੰ ਕਹਿ ਰਹੀ ਹੈ ਤਾਂ ਪਹਿਲਾਂ ਹਿੰਦੂ ਹੁੰਦੇ ਸੀ। ਉਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਚੱਲ ਰਹੀ ਆ, ਅਸਲ ਦੇ ਵਿੱਚ ਗੁਰੂ ਜੀ ਦੀ ਲੜਾਈ ਉਸ ਸਮੇਂ ਇਸ ਤਰ੍ਹਾਂ ਦੀ ਰਾਜਨੀਤੀ ਸੀ, ਜਿਹੜਾ ਆਪਣੇ ਆਪ ਨੂੰ ਇੱਕ ਕੇਂਦਰਵਾਦੀ ਪ੍ਰਵਚਨ ਜਿਹੜਾ ਸਮਝ ਕੇ ਲੋਕਾਂ ਨੂੰ ਆਪਣੇ ਅਧੀਨ ਲਿਆਉਣਾ ਚਾਹੁੰਦਾ ਸੀ, ਉਸ ਵੰਨ-ਸੁਵੰਨਤਾ ਨੂੰ, ਉਸ ਅਨੇਕਤਾ ਨੂੰ ਖਤਮ ਕਰਨਾ ਚਾਹੁੰਦਾ ਸੀ, ਜਿਹੜੀ ਉਸ ਸਮੇਂ ਦੇ ਲੋਕਾਂ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਰੂਪ ਦੇ ਵਿੱਚ, ਅਲੱਗ-ਅਲੱਗ ਸੱਭਿਆਚਾਰ ਦੇ ਰੂਪ ਦੇ ਵਿੱਚ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਜਿਹੜੀ ਜਨੇਊ ਦੀ ਰੱਖਿਆ ਗੁਰੂ ਤੇਗ ਬਹਾਦਰ ਜੀ ਕਰ ਰਹੇ ਨੇ, ਉਹ ਅਸਲ ਦੇ ਵਿੱਚ ਉਹਨਾਂ ਧਰਮ ਆਦਰਸ਼ਾਂ ਦੀ ਰੱਖਿਆ ਕਰ ਰਹੇ ਨੇ, ਉਸ ਵੰਨ-ਸੁਵੰਨਤਾ ਦੀ ਰੱਖਿਆ ਕਰ ਰਹੇ ਨੇ। ਜਦ ਕਿ ਗੁਰੂ ਜੀ ਨੇ ਬਾਅਦ ਦੇ ਵਿੱਚ, ਤੁਸੀਂ ਗੁਰੂ ਜੀ ਦੀ ਬਾਣੀ ਪੜ੍ਹੋਗੇ ਤਾਂ ਉਹਦੇ ਵਿੱਚ ਕਰਮਕਾਂਡ ਨੂੰ ਵੀ ਨਿੰਦਿਆ ਗਿਆ ਨਾਲ। ਅਸਲ ਦੇ ਵਿੱਚ ਇੱਥੇ ਜਨੇਊ ਜਿਹੜਾ ਆ ਰਿਹਾ, ਉਸ ਵੰਨ-ਸੁਵੰਨਤਾ, ਉਸ ਮਨੁੱਖੀ ਸੁਤੰਤਰਤਾ ਦੀ ਰੱਖਿਆ ਕਰਨ ਦੇ ਰੂਪ ਦੇ ਵਿੱਚ ਆ ਰਿਹਾ। ਹਾਂਜੀ ਲਖਵਿੰਦਰ ਜੀ, ਮੈਨੂੰ ਲੱਗਦਾ ਤੁਸੀਂ ਇਸ ਗੱਲ ਨੂੰ। ਹਾਂਜੀ ਸਰ, ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹਾਂਜੀ 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 ਭਵਨ ਮੈਡਮ, ਪਲੀਜ਼ ਮੇਰਾ ਵੀ ਇੱਕ ਸਵਾਲ ਆ ਜੀ। ਹਾਂਜੀ ਗੁਰਵਿੰਦਰ ਮੈਮ, ਤੁਸੀਂ ਪਰਸਨਲੀ ਸਰ ਨੂੰ ਕੁਐਸਚਨ ਕਰ ਲਓ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਲਖਵੀਰ ਸਰ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਇਹ ਸਵਾਲ ਆ ਕਿ ਜਿਹੜੇ 9 ਨਿੱਧਾਂ ਬਾਰੇ ਥੋੜਾ ਜਿਹਾ ਦੱਸੋਗੇ ਜੀ ਆਪਣੇ ਬੱਚਿਆਂ ਨੂੰ, ਕਿ 9 ਨਿੱਧਾਂ ਜਿਹੜਾ ਦਾ ਕਨਸੈਪਟ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਚ ਕਿਵੇਂ ਆਇਆ? ਨਹੀਂ ਮੈਂ ਇਸ ਬਾਰੇ ਜ਼ਿਆਦਾ ਨਹੀਂ ਕੀਤਾ, ਕਿਉਂਕਿ ਮੈਂ ਉਸ ਖਾਸ ਤੌਰ ਤੇ ਉਸ ਫੋਕਸ ਨੂੰ ਕੀਤਾ, ਇਸ ਬਾਰੇ ਮੈਂ ਜ਼ਿਆਦਾ ਸਟੱਡੀ ਨਹੀਂ ਕੀਤੀ। ਅੱਛਾ ਅੱਛਾ ਸਰ, ਠੀਕ ਹੈ ਜੀ, ਕੋਈ ਗੱਲ ਨਹੀਂ। ਸੌਰੀ, ਮੈਂ ਕੋਈ ਨਹੀਂ, ਇਹ ਤੁਹਾਨੂੰ ਪੜ੍ਹ ਕੇ ਦੱਸ ਸਕਦਾ, ਇਹਦੇ ਬਾਰੇ ਮੇਰੇ ਕੋਲ ਜ਼ਿਆਦਾ ਹੋਏ ਨਹੀਂ। ਠੀਕ ਹੈ ਜੀ, ਕੋਈ ਗੱਲ ਨਹੀਂ। ਹਾਂਜੀ ਹਾਂਜੀ, ਠੀਕ ਹੈ ਸਰ, ਬਹੁਤ ਵਧੀਆ ਸੀ ਲੈਕਚਰ ਤੁਹਾਡਾ। ਥੈਂਕ ਯੂ ਮੈਮ, ਥੈਂਕ ਯੂ। ਚੰਗਾ ਲੱਗਿਆ ਸੁਣ ਕੇ। ਮੈਂ ਇਸ ਆਸਪੈਕਟ ਤੋਂ, ਕਿਉਂਕਿ ਮੈਂ ਅਧਿਆਤਮਿਕਤਾ ਵਾਲੇ ਐਂਗਲ ਤੋਂ ਨਹੀਂ ਗੁਰੂ ਤੇਗ ਜਾਂ ਬਾਣੀ ਨੂੰ ਜਾਂ ਮੱਧਕਾਲੀ ਲਿਟਰੇਚਰ ਨੂੰ ਉਸ ਤਰੀਕੇ ਨਾਲ ਨਹੀਂ, ਜ਼ਿਆਦਾਤਰ ਮੈਂ ਇਸ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਤੇ ਹਾਂਜੀ ਹਾਂਜੀ ਸਰ, ਹਾਂ। ਠੀਕ ਹੈ ਜੀ ਸਰ, ਕੋਈ ਗੱਲ ਨਹੀਂ ਜੀ। ਹਾਂ ਹਾਂ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਤੁਸੀਂ। Thank you, ma'am, thank you. ਮੇਰੇ ਨਾਲ। ਠੀਕ ਹੈ ਸਰ, ਧੰਨਵਾਦ ਜੀ। ਹਾਂਜੀ ਪ੍ਰੋਫੈਸਰ ਲਖਵੀਰ ਜੀ, ਮੈਡਮ ਨੇ ਜਿਹੜਾ ਸਵਾਲ ਕੀਤਾ ਸੀ ਤੁਹਾਨੂੰ ਡਾਕਟਰ ਗੁਰਵਿੰਦਰ ਹੋਰਾਂ ਨੇ, ਉਹ ਵਾਕਈ ਅਧਿਆਤਮਿਕ ਐਂਗਲ ਤੋਂ ਸੀਗਾ। ਸਾਡੀ ਜਿਹੜੀ ਅੱਜ ਦੀ ਗੱਲਬਾਤ ਹੈਗੀ ਆ, ਉਹ ਅਧਿਆਤਮਿਕਤਾ ਨਾਲ ਨਹੀਂ, ਅਸੀਂ ਤਰਕ ਸੰਗਤਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਤੁਹਾਡੇ ਵਿਸ਼ੇ ਨਾਲ ਸੰਬੰਧ ਨਹੀਂ ਸੀਗਾ, ਲੇਕਿਨ ਸਵਾਲ ਕੀਤਾ ਜਾ ਬਿਲਕੁਲ, ਸਕਦਾ। ਬਿਲਕੁਲ ਜੀ। ਮੇਰਾ ਖਿਆਲ ਤੁਸੀਂ ਗਾਹ ਨੂੰ ਜ਼ਰੂਰ ਇਸ ਮਾਮਲੇ ਨੂੰ ਵੀ ਪੜ੍ਹ ਕੇ ਆਓਗੇ। ਬਿਲਕੁਲ ਬਿਲਕੁਲ ਬਿਲਕੁਲ, ਸ਼ੁਕਰੀਆ ਸਰ, ਸ਼ੁਕਰੀਆ। Thank you so much, sir. ਥੈਂਕ ਯੂ। Thank you for clearing the questions and queries. Now I request Professor Lakhvinder Singh to move ahead with the vote of thanks. Thank you. ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਲਖਵੀਰ ਸਿੰਘ, ਤੁਸੀਂ ਆਪਣੇ ਇੱਕ ਬੜੀ ਦਿਲਚਸਪ ਸ਼ੈਲੀ ਦੇ ਨਾਲ ਤੁਸੀਂ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਤੇ ਸਭ ਤੋਂ ਵਧੀਆ ਗੱਲ ਸਾਨੂੰ ਇਹ ਲੱਗੀ ਕਿ ਤੁਸੀਂ ਜਿਹੜੀ ਹੈਗੀ ਆ ਅੱਜ ਦੀ ਰਾਜਨੀਤੀ ਬਾਰੇ, ਅੱਜ ਦੇ ਸੱਚ ਬਾਰੇ ਬਿਨ ਝਿਜਕੇ ਜਿਹੜਾ ਹੈਗਾ ਸਾਨੂੰ ਤੁਸੀਂ ਇਹਦੇ ਬਾਰੇ ਦੱਸਿਆ, ਤੇ ਨਾਲ ਨਾਲ ਮੱਧਕਾਲ ਦਾ ਸਾਹਿਤ, ਮੱਧਕਾਲ ਦੀ ਰਾਜਨੀਤੀ, ਉਸ ਸਮੇਂ ਦੀਆਂ ਧਾਰਮਿਕ, ਰਾਜਨੀਤਿਕ ਤੇ ਆਰਥਿਕ ਸਥਿਤੀਆਂ ਬਾਰੇ ਜਾਣੂ ਕਰਵਾਇਆ, ਤੇ ਨਾਲ ਨਾਲ ਸਾਨੂੰ ਇਸ ਗੱਲ ਸੰਬੰਧੀ ਵੀ ਜਾਣੂ ਕਰਵਾਇਆ ਕਿ ਜਿਹੜੀਆਂ ਉਸ ਸਮੇਂ ਗੁਰਮਤ, ਸੂਫੀ, ਭਗਤੀ, ਕ੍ਰਾਂਤੀਕਾਰੀ ਲਹਿਰਾਂ ਸੀਗੀਆਂ, ਉਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਜਾਗਰਤੀ ਪੈਦਾ ਕਰਦੀਆਂ ਸੀ। ਤੇ ਜਦੋਂ ਅਸੀਂ ਅੱਜ ਦੀ ਰਾਜਨੀਤੀ ਦੇ ਨਾਲ, ਜਦੋਂ ਅਸੀਂ ਔਰੰਗਜ਼ੇਬ ਦੇ ਟਾਈਮ ਨੂੰ ਅਸੀਂ ਕੰਪੈਰੀਜ਼ਨ ਕਰਕੇ ਤੁਸੀਂ ਦੱਸਿਆ, ਤਾਂ ਅੱਜ ਸਾਡੀ ਰਾਜਨੀਤੀ ਬਹੁਤ ਜ਼ਿਆਦਾ ਕਰਪਟ ਹੋ ਗਈ ਹੈ। ਇਹ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ, ਭਾਵੇਂ ਜਿਹੜਾ ਹੈਗਾ ਉਹ ਸਾਡੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਭਾਵੇਂ 1984 ਦੇ ਦਿੱਲੀ ਦੇ ਦੰਗਿਆਂ ਨੂੰ, ਭਾਵੇਂ ਗੋਧਰਾ ਕਾਂਡ ਹੋਵੇ, ਇਹ ਸਮੇਂ ਜਿਹੜੀਆਂ ਹੈਗੀਆਂ ਸਾਡੀਆਂ ਸਰਕਾਰਾਂ ਸਾਨੂੰ ਇਦਾਂ ਜਿਹੜਾ ਹੈਗਾ ਵਿਗਾੜਦੀਆਂ ਰਹਿੰਦੀਆਂ, ਤੇ ਇੱਕ ਕਿਸਾਨਾਂ ਦਾ ਜਿਹੜਾ ਹੈਗਾ ਮਸਲਾ, ਉਹ ਵੀ ਇੱਕ ਇਸ ਸਥਿਤੀ ਦੇ ਵਿੱਚ ਹੀ ਜਿਹੜਾ ਹੈਗਾ ਬਣਿਆ ਹੋਇਆ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਜੀ। ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ। ਖਾਸ ਤੌਰ ਤੇ ਡਾਕਟਰ ਪ੍ਰਵਿੰਦਰ ਸਿੰਘ ਤੱਗੜ ਜੀ ਦਾ, ਉਹ ਸਾਡੇ ਵਿਦਿਆਰਥੀ, ਤੁਹਾਡੇ ਵਿਦਿਆਰਥੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਮੈਨੂੰ ਲਗਭਗ ਘੰਟਾ ਹੀ ਹੋ ਗਿਆ ਸੁਣਿਆ ਮੈਨੂੰ, ਤੇ ਸਾਡੇ ਬਾਕੀ ਟੀਚਰ ਸਾਹਿਬਾਨ ਤੁਹਾਡੇ ਜਿਨ੍ਹਾਂ ਨੇ ਸਵਾਲਾਂ ਦੇ ਰੂਪ ਦੇ ਵਿੱਚ ਸਾਂਝ ਪਾਈ, ਤੇ ਤੁਹਾਡਾ ਇਸ ਮੰਚ ਤੋਂ ਮੈਨੂੰ ਮੌਕਾ ਦੇਣ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਇੱਕ ਮਿੰਟ ਰਵੀ ਸਰ। ਹਾਂਜੀ ਹਾਂਜੀ Thank you so much. So, in the end, I would like to thanks our respected principal sir, Dr. Parminder Singh Taggart, for organizing such a valuable event. Thank you so much, sir. ਡਾਕਟਰ ਸਾਹਿਬ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਖੇਚਲ ਦਿੰਦੇ ਰਹਾਂਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਸਾਨੂੰ ਸਹਿਯੋਗ ਨਾਲ ਨਵਾਜ਼ਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ।